पंजाबी विभाग ਵੱਲੋਂ आयोजित ਅੱਜ ਦੇ ਵੈਬੀਨਾਰ ਦਾ ਵਿਸ਼ਾ ਗੁਰਸ਼ਰਨ ਸਿੰਘ ਦੀ ਪੰਜਾਬੀ ਰੰਗਮੰਚ ਨੂੰ ਦੇਣ ਹੈ, ਜੋ ਕਿ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਉਹਨਾਂ ਦਾ ਜਨਮ ਦਿਹਾੜਾ ਭਾਵੇਂ ਕੱਲ ਹੈ, ਪਰ ਅਸੀਂ ਕਿਸੇ ਕਾਰਨ ਉਹ ਅੱਜ ਹੀ ਕਰ ਰਹੇ ਹਾਂ, ਕਿਉਂਕਿ ਸਾਰਾ ਵੈਬੀਨਾਰ ਸਿਰਫ ਉਹਨਾਂ ਦੀ ਦੇਣ ਦੇ ਉੱਤੇ ਹੀ ਪੰਜਾਬੀ ਰੰਗਮੰਚ ਨੂੰ ਦੇਣ ਤੇ ਸਮਰਪਿਤ ਹੈ। ਜੋ ਉੱਘੇ ਰੰਗਕਰਮੀ ਅਤੇ ਪੰਜਾਬ ਦੇ ਤਰਕਸ਼ੀਲ ਲਹਿਰ ਦੇ ਮੋਢੀ ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਦੇ ਸ਼ੇਰੇ ਪੰਜਾਬ, ਇੱਕ ਇੰਜੀਨੀਅਰ, ਲੇਖਕ, ਨਾਟਕਕਾਰ, ਅਦਾਕਾਰ, ਨਿਰਦੇਸ਼ਕ, ਪ੍ਰਕਾਸ਼ਕ, ਲੋਕਾਂ ਦੇ ਆਗੂ, ਸੰਪਾਦਕ, ਕੁਸ਼ਲ ਪ੍ਰਬੰਧਕ, ਵਕਤਾ ਅਤੇ ਸਭ ਤੋਂ ਉੱਪਰ ਇੱਕ ਵਧੀਆ ਇਨਸਾਨ ਸਨ। ਉਹ ਇੱਕ ਤੁਰਦੀ ਫਿਰਦੀ ਸੰਸਥਾ ਸਨ। ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਵਿੱਚ ਉਹਨਾਂ ਦਾ ਭਰਵਾਂ ਯੋਗਦਾਨ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਕੋਰਸਾਂ ਵਿੱਚ ਉਹਨਾਂ ਦੇ ਨਾਟਕ ਲੱਗੇ ਹੋਏ ਹਨ। ਬਹੁਤ ਸਾਰੇ ਖੋਜਾਰਥੀ ਵਿਦਵਾਨਾਂ ਨੇ ਭਾਜੀ ਦੀ ਨਾਟਕ ਸ਼ੈਲੀ ਤੇ ਹੋਰ ਵੱਖ-ਵੱਖ ਪਹਿਲੂਆਂ ਤੇ ਕੰਮ ਕੀਤਾ ਹੈ ਤੇ ਹੋਈ ਜਾ ਰਿਹਾ ਹੈ। ਦੂਰਦਰਸ਼ਨ ਜਲੰਧਰ ਤੋਂ ਪੇਸ਼ ਕੀਤੇ ਲੜੀਵਾਰ ਸੀਰੀਅਲ ਵਿੱਚ ਉਹ ਭਾਈ ਮੰਨਾ ਸਿੰਘ ਦੇ ਨਾਂ ਨਾਲ ਚਰਚਿਤ ਹੋਏ। ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸ਼ੰਸਕਾਂ ਅਤੇ ਚਾਹਣ ਵਾਲਿਆਂ ਨੇ ਸਤਿਕਾਰ ਨਾਲ ਆਪ ਜੀ ਨੂੰ ਭਾਜੀ ਦਾ ਨਾਂ ਦਿੱਤਾ। ਅੱਜ ਦੇ ਵੈਬੀਨਾਰ ਦੇ ਵਿਸ਼ੇ ਉੱਪਰ ਸਾਡੇ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸ਼੍ਰੀ ਕੇਵਲ ਧਾਲੀਵਾਲ, ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ, ਡਾਕਟਰ ਸਾਹਿਬ ਸਿੰਘ, ਨਾਟਕਕਾਰ ਤੇ ਨਿਰਦੇਸ਼ਕ, ਮਾਸਟਰ ਤਰਲੋਚਨ ਸਿੰਘ, ਰੰਗਕਰਮੀ ਤੇ ਫਿਲਮਕਾਰ, ਅਤੇ ਪ੍ਰੋਫੈਸਰ ਗੁਰਭਜਨ ਗਿੱਲ, ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਜੁੜੇ ਹਨ। ਗੁਜਰਾਂਵਾਲਾ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਅਤੇ ਫਾਰਮਰ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾਕਟਰ SP ਸਿੰਘ, ਕਾਲਜ ਦੇ ਪ੍ਰਿੰਸੀਪਲ ਡਾਕਟਰ ਰਵਿੰਦਰ ਸਿੰਘ ਭੱਲਾ, ਮੁਖੀ ਪੰਜਾਬੀ ਵਿਭਾਗ ਡਾਕਟਰ ਭੁਪਿੰਦਰ ਸਿੰਘ, ਜ਼ੂਮ ਐਪ ਅਤੇ GGN ਮੀਡੀਆ ਰਾਹੀਂ ਜੁੜੇ ਸਾਰੇ ਸਰੋਤਿਆਂ ਨੂੰ ਮੈਂ ਵਰਚੁਅਲ ਜੀ ਆਇਆਂ ਆਖਦਾ ਹਾਂ। ਹੁਣ ਮੈਂ ਕਾਲਜ ਦੇ ਪ੍ਰਧਾਨ ਡਾਕਟਰ SP ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰਿਆਂ ਲਈ ਸਵਾਗਤੀ ਸ਼ਬਦ ਕਹਿਣ। ਡਾਕਟਰ SP ਸਿੰਘ ਜੀ ਪਲੀਜ਼। डॉक्टर साहब, आवाज आ रही? हाँ जी आ रही है डॉक्टर साहब, आ रही है जी। ਅੱਜ ਅਸੀਂ ਗੁਰਸ਼ਰਨ ਸਿੰਘ ਦੇ ਜਨਮ ਦਿਨ ਦੇ ਉੱਤੇ ਜਿਹੜਾ ਇਹ ਵੈਬੀਨਾਰ ਜਿਹੜਾ ਕਰ ਰਹੇ ਹਾਂ। ਔਰ ਗੁਰਸ਼ਰਨ ਸਿੰਘ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ। ਪੰਜਾਬੀ ਰੰਗਮੰਚ, ਪੰਜਾਬੀ ਲੋਕ ਲਹਿਰ, ਪੰਜਾਬ ਦੀ ਜਿਹੜੀ ਹੈ ਉਹ ਬਗਾਵਤ ਲਹਿਰ ਦੇ ਉਹ ਇੱਕ ਪੂਰੀ ਜਿਹੜੇ ਸਨ ਸ਼ਖਸੀਅਤ ਸਨ, ਜਿਨ੍ਹਾਂ ਨੇ ਆਪਣੇ ਸਾਰੇ ਜੀਵਨ ਨੂੰ ਰੰਗਮੰਚ ਜਿਹੜਾ ਸਮਰਪਿਤ ਕੀਤਾ ਸੀ। ਨੌਕਰੀ ਦੇ ਦੌਰਾਨ ਵੀ ਉਹਦੇ ਦੇ ਉੱਤੇ ਜਿਹੜਾ ਸੀ ਇਰੀਗੇਸ਼ਨ ਡਿਪਾਰਟਮੈਂਟ 'ਚੋਂ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਦੇ ਸਨ। ਔਰ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਉਹਨਾਂ ਨੇ ਆਪ ਤੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਹੈ ਉਹ ਰੰਗਮੰਚ ਨੂੰ ਜਿਹੜੀ ਹੈ ਉਹਨੇ ਅੰਮ੍ਰਿਤਸਰ ਦੇ ਵਿੱਚ ਰੰਗਮੰਚ ਨੂੰ ਸਥਾਪਿਤ ਕਰਨਾ, ਰੰਗਮੰਚ ਦੀ ਲਹਿਰ ਸਥਾਪਿਤ ਕਰਨ ਵਿੱਚ ਗੁਰਸ਼ਰਨ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਉਸ ਤੋਂ ਬਾਅਦ ਜਦੋਂ ਚੰਡੀਗੜ੍ਹ ਆ ਗਏ ਤੇ ਚੰਡੀਗੜ੍ਹ ਵੀ ਇਹ ਲਹਿਰ ਜਿਹੜੀ ਸਥਾਪਿਤ ਕਰਨ ਦੇ ਵਿੱਚ ਹੋਈ। ਅੱਜ ਜੇਕਰ ਉਹਨਾਂ ਦੇ ਰੰਗਮੰਚ ਕਰਮੀਆਂ ਦੀ ਲਿਸਟ ਦੇਖੀਏ ਤੇ ਸ਼ਾਇਦ ਉਹਦਾ ਕੋਈ ਅੰਤ ਨਹੀਂ, ਕਿਉਂਕਿ ਹਰ ਪੱਧਰ ਤੇ ਹਰ ਥਾਂ ਦੇ ਉੱਤੇ ਉਹ ਜਿਹੜੇ ਜੁੜੇ ਰਹੇ। ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਸਰ ਗੁਰਸ਼ਰਨ ਸਿੰਘ ਜਦੋਂ ਅਜੇ ਨੌਕਰੀ ਸਨ ਤੇ ਸ਼ੁਰੂ ਉਹਨਾਂ ਨੇ ਕੀਤੇ ਸੀ ਬਾਹਰ ਨਿਕਲਣਾ, ਤੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ 'ਚ ਉਹ 5 ਵਾਰੀ ਆ ਕੇ ਆਪਣੇ ਨਾਟਕ ਜਿਹੜੇ ਸਨ ਉਹ ਕਰ ਚੁੱਕੇ ਸਨ। ਔਰ ਵੱਖ-ਵੱਖ ਮੌਕਿਆਂ ਦੇ ਉੱਤੇ ਜਦੋਂ ਵੀ ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਸੀ, ਉਹਨਾਂ ਕਦੀ ਸਾਨੂੰ ਨਿਰਾਸ਼ ਨਹੀਂ ਸੀ ਕੀਤਾ। ਔਰ ਉਹਨਾਂ ਦੇ ਜਿਹੜਾ ਨਾਟਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ, ਜਿਨ ਸੱਚ ਪੱਲੇ ਹੋਏ, ਉਹਦੇ ਇੱਥੇ 3 ਸ਼ੋਅ ਜਿਹੜੇ ਸਨ ਹੋਏ ਸਨ। ਔਰ ਪੂਰੀ ਤਰ੍ਹਾਂ ਜਿਹੜਾ ਸੀ ਉਹ ਹਾਲ ਜਿਹੜੇ ਬੁੱਕ ਸਨ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਫਿਰ ਜਿਹੜੇ ਸਨ ਉਹਨਾਂ ਦੇ ਦੂਜੇ ਨਾਟਕ, ਔਰ ਇਸ ਸੰਸਥਾ ਦੇ ਨਾਲ ਉਹਨਾਂ ਦਾ ਨਿੱਤ ਦਾ ਜਿਹੜਾ ਸੰਬੰਧ। ਔਰ ਮੈਨੂੰ ਖੁਸ਼ੀ ਹੈ ਕਿ ਅੱਜ ਉਹਨਾਂ ਦੇ ਯਾਦ ਲਈ ਅਸੀਂ ਇਹ ਵੈਬੀਨਾਰ ਜਿਹੜਾ ਹੈ ਆਯੋਜਿਤ ਕਰ ਸਕੇ। ਮੇਰੇ ਗੁਰਸ਼ਰਨ ਸਿੰਘ ਨਾਲ ਨਿੱਜੀ ਤੌਰ ਤੇ ਸੰਬੰਧ ਸਨ। ਉਹਨਾਂ ਦੇ ਆਫਿਸ ਜਾਣਾ
ਔਰ ਉਹਨਾਂ ਦਾ ਇੱਥੇ ਸਾਡਾ ਫਾਰਮਲ ਤੇ ਇਨਫਾਰਮਲ ਸਾਡੇ ਨਾਲ ਮੁਲਾਕਾਤ ਜਿਹੜੀਆਂ ਸਨ ਉਹ ਹੁੰਦੀਆਂ ਰਹਿੰਦੀਆਂ ਸਨ, ਜਿਹੜੀਆਂ ਖੁਸ਼ਗਵਾਰ ਹੁੰਦੀਆਂ ਸਨ, ਜਿਹੜੀਆਂ ਪ੍ਰੇਰਕ ਵਿਅਕਤੀ ਵਕਨ ਸਾਡੇ ਨਾਲ ਗੱਲ ਕਰਦੇ ਸੀ ਔਰ ਸਾਨੂੰ ਲਗਾਤਾਰ ਅਗਵਾਈ ਦਿੰਦੇ ਹੁੰਦੇ। ਅੱਜ ਜਿਹੜਾ ਇਹ ਸਾਡੇ ਵੈਬੀਨਾਰ 'ਚ ਮੈਨੂੰ ਖੁਸ਼ੀ ਹੈ ਸੰਸਥਾ ਨਾਲ ਤੇ ਨਿਕ ਵਰਤੀ ਜਿਹੜੇ ਨੇ ਉਹ ਸਾਡੇ ਕੋਲ ਉਹਨਾਂ ਦੇ ਐਕਸਪੀਰੀਅੰਸ ਦੀ ਗੱਲ ਵਾਸਤੇ ਆਏ ਨੇ, ਜਿਨ੍ਹਾਂ ਵਿੱਚ ਕੇਵਲ ਧਾਲੀਵਾਲ ਜਿਨ੍ਹਾਂ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦਾ ਕੀਤਾ, ਪਰ ਕੇਵਲ ਧਾਲੀਵਾਲ ਅੰਮ੍ਰਿਤਸਰ ਰੰਗਮੰਚ ਦਾ ਜਿਹੜਾ ਅਨੁਭਵ ਹੈ ਅੰਮ੍ਰਿਤਸਰ ਤੁਹਾਨੂੰ ਚੰਡੀਗੜ੍ਹ ਨਾਲ ਜੋੜਨਾ ਮੈਨੂੰ ਬਹੁਤਾ ਜਿਹੜਾ ਪਸੰਦ ਜਿਹੜਾ ਉਹ ਨਹੀਂ ਲੱਗਿਆ ਕਿ ਕੇਵਲ ਧਾਲੀਵਾਲ ਅੰਮ੍ਰਿਤਸਰ ਦਾ ਹੀ ਹੈ, ਅੰਮ੍ਰਿਤਸਰ ਦਾ ਕਹੇਗਾ ਔਰ ਰੰਗਮੰਚ ਔਰ ਅੰਮ੍ਰਿਤਸਰ ਤੇ ਕੇਵਲ ਧਾਲੀਵਾਲ ਜਿਹੜਾ ਉਹ ਸਮਾਨ ਅਰਥੀ ਜਿਹੜੇ ਨੇ ਉਹ ਬਣ ਕੇ ਆਉਣਗੇ। ਉਹਨਾਂ ਦਾ ਸਾਡੇ ਸ਼ਾਮਲ ਹੋਣਾ ਸਾਹਿਬ ਸਿੰਘ ਦਾ ਚੰਡੀਗੜ੍ਹ ਦੇ ਵਿੱਚ ਜਦੋਂ ਆਏ ਨੇ ਉਸ ਵੇਲੇ ਉਹਨਾਂ ਨਾਲ ਜਿਹੜਾ ਉਹ ਰੰਗਮੰਚ ਦੇ ਪ੍ਰੇਰਨਾ ਸਰੋਤ ਬਣਨਾ ਔਰ ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਡਾਕੂਮੈਂਟਰੀ ਵੀ ਬਣਾਈ ਔਰ ਲਗਾਤਾਰ ਕਮਿਟਡ ਹੋ ਕੇ ਗੁਰਸ਼ੰਸਨਾ ਨਾਲ ਰੰਗਮੰਚ ਨਾਲ ਜਿਹੜੇ ਜੁੜੇ ਸਮੱਸਿਆ ਦੇ ਵਿੱਚ ਜਿਹੜੇ ਨੇ ਉਹ ਆਪਣੀਆਂ ਕਾਰਵਾਈਆਂ ਅੱਜ ਵੀ ਜਿਹੜੀਆਂ ਨੇ ਆਰੰਭ ਕਰ ਰਹੇ ਨੇ। ਔਰ ਇਸ ਦੇ ਨਾਲ ਗੁਰਭਜਨ ਗਿੱਲ ਜਿਹੜੇ ਉਹਨਾਂ ਨੂੰ ਗਾਏ ਬਗਾਏ ਜਿਹੜੇ ਸੀ ਉਹ ਮਿਲਦੇ ਰਹਿੰਦੇ ਸੀ ਔਰ ਉਹਨਾਂ ਦੇ ਵੀ ਜ਼ਿੰਦਗੀ ਦੇ ਵਿੱਚ ਕੁਝ ਯਾਦਾਂ ਜਿਹੜੀਆਂ ਨੇ ਸਭ ਗੁਰਸ਼ੰਸ ਨਾਲ ਜਿਹੜੀਆਂ ਨੇ ਜੁੜੀਆਂ ਨੇ ਔਰ ਉਹਨਾਂ ਨੇ ਵੀ ਇਸ ਗੱਲ ਦੀ ਇੱਛਾ ਪ੍ਰਗਟਾਈ ਕਿ ਮੈਂ ਸਭ ਗੁਰਸ਼ੰਸ ਸਿੰਘ ਬਾਰੇ ਆਪਣੇ ਕੁਝ ਨਿੱਜੀ ਜਿਹੜੇ ਪੰਨ ਸਨ ਉਹਨਾਂ ਬਾਰੇ ਮੈਂ ਚਰਚਾ ਕਰਾਂਗਾ। ਔਰ ਮੈਨੂੰ ਖੁਸ਼ੀ ਹੈ ਕਿ ਡਾਕਟਰ ਗੁਰਪ੍ਰੀਤ ਸਿੰਘ ਨੇ ਪੰਜਾਬੀ ਗੁਰੂ ਨਾਨਕ ਖਾਲਸਾ ਕਾਲਜ ਵੱਲੋਂ ਇਹ ਵੈਬੀਨਾਰ ਆਯੋਜਿਤ ਕੀਤਾ ਹੈ। ਇਹਦੇ ਲਈ ਮੁਖੀ ਡਾਕਟਰ ਭੁਪਿੰਦਰ ਸਿੰਘ ਔਰ ਪ੍ਰਿੰਸੀਪਲ ਰਵਿੰਦਰ ਸਿੰਘ ਭੱਲਾ ਵਿਸ਼ੇਸ਼ ਤੌਰ ਤੇ ਧੰਨਵਾਦ ਦੇ ਪਾਤਰ ਨੇ ਕਿ ਉਹਨਾਂ ਨੇ ਇੱਕ ਉਸ ਸ਼ਖਸੀਅਤ ਔਰ ਉਸ ਰੰਗਮੰਚ ਕਰਮੀ ਦੇ ਬਾਰੇ ਅੱਜ ਯਾਦ ਕਰਨ ਲਈ ਜਿਹੜਾ ਹੈ ਮੌਕਾ ਪੈਦਾ ਕੀਤਾ ਹੈ, ਜਿਹੜੇ ਸਾਡੇ ਸਾਰਿਆਂ ਲਈ ਪਥ ਪ੍ਰਦਰਸ਼ਕ ਵੀ ਰਹੇ ਨੇ ਔਰ ਉਹ ਰੰਗਮੰਚ ਦੇ ਵਿਕਾਸ ਲਈ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਲਿਖੇ ਲਾਤੀ। ਇਸ ਮੌਕੇ ਦੇ ਉੱਤੇ ਮੈਂ ਸਾਰਿਆਂ ਦਾ ਸਵਾਗਤ ਵੀ ਕਰਦਾ ਤੇ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦੇ ਕੇ ਨਿਭਾਇਆ ਹੈ ਔਰ ਅਸੀਂ ਇਸ ਗੱਲ ਦੇ ਉੱਤੇ ਜਿਹੜੇ ਨੇ ਉਹ ਕਰਦੇ ਹਾਂ ਕਿ ਉਹਨਾਂ ਦੇ ਸਹਿਯੋਗੀਆਂ ਦਾ ਗੁਰਸ਼ੰਸ ਸਿੰਘ ਦੇ ਸਹਿਯੋਗੀਆਂ ਦਾ ਸਾਨੂੰ ਸਹਿਯੋਗ ਦੇਣ ਲਈ ਵੀ ਜਿਹੜਾ ਹੈ ਉਹ ਵੀ ਸ਼ੁਕਰੀਆ ਜੀ। बहुत बहुत शुक्रिया मास्टर तरलोचन सिंह जी का जिन्हों ने इस दिल ਦੀਆਂ ਗਹਿਰਾਈਆਂ ਨੂੰ ਛੂਹਣ ਵਾਲੀ ਡਾਕੂਮੈਂਟਰੀ ਰਾਹੀਂ ਗੁਰਸ਼ਰਨ ਸਿੰਘ ਦੇ ਜੀਵਨ ਉੱਪਰ ਸਾਂਝ ਪਾਈ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਅੱਜ ਦਾ ਵੈਬੀਨਾਰ ਨੂੰ ਸ਼ੁਰੂ ਕਰਦੇ ਹੋਏ ਗੁਰਸ਼ਰਨ ਸਿੰਘ ਜੀ ਨੇ ਕਿਹਾ, ਮੈਂ ਚੱਲਿਆ ਹਵਾ ਵਿੱਚ ਲਟਕਦੇ ਨਾ ਰਹਿਣਾ, ਹਮੇਸ਼ਾ ਸੱਚ ਖਾਤਰ ਲੜਨਾ, ਮਸ਼ਾਲਾਂ ਬਾਲ ਕੇ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ। ਹੁਣ ਮੈਂ ਅੱਜ ਦੇ ਵੈਬੀਨਾਰ ਦੇ ਪਹਿਲੇ ਸਪੀਕਰ ਵਿਦਵਾਨ ਵਕਤਾ ਸ਼੍ਰੀ ਕੇਵਲ ਧਾਲੀਵਾਲ ਨੂੰ ਬੇਨਤੀ ਕਰਦਾ ਹਾਂ ਕਿ ਉਹ ਅੱਜ ਦੇ ਵਿਸ਼ੇ ਉੱਪਰ ਆਪਣੇ ਵਿਚਾਰ ਸਾਂਝੇ ਕਰਨ। ਇਸ ਤੋਂ ਪਹਿਲਾਂ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ, ਮੈਂ ਉਹਨਾਂ ਬਾਰੇ ਦੋ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ। ਕੇਵਲ ਧਾਲੀਵਾਲ ਪੰਜਾਬੀ ਨਾਟਕਕਾਰ ਤੇ ਰੰਗਕਰਮੀ ਦੀ ਚੌਥੀ ਪੀੜ੍ਹੀ ਦਾ ਪ੍ਰਮੁੱਖ ਨਾਂ ਹੈ। ਉਹ ਲਗਭਗ 35 ਸਾਲਾਂ ਤੋਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਕਰਮਸ਼ੀਲ ਹਨ। ਉਹਨਾਂ ਨੇ 1978 ਵਿੱਚ ਭਾਜੀ ਗੁਰਸ਼ਰਨ ਸਿੰਘ ਦੀ ਟੀਮ ਨਾਲ ਬਤੌਰ ਕਲਾਕਾਰ ਆਪਣੇ ਨਾਟ ਸਫ਼ਰ ਦਾ ਆਗਾਜ਼ ਕੀਤਾ ਸੀ ਅਤੇ ਇਹ ਸਫ਼ਰ 1988 ਤੱਕ ਜਾਰੀ ਰਿਹਾ। 1988 ਵਿੱਚ ਕੇਵਲ ਧਾਲੀਵਾਲ NSD ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਨਾਟ ਨਿਰਦੇਸ਼ਨ ਅਤੇ ਡਿਜ਼ਾਈਨ ਦੇ ਖੇਤਰ ਵਿੱਚ ਤਕਨੀਕੀ ਮਹਾਰਤ ਹਾਸਲ ਕਰਨ ਚਲੇ ਗਏ। NSD ਤੋਂ ਬਾਅਦ ਵਾਪਸ ਪਰਤ ਕੇ ਉਹਨਾਂ ਨੇ ਆਪਣੇ ਨਾਟ ਗਰੁੱਪ ਰੰਗਮੰਚ ਦੀ ਸਥਾਪਨਾ ਕੀਤੀ। ਇਸ ਗਰੁੱਪ ਦੇ ਬੈਨਰ ਹੇਠ ਹੀ ਕੇਵਲ ਧਾਲੀਵਾਲ ਹੁਣ ਤੱਕ ਨਾਟਕ ਕਰਦੇ ਆ ਰਹੇ ਹਨ। ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਉਹਨਾਂ ਦੀ ਪਹਿਚਾਣ ਇੱਕ ਨਾਟ ਨਿਰਦੇਸ਼ਕ ਦੇ ਵਜੋਂ ਹੀ ਬਣੀ, ਪਰ ਫਿਰ ਵੀ ਉਹਨਾਂ ਨੇ ਕਾਫੀ ਗਿਣਤੀ ਵਿੱਚ ਆਪਣੀਆਂ ਨਾਟ ਰਚਨਾਵਾਂ 'ਚ ਪਵਾ ਕੇ ਆਪਣੀ ਪਹਿਚਾਣ ਇੱਕ ਨਾਟਕਕਾਰ ਦੇ ਤੌਰ ਤੇ ਸਥਾਪਿਤ ਕੀਤੀ। ਰੰਗਮੰਚ ਦੇ ਬੈਨਰ ਹੇਠ ਕੇਵਲ ਧਾਲੀਵਾਲ ਨੇ ਪੰਜਾਬ ਵਿੱਚ ਚੱਲਦੇ ਆ ਰਹੇ ਰੰਗਮੰਚ ਵਿੱਚ ਕਾਫੀ ਬਦਲਾਵ ਲਿਆਂਦੇ ਹਨ, ਜਿਵੇਂ ਪੰਜਾਬ ਦੇ ਰੰਗਮੰਚ ਨੂੰ ਇੱਕ ਪ੍ਰੋਫੈਸ਼ਨਲ ਲੁੱਕ ਦਿੱਤੀ। ਪੰਜਾਬ ਦੇ ਪਿੰਡਾਂ ਵਿੱਚ 2000 ਦੇ ਕਰੀਬ ਨਾਟਕਾਂ ਦੇ ਸ਼ੋਅ ਕੀਤੇ, ਬਿਨਾਂ ਕਿਸੇ ਸਰਕਾਰੀ ਮਦਦ ਦੇ ਆਪਣੇ ਤੌਰ ਤੇ 6 ਨੈਸ਼ਨਲ ਥੀਏਟਰ ਫੈਸਟੀਵਲ ਕੀਤੀ, ਕਹਾਣੀ, ਕਵਿਤਾ ਤੇ ਨਾਵਲ ਦਾ ਮੰਚਨ ਕੀਤਾ, ਭਾਰਤ ਦੇ ਹਰ ਸੂਬੇ ਅਤੇ ਵਿਦੇਸ਼ਾਂ ਵਿੱਚ ਨਾਟਕ ਖੇਡੇ
ਤੇ ਸਾਰੇ ਨਾਟਕ ਆਪਣੀ ਮਾਂ ਬੋਲੀ ਵਿੱਚ ਹੀ ਖੇਡੇ। ਬਹੁਤ ਹੀ ਸ਼ਲਾਘਾਯੋਗ ਆਪਣਾ ਰੰਗਮੰਚ ਭਵਨ ਨੂੰ ਸਾਰਿਆ। ਇਸ ਤੋਂ ਇਲਾਵਾ ਆਪ ਨੇ 3 ਨਾਟ ਸੰਗ੍ਰਹਿ, 2 ਬਾਲ ਨਾਟਕ, 3 ਨਾਟਕ, 5 ਸੰਪਾਦਨ ਨਾਟਕ, ਰੰਗਮੰਚ ਤੇ ਲੇਖ, 7 ਪ੍ਰੋਡਕਸ਼ਨਾਂ ਵੀ ਕੀਤੀਆਂ। ਆਪ ਜੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਈਸ਼ਵਰ ਚੰਦਰ ਨੰਦਾ ਪੁਰਸਕਾਰ, ਪੰਜਾਬ ਸੰਗੀਤ ਅਕਾਦਮੀ ਪੁਰਸਕਾਰ, ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਨਾਟਕਕਾਰ ਦਾ ਪੁਰਸਕਾਰ, ਪੰਜਾਬੀ ਅਕਾਦਮੀ ਦਿੱਲੀ ਵੱਲੋਂ ਬੈਸਟ ਡਾਇਰੈਕਟਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਹੁਣ ਮੈਂ ਕੇਵਲ ਧਾਲੀਵਾਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਕਰਨ। सर अनम्यूट नहीं ने। केवल धालीवाल जी। जी आवाज आ रही हुण जी? हाँ जी सर आ रही है जी। बहुत शुक्रिया GGN खालसा कॉलेज दी समुची टीम दा, समुची मैनेजमेंट दा, जिन्हां ने सारा ऑर्गेनाइज किया, और खास तौर ते डॉक्टर SP सिंह होरां दा, और जिन्हां ने बहुत प्यार ते सत्कार दे नाल अज भाजी नूं याद करन वास्ते वैबीनार आयोजित किया है। सो मैं मेरा क्योंकि भाजी नाल बहुत नेड़ता वाला रिश्ता रहा है 1978 तो लैके भाजी दे आखिरी पलों तक, और भाजी दे तुर जाण तो बाद अज इस वैबीनार तक वो कोई पल नहीं गुजरदा जदों मैं भाजी नूं याद ना कीता होवे या भाजी दे नाल असीं ना जुड़े होए होइए। हुणे जदों मास्टर तरलोचन होरां दे बड़ी खूबसूरत इन्हां ने डॉक्यूमेंटरी बनाई, और खास तौर ते जिहड़ा आखिरी समयां नूं भाजी दियां नूं सांभिया, और मैं बहुत देखदियां होया भावुक हो रहा सी, और बहुत सारे पल जिहड़े याद आ रहे सी भाजी नाल बताए हुए, भाजी कोलों सिੱਖਿਆ होया बहुत सारा कुछ। और मेरा ख्याल है कि असी जिहड़े अज खास तौर ते डॉक्टर साहब सिंह तरलोचन और मैं जुड़े हैं, असी बहुत लंबा समा भाजी नाल हंडाया वा, और वो सारे औखे समय भाजी ने जिवें तुसी डॉक्यूमेंटरी च भी देखिया कि 1975 दी एमरजेंसी तो बाद जिहड़ा अगला पड़ाव सीगा 1978 तो लैके, वो सारा मैं हड्डी हंडाया है कि 1978 तो 1988 तक भाजी नाल वो एक दौर जिहा सी पंजाब दा जदों अतवाद दा दौर सी, और कोई दिन पर जिहा नहीं सी जांदा जदों भाजी पिंडां विच नाटक कर नहीं सी जांदे, साडी टीम नाल जांदी सी, और असी बसां दे उत्ते उदों साडे कोल बस कारां कूरां तो हुंदियां नहीं सीगियां, बसां ते ही जाईदा सी। कई वारी बसां च जगह नहीं सी मिलदी, असी बसां दे मगर लमक के जांदे सी, बसां दे उपर बैठ के जांदे सी, पर एक पिंड तो दूजे पिंड एक दिन च 3-3 पिंडां च भी असी नाटक करदे सीगे। वो समा बहुत औखा सी, पर उस समय दे विच रंगमंच ने जो कुछ एक समाज नूं जो कुछ सिखाया, गुरशरण भाजी ने जिस तरह कमिटमेंट निभाई, वो अपने आप दे विच एक वखरा इतिहास है, एक लंबा इतिहास है। पर वो इतिहास बनने वास्ते गुरशरण सिंह होना जिहड़ा वो बहुत वड्डी गल है, और गुरशरण सिंह रोज रोज नहीं होया जा सकता, रोज रोज नहीं बनया जा सकता। गुरशरण सिंह बनने वास्ते जिवें डॉक्यूमेंटरी च भी असी देखिया कि सानू 1947 दे गुरशरण भाजी नूं दिन भी देखने पैंदे ने, जिहड़ा बचपन दे विच उन्हां ने हालगेट दे बाहर अमृतसर दे विच मुसलमान औरतां दा एक नंगा जलूस आदमियां वल्लों जिहड़ा कढिया गया, उस नूं जदों देखिया, और जिहड़ी सेंसिटिविटी उन्हां दे अंदर उदों जिहड़ी भावना जागी, वो जिहड़ा विद्रोह जागिया कि औरतां दे नाल जिहड़ी बेकदरी कीती जा रही है, ये किहो जिहा समाज है कि लड़दे मर्द ने और औरतां दे नाल किस तरह बेइंसाफी की जाती है। उथों एक उन्हां दे अंदर संवेदना जागदी है, नंगल डैम दे उत्ते संवेदना जागदी है, उत्थे वो नाटक लिखना शुरू करते ने। नाटक वो मजदूरां वास्ते पहला नाटक लोहड़ी दी हड़ताल लिखते ने, दीवा बुझ गया वर्गा नाटक लिखते ने, घुम्मण घेरी वर्गा नाटक 1959 दे विच लिखते ने, और अजिहियां चीजां लैके तुरदे ने कि वो पंजाब नूं एक पंजाब दे रंगमंच नूं एक नवी धारा दे नाल जोड़ दिंदे आ। वो जिहा समा सी जदों कि साडे कोल हरपाल टिवाणा हुरी भी 1964 तक अपना जिहड़ा कि पंजाब
ਥੀਏਟਰ ਗਰੁੱਪ ਸੀ ਉਹਨਾਂ ਦਾ ਉਹ ਸਟੈਬਲਿਸ਼ ਹੋ ਚੁੱਕਾ ਸੀ। ਉਹ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਟ੍ਰੇਨਿੰਗ ਲੈ ਕੇ ਆ ਚੁੱਕੇ ਸੀ ਔਰ ਉਹਨਾਂ ਨੇ ਵੀ ਇੱਕ ਪ੍ਰੋਫੈਸ਼ਨਲ ਥੀਏਟਰ ਉਸਾਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਪਰ ਇੱਕ ਪਾਸੇ ਉਹ ਥੀਏਟਰ ਸੀ, ਇੱਕ ਪਾਸੇ ਗੁਰਸ਼ਰਨ ਭਾਜੀ ਦਾ ਥੀਏਟਰ ਸੀ। ਗੁਰਸ਼ਰਨ ਭਾਜੀ ਨੂੰ ਫਿਰ ਅਗਲਾ ਪੜਾਅ ਮਿਲਦਾ ਹੈ ਔਰ ਭਾਜੀ ਇੱਕੋ ਇੱਕ ਜਿਹੇ ਨਾਟਕਕਾਰ ਨਿਰਦੇਸ਼ਕ ਅਜੇ ਤੱਕ ਪੰਜਾਬੀ ਦੇ ਵਿੱਚ ਨੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਹਰ ਨਾਟਕਕਾਰ ਦੇ ਲਿਖੇ ਹੋਏ 2-4 ਨਾਟਕਾਂ ਨੂੰ ਆਪਣੀ ਨਿਰਦੇਸ਼ਨਾ ਹੇਠ ਖੇਡਿਆ। ਉਹਨਾਂ ਨੇ ਆਈ ਸੀ ਨੰਦਾ ਤੋਂ ਲੈ ਕੇ ਗੁਰਦਿਆਲ ਸਿੰਘ ਫੁੱਲ, ਗਾਰਗੀ, ਹਰਚਰਨ ਸਿੰਘ, ਹਰਸਰਨ ਸਿੰਘ ਔਰ ਬਾਅਦ ਵਿੱਚ ਵੀ ਜਿਹੜੇ ਉਹਨਾਂ ਦੇ ਸਮਕਾਲੀ ਨਾਟਕਕਾਰ ਜਾਂ ਬਾਅਦ ਦੇ ਨਾਟਕਕਾਰ ਚਾਹੇ ਉਹ ਡਾਕਟਰ ਆਤਮਜੀਤ ਜਾਂ ਅਜਮੇਰ ਔਲਖ ਹੋਰੀ ਵੀ ਸੀਗੇ, ਉਹਨਾਂ ਦੇ ਨਾਟਕ ਵੀ ਉਹਨਾਂ ਨੂੰ ਜਿਹੜਾ ਨਾਟਕ ਲੱਗਦਾ ਸੀ ਕਿ ਮੈਂ ਲੋਕਾਂ ਵਿੱਚ ਲੈ ਕੇ ਜਾਣਾ ਉਹ ਨਾਟਕ ਵੀ ਖੇਡੇ। ਉਹ ਪਹਿਲੇ ਅਜਿਹੇ ਨਾਟਕਕਾਰ ਨਿਰਦੇਸ਼ਕ ਬਣਦੇ ਨੇ ਕਿ ਜਿਹੜੇ ਆਪਣੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦਾ ਇੱਕ ਵੱਡਾ ਰੂਪ ਸਿਰਜਦੇ ਨੇ ਔਰ ਉਹਦੇ ਵਿੱਚੋਂ ਵੱਡੇ ਮਹਾਨ ਕਲਾਕਾਰ ਜਿਹੜੇ ਪੈਦਾ ਹੁੰਦੇ ਆ, ਹਰਭਜਨ ਜੱਬਲ, ਜਤਿੰਦਰ ਕੌਰ, ਵੇਦ ਸ਼ਰਮਾ, ਸੁਦਰਸ਼ਨ ਸਿੰਘ, ਦਲਜੀਤ ਕੌਰ ਵਰਗੇ ਕਲਾਕਾਰ ਔਰ ਬੁੱਧ ਸਿੰਘ ਵਰਗੇ ਕਲਾਕਾਰ ਜਿਹੜੇ ਬਾਅਦ ਵਿੱਚ ਬੰਬੇ ਚ ਅੰਮ੍ਰਿਤਪਾਲ ਸਿੰਘ ਦੇ ਨਾਮ ਦੇ ਨਾਲ ਜਿਹੜਾ ਕਿ ਨਾਮਣਾ ਖੱਟਦੇ ਨੇ ਔਰ ਫਿਰ ਹੋਰ ਕਈ ਅਜਿਹੇ ਕਲਾਕਾਰ, ਸੁਰੇਸ਼ ਪੰਡਤ ਵਰਗੇ ਡਿਜ਼ਾਈਨਰ ਪੈਦਾ ਹੁੰਦੇ ਨੇ ਉਹਦੇ ਵਿੱਚ ਔਰ ਉਹ ਲੜੀ ਸਾਡੇ ਤੱਕ ਆ ਕੇ ਅੱਗੇ ਨਿਰੰਤਰ ਜਾਰੀ ਰਹਿੰਦੀ ਹੈ ਜਿਹੜੀ ਕਿ ਚੰਡੀਗੜ੍ਹ ਤੱਕ ਜਾ ਕੇ ਸਾਹਿਬ ਸਿੰਘ 77 ਤੱਕ ਵੀ ਜਿਹੜੀ ਕਿ ਉਹ ਲੜੀ 71 ਤੱਕ ਵੀ ਪਹੁੰਚਦੀ ਹੈ। ਔਰ ਮੈਂ ਸਮਝਦਾ ਕਿ ਭਾਜੀ ਗੁਰਸ਼ਰਨ ਸਿੰਘ ਸਿਰਫ ਇੱਕ ਨਾਮ ਨਹੀਂ ਸੀ, ਇੱਕ ਨਾਟਕਕਾਰ ਨਹੀਂ ਸੀ, ਇੱਕ ਵਰਤਾਰਾ ਹੈ ਪੰਜਾਬੀ ਰੰਗਮੰਚ ਦਾ, ਉਹ ਵਰਤਾਰਾ ਜਿਹੜਾ ਸਦੀਆਂ ਤੱਕ ਜਿਹੜਾ ਕਦੀ ਭੁਲਾਇਆ ਨਹੀਂ ਜਾ ਸਕਦਾ। ਭਾਜੀ ਗੁਰਸ਼ਰਨ ਸਿੰਘ ਇੱਕ ਮਿੱਥ ਦੀ ਤਰ੍ਹਾਂ ਆਉਣ ਵਾਲੇ ਹੋਰ ਹਜ਼ਾਰਾਂ ਸਾਲਾਂ ਤੱਕ ਯਾਦ ਕੀਤੇ ਜਾਂਦੇ ਰਹਿਣਗੇ। ਭਾਜੀ ਗੁਰਸ਼ਰਨ ਸਿੰਘ ਨੂੰ ਆਉਣ ਵਾਲੇ ਸਮਿਆਂ 'ਚ ਇੱਕ ਜਿਵੇਂ ਅਸੀਂ ਬੱਚਿਆਂ ਨੂੰ ਅੱਜ ਵੀ ਕਦੀ ਕੋਈ ਲੋਕ ਕਹਾਣੀਆਂ ਸੁਣਾਈਏ ਤੇ ਕਹਿ ਦਈਦਾ ਵੀ ਇੱਕ ਬਾਬਾ ਸੀ, ਇੱਕ ਪਰੀ ਕਥਾ ਵਾਂਗੂ ਹੈ ਨਾ, ਇੱਕ ਕੋਈ ਕਹਾਣੀ ਸੁਣਾਉਣੀ ਹੋਵੇ ਕਿ ਕਈ ਅੰਗਰੇਜ਼ੀ ਦੇ ਵਿੱਚ ਕਹਾਣੀਆਂ ਸੁਣਾਉਂਦੇ ਆ ਕਿ ਵੰਸ ਅਪਨ देयर वाज ए ओल्ड मैन, ਇਸ ਤਰ੍ਹਾਂ ਦੀਆਂ ਕਹਾਣੀਆਂ ਕਲਾਸਾਂ 'ਚ ਸੁਣਾਈਆਂ ਜਾਂਦੀਆਂ। ਔਰ ਆਉਣ ਵਾਲਾ ਸਮਾਂ ਅਜਿਹਾ ਵੀ ਹੋਏਗਾ ਕਿ ਗੁਰਸ਼ਰਨ ਭਾਜੀ ਬਾਰੇ ਵੀ ਅਜਿਹੀਆਂ ਕਹਾਣੀਆਂ ਸੁਣਾਈਆਂ ਜਾਇਆ ਕਰਨਗੀਆਂ ਕਿ ਇੱਕ ਸਮਿਆਂ 'ਚ ਇੱਕ ਬਾਬਾ ਸੀ ਜਿਹੜਾ ਮੋਢੇ ਤੇ ਇੱਕ ਥੈਲਾ ਲੈ ਕੇ ਪਿੰਡਾਂ 'ਚ ਜਾਂਦਾ ਸੀ, ਪਿੰਡਾਂ ਦੀਆਂ ਸੱਥਾਂ ਦੇ ਵਿੱਚ ਦਰਖਤ ਦੇ ਥੱਲੇ ਖੜ ਕੇ ਉਹ ਨਾਟਕ ਖੇਡਦਾ ਸੀਗਾ। ਉਹ ਲੋਕਾਂ ਦੇ ਕੋਲੋਂ ਕੋਈ ਪੈਸਾ ਨਹੀਂ ਸੀ ਲੈਂਦਾ, ਝੋਲੀ ਅੱਡ ਕੇ ਲੋਕਾਂ ਕੋਲੋਂ ਕਿਰਾਏ ਜੋਗੇ ਪੈਸੇ ਇਕੱਠੇ ਕਰ ਲੈਂਦਾ ਸੀ। ਉਹਦੇ ਸਫ਼ਰ ਦੇ ਵਿੱਚ ਉਹਦੀਆਂ ਧੀਆਂ ਵੀ ਨਾਲ ਸੀ, ਉਹਦੀ ਪਤਨੀ ਵੀ ਨਾਲ ਸੀ, ਉਹਦੇ ਕਲਾਕਾਰ ਵੀ ਉਹਦੇ ਨਾਲ ਨਾਲ ਤੁਰੇ ਫਿਰਦੇ ਸੀ। ਉਹਨੇ ਹਜ਼ਾਰਾਂ ਨਾਟਕ ਖੇਡੇ, ਹਜ਼ਾਰਾਂ ਪਿੰਡਾਂ ਦੇ ਵਿੱਚ ਗੁਰਸ਼ਰਨ ਭਾਜੀ ਗਏ। ਉਹ ਇੱਕ ਅਜਿਹਾ ਬਾਬਾ ਸੀਗਾ ਜਿਹੜਾ ਵੱਡਾ ਇੰਜੀਨੀਅਰ ਸੀ, ਉਹ ਅਜਿਹਾ ਬਾਬਾ ਸੀ ਜਿਹੜਾ ਕਿ ਹਿੰਦੁਸਤਾਨ ਦੇ ਵਿੱਚ ਕਹਿ ਲੋ ਕਿ ਜੇਕਰ ਸਾਡੇ ਕੋਲ ਪੰਜਾਬ ਦੇ ਵਿੱਚ ਕਹਿ ਲੋ ਭਗਤ ਸਿੰਘ ਤੋਂ ਬਾਅਦ ਅਗਰ ਕੋਈ ਨਾਇਕ ਗਿਣਿਆ ਜਾਂਦਾ ਤੇ ਉਹ ਗੁਰਸ਼ਰਨ ਭਾਜੀ ਸਾਡੇ ਕੋਲ ਇੱਕ ਨਾਇਕ ਆਉਂਦੇ ਆ। ਭਗਤ ਸਿੰਘ ਤੋਂ ਬਾਅਦ ਸਾਡੇ ਕੋਲ ਕੋਈ ਨਾਇਕ ਨਹੀਂ ਨਜ਼ਰ ਆਉਂਦਾ, ਪਰ ਸਾਡੇ ਕੋਲ ਨਾਇਕ ਅਗਰ ਆਉਂਦਾ ਹੈ, ਸਾਡੇ ਸਮਿਆਂ ਦਾ ਨਾਇਕ ਕੋਈ ਬਣਦਾ ਹੈ ਤੇ ਉਹ ਗੁਰਸ਼ਰਨ ਸਿੰਘ ਬਣਦਾ। ਉਹ ਵੱਡੇ ਪੰਜਾਬੀ ਹੋਣ ਦੇ ਉਹਨੂੰ ਸਨਮਾਨ ਮਿਲਦੇ ਆ, ਉਹ ਦੁਨੀਆ ਭਰ ਦੇ ਸਨਮਾਨ ਉਹਨੂੰ ਮਿਲਦੇ ਆ। ਔਰ ਉਸ ਦੀ ਨਾਟਕਕਾਰੀ ਬਾਰੇ ਬੇਸ਼ੱਕ ਪੰਜਾਬੀ ਨਾਟਕਕਾਰਾਂ ਨੇ ਕਈ ਕੁਝ ਆਲੋਚਨਾਵਾਂ ਕੀਤੀਆਂ ਹੋਣ, ਪਰ ਗੁਰਸ਼ਰਨ ਭਾਜੀ ਨੂੰ ਨਾਟਕਕਾਰ ਹੋਣ ਕਰਕੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਸੰਗੀਤ ਨਾਟਕ ਅਕੈਡਮੀ, ਨੈਸ਼ਨਲ ਸੰਗੀਤ ਨਾਟਕ ਅਕੈਡਮੀ ਵੱਲੋਂ ਰਾਸ਼ਟਰਪਤੀ ਅਵਾਰਡ ਮਿਲਦਾ ਹੈ, ਉਹਨਾਂ ਦੀ ਨਾਟਕਕਾਰੀ ਕਰਕੇ ਮਿਲਦਾ ਹੈ। ਗੁਰਸ਼ਰਨ ਭਾਜੀ ਨੂੰ ਹਿੰਦੁਸਤਾਨ ਦਾ ਕਾਲੀਦਾਸ ਸਨਮਾਨ ਮਿਲਦਾ ਹੈ, ਮੱਧ ਪ੍ਰਦੇਸ਼ ਸਰਕਾਰ ਉਹਨਾਂ ਨੂੰ ਸਨਮਾਨ ਦਿੰਦੀ ਹੈ ਔਰ ਗੁਰਸ਼ਰਨ ਸਿੰਘ ਦੀ ਨਾਟਕਕਾਰੀ ਕਰਕੇ ਦਿੰਦੀ ਹੈ। ਗੁਰਸ਼ਰਨ ਸਿੰਘ ਯਾਨੀ ਜਨ ਮਾਨਸ ਦਾ ਇੱਕ ਨਾਟਕਕਾਰ ਬਣਦਾ ਹੈ। ਗੁਰਸ਼ਰਨ ਭਾਜੀ ਯਾਨੀ ਬੱਚੇ ਦੀ ਜ਼ੁਬਾਨ ਉੱਤੇ ਪਿੰਡ ਦੇ ਵਿੱਚ ਅਗਰ ਪੰਜਾਬ ਦੇ 12,500 ਪਿੰਡ ਹੈ ਤਾਂ ਅਜਿਹਾ ਕੋਈ ਪਿੰਡ ਨਹੀਂ ਹੈ ਜਿੱਥੇ ਗੁਰਸ਼ਰਨ ਭਾਜੀ ਨਾ ਗਏ, ਅਜਿਹਾ ਕੋਈ ਸ਼ਹਿਰ ਨਹੀਂ ਹੈ ਜਿੱਥੇ ਗੁਰਸ਼ਰਨ ਭਾਜੀ ਨਾ ਗਏ ਹੋਣ। ਵਿਦੇਸ਼ਾਂ ਵਿੱਚ ਬਾਰ-ਬਾਰ ਲੋਕੀ ਉਹਨਾਂ ਨੂੰ ਬੁਲਾਉਂਦੇ, ਉਹ ਹਿੰਦੁਸਤਾਨ ਦੇ ਹਰ ਸਟੇਟ ਵਿੱਚ ਜਾਂਦੇ ਕਿਉਂਕਿ ਮੈਂ ਉਹਨਾਂ ਦੇ ਨਾਲ ਜਾਂਦਾ ਰਿਹਾ। ਮੈਂ ਲੰਮਾ ਸਫ਼ਰ ਭਾਜੀ ਨਾਲ ਤੈਅ ਕੀਤਾ, ਇਸ ਕਰਕੇ ਮੈਨੂੰ ਸਾਰਾ ਕੁਝ ਯਾਦ ਹੈ, ਮੇਰੇ ਟਿਪਸ ਦੇ ਉੱਤੇ ਆ ਕਿ ਭਾਜੀ ਕਿਹੜੇ ਸ਼ਹਿਰਾਂ ਦੇ ਵਿੱਚ ਗਏ, ਕਿਹੜੇ ਉਹਨਾਂ ਨੇ ਨਾਟਕ ਖੇਡੇ। ਇਸੇ ਕਰਕੇ ਸੀ ਕਿ ਭਾਜੀ ਦੀਆਂ ਸਕ੍ਰਿਪਟਾਂ
ਉਹਨਾਂ ਸਮਿਆਂ ਵਿੱਚ ਫੋਟੋਸਟੇਟ ਮਸ਼ੀਨ ਨਹੀਂ ਸੀ ਹੁੰਦੀ ਡਾਕਟਰ ਸਾਹਿਬ, ਤੇ ਮੈਂ ਗੁਰਸ਼ਰਨ ਭਾਜੀ ਦੀ ਫੋਟੋਸਟੇਟ ਮਸ਼ੀਨ ਹੁੰਦਾ ਸੀਗਾ। ਭਾਜੀ ਇੱਕ ਸਕ੍ਰਿਪਟ ਲਿਖਦੇ ਤੇ ਉਹ ਮੈਨੂੰ ਕਹਿੰਦੇ ਵੀ ਇਹਦੀਆਂ ਕਾਪੀਆਂ ਕਰ ਦੇ, ਤੇ ਫਿਰ ਮੈਂ ਉਹ ਵਿੱਚ ਕਾਰਬਨ ਕਾਪੀ ਰੱਖ ਕੇ ਉੱਪਰ ਲਿਖਦਾ ਜਾਂਦਾ ਤੇ 4-5 ਕਾਪੀਆਂ 4-5 ਕਾਰਬਨ ਪੇਪਰ ਰੱਖ ਕੇ ਤੇ ਉਹਦੀਆਂ ਕਾਪੀਆਂ ਅਸੀਂ ਕਰ ਲੈਂਦੇ ਸੀਗੇ। ਫੋਟੋਸਟੇਟ ਮਸ਼ੀਨ ਨਹੀਂ ਸੀ, ਤੇ ਮੈਂ ਉਹ ਜਿਹੜੀ ਸਭ ਤੋਂ ਹੇਠਲੀ ਫਿੱਕੀ ਕਾਪੀ ਹੁੰਦੀ ਸੀ ਮੈਂ ਆਪਣੇ ਕੋਲ ਸਾਂਭ ਲੈਂਦਾ ਸੀ, ਤੇ ਉਹ ਸਾਰੀਆਂ ਸਕ੍ਰਿਪਟਾਂ ਮੈਂ ਸਾਂਭੀਆਂ। 200 ਦੇ ਕਰੀਬ ਸਕ੍ਰਿਪਟ ਮੈਂ ਸਾਂਭੀ ਭਾਜੀ ਦੀ। ਤੇ ਫਿਰ ਜਦੋਂ ਭਾਜੀ ਆਖਰੀ ਪਲਾਂ ਵਿੱਚ ਸੀਗੇ, ਬਿਮਾਰ ਸੀਗੇ, ਤੇ ਮੈਂ ਭਾਜੀ ਦੇ ਉਹ ਸਾਰੇ ਨਾਟਕ ਆਪਣੇ ਗੁਰੂ ਨੂੰ ਇੱਕ ਗੁਰੂ ਦਕਸ਼ਨਾ ਦੇ ਤੌਰ ਤੇ ਉਹ ਮੈਂ 8 ਜਿਲਦਾਂ ਦੇ ਵਿੱਚ ਉਹ ਛਾਪੇ। ਉਹ ਨਾਟਕ 200 ਨਾਟਕ ਗੁਰਸ਼ਰਨ ਸਿੰਘ ਦੇ ਨਾਟਕ ਦੇ ਨਾਮ ਹੇਠ ਮੋਟੀਆਂ ਕਿਤਾਬਾਂ ਨੇ ਉਹ ਸਾਰੇ ਛਾਪ ਕੇ ਜਦੋਂ ਮੈਂ ਭਾਜੀ ਨੂੰ ਭੇਟ ਕੀਤੇ, ਉਹ ਮੰਜੇ ਦੇ ਉੱਤੇ ਲੰਮੇ ਪਏ ਸੀ, ਉਹਨਾਂ ਨੂੰ ਦਿਖਾਇਆ। ਭਾਜੀ ਇੰਨੇ ਖੁਸ਼ ਹੋਏ, ਉਹਨਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਔਰ ਉਹਨਾਂ ਨੇ ਬਹੁਤ ਬਾਹਾਂ ਉੱਪਰ ਕਰਕੇ ਮੈਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਮੈਨੂੰ ਕਹਿੰਦੇ ਕੇਵਲ ਤੂੰ ਇਹ ਵਰਲਡ ਕਲਾਸ ਕੰਮ ਕੀਤਾ ਹੈ, ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ? ਕਿਉਂਕਿ ਓਬਵੀਅਸਲੀ ਭਾਜੀ ਕਿਤਾਬਾਂ ਛਾਪਦੇ ਸੀ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇੱਥੇ ਬੜਾ ਪੈਸਾ ਖਰਚ ਹੁੰਦਾ ਹੈ। ਤੇ ਮੈਂ ਹੱਸ ਕੇ ਕਿਹਾ, ਮੈਂ ਕਿਹਾ ਭਾਜੀ ਉਹ 20 ਰੁਪਏ ਲੱਗੇ ਆ ਜਿਹੜੇ ਤੁਸੀਂ ਮੈਨੂੰ ਪਹਿਲੇ ਸ਼ੋਅ ਦੇ 1978 ਚ ਦਿੱਤੇ ਸੀ। 1908 ਭਾਜੀ ਦੀ ਇਹ ਬੜਾ ਪਲੱਸ ਪੁਆਇੰਟ ਸੀ ਕਿ ਭਾਜੀ ਆਪਣੇ ਕਲਾਕਾਰਾਂ ਨੂੰ ਪੇਮੈਂਟ ਜ਼ਰੂਰ ਦਿੰਦੇ ਸੀ, ਉਹਨੂੰ ਉਹ ਪਾਕਟ ਮਨੀ ਕਹਿੰਦੇ ਸੀ। ਉਹਨਾਂ ਨੇ 1969 ਤੋਂ ਹੀ ਕਲਾਕਾਰਾਂ ਨੂੰ 10 ਰੁਪਏ ਜਦੋਂ ਪਿੰਡਾਂ ਵਿੱਚ ਜਾਣਾ ਸ਼ੁਰੂ ਹੋਏ, ਜਿਨ ਸੱਚ ਪੱਲੇ ਹੋਏ ਲੈ ਕੇ ਨਾਟਕ, ਉਹਨਾਂ ਨੇ ਪਹਿਲੀ ਵਾਰੀ ਉਹ ਨਾਟਕ ਪਿੰਡਾਂ ਵੱਲ ਲੈ ਕੇ ਜਾਣੇ ਸ਼ੁਰੂ ਕੀਤੇ। ਵੀ ਉਹਨਾਂ ਨੇ ਵੇਖ ਲਿਆ ਵੀ ਅਸਲੀ ਦਰਸ਼ਕ ਪਿੰਡਾਂ 'ਚ ਨੇ, ਤੇ ਉਹ ਸਾਰੇ ਕਲਾਕਾਰ ਦੱਸਦੇ ਨੇ, ਭਾਜੀ ਦੇ ਵੀ ਰਿਕਾਰਡ 'ਚ ਹੈ ਕਿ ਉਹਨਾਂ ਨੇ 10 ਰੁਪਏ ਪ੍ਰਤੀ ਕਲਾਕਾਰ ਉਦੋਂ ਦੇਣੇ ਸ਼ੁਰੂ ਕੀਤੇ। ਭਾਜੀ ਪਿੰਡਾਂ ਵਾਲਿਆਂ ਕੋ, ਭਾਜੀ ਦੀ ਮੈਨੇਜਮੈਂਟ ਕਮਾਲ ਦੀ ਸੀ, ਭਾਜੀ ਨੇ ਕਦੀ ਘਾਟਾ ਵੀ ਨਹੀਂ ਖਾਦਾ, ਔਰ ਜੇ ਖਾਦਾ ਵੀ ਤਾਂ ਉਹਨਾਂ ਨੇ ਕਿਸੇ ਨੂੰ ਦੱਸਿਆ ਵੀ ਨਹੀਂ। ਉਹ ਕਹਿੰਦੇ ਸੀ ਇਹ ਮੈਂ ਆਪਣਾ ਇੱਕ ਰਿਜ਼ਰਵ ਫੰਡ ਰੱਖਦਾ, ਉਹਦੇ ਵਿੱਚੋਂ ਮੈਂ ਕੰਮ ਕਰੀ ਜਾਂਦਾ ਵਾਂ। ਜੇਕਰ ਭਾਜੀ ਨੂੰ ਬਾਅਦ ਵਿੱਚ ਮੈਂ ਕਈ ਜਗ੍ਹਾ ਤੇ ਵੇਖਿਆ ਮੇਰੇ ਨਾਲ ਵੀ ਕਿ ਇੱਕ ਜਗ੍ਹਾ ਉਹਨਾਂ ਨੂੰ 50,000 ਰੁਪਏ ਦਾ ਉਹਨਾਂ ਨੇ ਅਵਾਰਡ ਦਿੱਤਾ। ਇੱਥੇ ਅੰਮ੍ਰਿਤਸਰ ਦੀ ਸਪ੍ਰਿੰਗਡੇਲ ਸੁਸਾਇਟੀ ਹੈ, ਮਨਵੀਨ ਸੰਧੂਰਾ ਨੇ, ਉਹ ਅਸੀਂ ਭਗਤ ਸਿੰਘ ਦਾ ਨਾਟਕ ਕੀਤਾ ਤੇ ਭਾਜੀ ਨੂੰ ਵੀ ਬੁਲਾਇਆ, ਤੇ ਭਾਜੀ ਨੇ ਉਹ 50,000 ਦਾ ਅਵਾਰਡ ਲੈ ਕੇ ਕਹਿੰਦੇ ਇਹਦੇ ਨਾਲ ਹੁਣ ਮੈਂ ਅਗਲੇ 20 ਪਿੰਡਾਂ 'ਚ ਹੋਰ ਨਾਟਕ ਕਰ ਦਿਆਂਗਾ। ਯਾਨੀ ਉਹ ਅਵਾਰਡ ਦੀ ਰਾਸ਼ੀ ਨੂੰ ਵੀ ਏਦਾਂ ਵਰਤ ਲੈਂਦੇ ਸੀ ਕਿ ਇਹਦੇ ਨਾਲ ਹੋਰ 20 ਪਿੰਡਾਂ ਵਿੱਚ ਮੈਂ ਜਾਵਾਂਗਾ। ਇਹ ਭਾਜੀ, ਇਹ ਗੁਰਸ਼ਰਨ ਸਿੰਘ ਹੋਣ ਦੇ ਅਰਥ ਨੇ ਕਿ ਗੁਰਸ਼ਰਨ ਸਿੰਘ ਕਿਵੇਂ ਥੋੜੇ ਪੈਸਿਆਂ ਦੇ ਵਿੱਚ ਲੋਕਾਂ 'ਚ ਵਧੀਆ ਲਿਟਰੇਚਰ ਲੈ ਕੇ ਜਾਣਾ। ਸੰਤ ਰਾਮ ਉਦਾਸੀ ਦੀ ਜਿਹੜੀ ਕਿਤਾਬ ਲਹੂ ਭਿੱਜੇ ਬੋਲ, ਇਹ 1978 ਤੋਂ 1980 ਦੇ ਵਿੱਚ ਅਸੀਂ ਕੋਈ 50,000 ਦੇ ਕਰੀਬ ਉਹ ਕਿਤਾਬ ਵੇਚੀ ਔਰ 1 ਰੁਪਏ 'ਚ ਉਹ ਕਿਤਾਬ ਵਿਕਦੀ ਸੀ। ਔਰ ਉਹ ਅਸੀਂ ਭਾਜੀ ਗੁਰਸ਼ਰਨ ਸਿੰਘ ਜਦੋਂ ਨਾਟਕ ਖਤਮ ਹੁੰਦਾ ਸਟੇਜ ਤੇ ਕਿਤਾਬਾਂ ਲਾਉਂਦੇ ਸੀ ਵੀ ਇਹ ਸਸਤੀਆਂ ਥੋੜੇ ਪੈਸੇ ਵਿੱਚ ਵਧੀਆ ਕਿਤਾਬਾਂ, 1 ਰੁਪਏ ਦੀ ਉਹ ਕਿਤਾਬ ਵਿਕਦੀ ਸੀ ਉਹਨਾਂ ਦਿਨਾਂ 'ਚ। ਔਰ ਉਹਨਾਂ 'ਚ ਪਾਸ਼ ਦੀ ਜਿਹੜਾ ਲੋ ਕਥਾ ਔਰ ਵਰਿਆਮ ਸੰਧੂ ਦੀ ਕਹਾਣੀਆਂ ਦੀ ਕਿਤਾਬ, ਹੋਰ ਬਹੁਤ ਸਾਰੀਆਂ ਕਿਤਾਬਾਂ ਸੀਗੀਆਂ ਜਿਹੜੀਆਂ ਉਹਨਾਂ ਸਮਿਆਂ 'ਚ ਅਸੀਂ ਮੰਚ ਦੇ ਉੱਤੋਂ ਵੇਚਦੇ ਸੀ ਸ਼ੋਅ ਤੋਂ ਬਾਅਦ। ਸੋ ਗੁਰਸ਼ਰਨ ਸਿੰਘ ਬੜੇ ਪੜਾਅ ਨੇ ਕਿ ਗੁਰਸ਼ਰਨ ਭਾਜੀ ਦੀ ਅੱਖ ਪਛਾਣਦੀ ਸੀ ਕਿ ਮੇਰੇ ਕਲਾਕਾਰ, ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ, ਕਿਵੇਂ ਉਹ ਕੰਮ ਕਰਨਗੇ, ਮੈਂ ਕਿੰਨੀ ਟੀਮ ਲੈ ਕੇ ਜਾਣੀ ਹੈ। 4 ਕਲਾਕਾਰ ਤੇ 5ਵੇਂ ਗੁਰਸ਼ਰਨ ਭਾਜੀ। ਕਾਰ ਤਾਂ ਬਹੁਤ ਬਾਅਦ ਵਿੱਚ ਚੰਡੀਗੜ੍ਹ ਵਾਲਿਆਂ ਦੇ ਹਿੱਸੇ ਆਈ ਕਲਾਕਾਰਾਂ ਦੇ, ਜਦੋਂ 1988 ਤੱਕ ਸੀਗੇ ਉਹ ਸਾਡੇ ਹਿੱਸੇ ਕੋਈ ਕਾਰ ਨਹੀਂ ਸੀ। ਸਾਡੇ ਕੋਲ ਤੇ ਇੱਕ ਕਦੀ ਜਦੋਂ ਵੱਡੀ ਟੀਮ ਜਾਣੀ ਹੁੰਦੀ ਸੀਗੀ, ਤੇ ਮੈਂ ਇਸ ਲਈ ਤੁਹਾਡੇ ਨਾਲ ਯਾਦਾਂ ਸਾਂਝੀਆਂ ਕਰ ਰਿਹਾ ਕਿ ਭਾਜੀ ਦੀ ਮੈਨੇਜਮੈਂਟ ਵੇਖੋ ਕਿੰਨੀ ਵੱਡੀ ਸੀ ਕਿ ਉਦੋਂ ਧਮਕ ਨਗਾਰੇ ਦੀ ਜਾਂ ਇੱਕ ਬੰਦਾ ਬਹਾਦਰ ਵੀ ਵੱਡਾ ਨਾਟਕ ਸੀ, ਜਾਂ ਸੀਸ ਤਲੀ ਤੇ ਵੱਡਾ ਨਾਟਕ ਸੀ ਜਿਹ 'ਚ ਵੱਡੀ ਕਾਸਟ ਹੁੰਦੀ ਸੀ। ਇਹ ਭਾਜੀ ਦੇ ਵੱਡੇ ਨਾਟਕ ਸੀ ਤੇ ਉਹਦੀ ਕਾਸਟ ਜਿਹੜੀ ਸੀ ਉਹ 5 ਜਣਿਆਂ ਤੋਂ ਵੱਧ ਹੁੰਦੀ ਸੀ, ਕੋਈ 14-15 ਜਣਿਆਂ ਦੀ। ਤੇ ਉਦੋਂ ਭਾਜੀ ਇੱਕ ਵੈਨ ਲੈ ਕੇ ਜਾਂਦੇ ਸੀ ਜਿਹਨੂੰ ਸਟੇਸ਼ਨ ਵੈਗਨ ਕਿਹਾ ਜਾਂਦਾ ਸੀ। ਇਹ ਅੰਮ੍ਰਿਤਸਰ ਦੇ ਵਿੱਚ ਸਟੇਸ਼ਨ ਦੇ ਬਾਹਰ ਵੈਗਨਸ ਮਿਲਦੀਆਂ ਸੀ ਤੇ ਜਿਹਦੇ ਵਿੱਚ ਖਲੋਤਾ ਨਹੀਂ ਸੀ ਜਾ ਸਕਦਾ, ਤੁਹਾਨੂੰ ਝੁੱਕ ਕੇ ਲੰਘਣਾ ਪੈਂਦਾ ਸੀ ਉਹਦੇ ਅੰਦਰ। ਦੁਰਗੇ ਦੀ ਵੈਨ ਹੁੰਦੀ ਸੀ, ਮੈਨੂੰ ਯਾਦ ਹੈ ਉਹਦਾ ਨਾਮ ਦੁਰਗਾ ਸੀਗਾ, ਜਿਹੜਾ ਭਾਜੀ ਨੂੰ ਸਮਝਦਾ ਵੀ ਸੀ ਤੇ ਭਾਜੀ ਦੇ ਨਾਲ ਥੋੜੇ ਪੈਸਿਆਂ ਦੇ ਵਿੱਚ ਵੈਨ ਲੈ ਜਾਂਦਾ ਸੀ। ਔਰ ਉਦੋਂ ਵੀ ਅਸੀਂ ਦੇਖਦੇ ਸੀ 300-350 ਰੁਪਏ ਦੇ ਵਿੱਚ ਉਹਨਾਂ ਨੇ ਜਾਣਾ, ਤੇ ਜਿਹਦੇ ਵਿੱਚੋਂ ਕੋਈ 70-75 ਰੁਪਏ ਵੈਨ ਵਾਲਾ ਲੈਂਦਾ ਸੀ। 50 ਰੁਪਏ ਭਾਜੀ ਆਪਣੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦਾ ਜਾਂ ਅੰਮ੍ਰਿਤਸਰ ਸਕੂਲ ਆਫ ਡਰਾਮਾ ਦਾ ਫੰਡ ਰੱਖਦੇ ਸੀ,
ਤੇ ਬਾਕੀ ਕਲਾਕਾਰਾਂ ਨੂੰ 20 ਰੁਪਏ 15 ਰੁਪਏ ਜਾਂ 25 ਰੁਪਏ ਉਦੋਂ ਸਾਨੂੰ ਇਹ ਮਿਲਦੇ ਸੀ ਪਰ ਸ਼ੋ। ਸੋ ਮੈਂ ਜਿਹੜੀ ਗੱਲ ਭਾਜੀ ਦੀ ਕਿਤਾਬਾਂ ਦੀ ਕੀਤੀ, ਭਾਜੀ ਨੂੰ ਮੈਂ ਦੱਸਿਆ, ਮੈਂ ਕਿਹਾ ਭਾਜੀ ਜਦੋਂ ਤੁਸੀਂ ਪਹਿਲੇ ਸ਼ੋਅ ਦੇ ਮੈਨੂੰ 1978 ਚ 20 ਰੁਪਏ ਦਿੱਤੇ ਸੀ, ਮੇਰਾ ਬੈਂਕ ਅਕਾਊਂਟ ਉਹਦੇ ਨਾਲ ਹੀ ਖੁੱਲਿਆ ਸੀ ਜਿਹੜਾ ਅੱਜ ਤੱਕ ਚੱਲਦਾ ਆ ਰਿਹਾ। ਬੇਸ਼ੱਕ ਹੁਣ ਇਹਨਾਂ ਕਿਤਾਬਾਂ ਤੇ ਲੱਖਾਂ ਰੁਪਏ ਲੱਗ ਗਏ, ਪਰ ਇਹ ਮੇਰੇ ਵੱਲੋਂ ਇੱਕ ਤੁਹਾਨੂੰ ਟ੍ਰਿਬਿਊਟ ਹੈ ਤੁਹਾਡੀਆਂ ਸਾਰੀਆਂ ਰਚਨਾਵਾਂ ਜਿਹੜੀਆਂ। ਤੇ ਭਾਜੀ ਬਹੁਤ ਖੁਸ਼ ਹੋਏ, ਉਹਨਾਂ ਨੇ ਹੱਥੀਂ ਆਪਣੇ ਉਹ ਕਿਤਾਬਾਂ ਰਿਲੀਜ਼ ਕੀਤੀਆਂ ਆਪਣੇ ਤੁਰ ਜਾਣ ਤੋਂ ਪਹਿਲਾਂ। ਸੋ ਮੈਂ ਸਮਝਦਾ ਕਿ 200 ਨਾਟਕ ਭਾਜੀ ਨੇ ਲਿਖਿਆ, ਜਿਹਦੇ ਵਿੱਚ ਭਾਜੀ ਦੀਆਂ ਨੋ ਡਾਊਟ ਕਿ ਉਹਦੇ ਵਿੱਚ 50 ਦੇ ਕਰੀਬ ਅਡਾਪਟੇਸ਼ਨਸ ਵੀ ਨੇ, ਉਹਨਾਂ ਅੰਗਰੇਜ਼ੀ ਤੋਂ ਹਿੰਦੀ ਤੋਂ ਹਰ ਭਾਸ਼ਾ ਤੋਂ ਅਨੁਵਾਦ ਵੀ ਕੀਤਾ ਭਾਜੀ ਨੇ। ਭਾਜੀ ਦੇ 100 ਤੋਂ ਵੱਧ ਓਰੀਜਨਲ ਲਿਖੇ ਹੋਏ ਨਾਟਕ ਨੇ ਜਿਹੜੇ ਕਿ ਉਹਨਾਂ ਕਿਤਾਬਾਂ ਵਿੱਚ ਮੌਜੂਦ ਨੇ। ਉਹਨਾਂ ਚ ਨੁੱਕੜ ਨਾਟਕ ਵੀ ਨੇ, ਸਟੇਜ ਨਾਟਕ ਵੀ ਨੇ, ਫੁੱਲ ਲੈਂਥ ਪਲੇ ਵੀ ਨੇ, 1 ਐਕਟ ਪਲੇ ਵੀ ਨੇ। ਮੇਰਾ ਖਿਆਲ ਹੈ ਕਿ ਭਾਜੀ ਬਾਰੇ ਅਗਰ ਇਸ ਤਰ੍ਹਾਂ ਦਾ ਕੰਮ ਹੋਵੇ, ਕਦੀ ਕੋਈ ਰਿਸਰਚ ਕਰਨ ਵਾਲੇ ਲੋਕ ਕਰਨ, ਤੇ ਉਹਦੀ ਜਿਹੜੀ ਵੇਰੀਏਸ਼ਨ ਹੈ ਭਾਜੀ ਦੇ ਕੰਮ ਦੀ, ਵੈਰਾਈਟੀ ਹੈ, ਜਿਹੜੀ ਸਮਿਆਂ ਦੀ ਵੈਰਾਈਟੀ ਹੈ ਕਿ ਭਾਜੀ ਨੰਗਲ ਬੈਠੇ ਕਿੱਦਾਂ ਲਿਖ ਰਹੇ ਸੀ, ਜਦੋਂ ਅੰਮ੍ਰਿਤਸਰ 1962 ਚ ਆਉਂਦੇ ਫਿਰ ਕਿੱਦਾਂ ਵਿਚਰਦੇ ਆ, 1969 ਤੋਂ ਬਾਅਦ ਦਾ ਪੜਾਅ ਕੀ ਸੀ, 1975 ਤੋਂ ਬਾਅਦ ਐਮਰਜੈਂਸੀ ਤੋਂ ਬਾਅਦ ਭਾਜੀ 1975 ਚ ਕਿਹੋ ਜਿਹਾ ਦੌਰ ਵੀ ਆਇਆ ਭਾਜੀ ਨੂੰ ਜਦੋਂ 3 ਮਹੀਨੇ ਦੀ ਜੇਲ੍ਹ ਹੋਈ, ਤੇ ਉਸ ਵੇਲੇ ਭਾਜੀ ਦੀ ਜਿਹੜੀ ਕਹਿੰਦੀ ਕੌਣ ਦੀ ਵੱਡੀ ਟੀਮ ਸੀਗੀ ਉਹ ਭਾਜੀ ਦਾ ਸਾਥ ਛੱਡ ਗਈ ਸੀ। ਉਹ ਡਰ ਗਏ ਸੀ ਕਿ ਕਿਤੇ ਉਹਨਾਂ ਨੂੰ ਵੀ ਜੇਲ੍ਹ ਨਾ ਹੋ ਜਾਏ। ਸੋ ਉਸ ਵੇਲੇ ਭਾਜੀ ਨੇ ਬਾਹਰ ਨਿਕਲਦੇ ਆਪਣੀ ਟੀਮ ਬਦਲ ਲਈ ਸੀ। ਫਿਰ ਇੱਕ ਹੋਰ ਟੀਮ ਆਈ ਜਿਹਦੇ ਵਿੱਚ ਹੰਸਾ ਸਿੰਘ ਹੁਰੀ ਤੇ ਜਿਹੜੇ ਮਾਸਟਰ ਬਲਦੇਵ ਤੇ ਕਹਿ ਲੋ ਕਿ ਜਿਹੜੇ ਵੇਰਕੇ ਵਾਲੇ ਨੌਜਵਾਨ ਸੀ ਤੇ ਹੋਰ ਕ੍ਰਿਸ਼ਨ ਦਵੇ, ਦਰਸ਼ਨ ਸਿੰਘ, ਇਹ ਇੱਕ ਟੀਮ 2-3 ਸਾਲ ਭਾਜੀ ਨਾਲ ਨਿਭੀ। ਫਿਰ 1978 ਚ ਇੱਕ ਹੋਰ ਟੀਮ ਭਾਜੀ ਨਾਲ ਨੌਜਵਾਨਾਂ ਦੀ ਜੁੜਦੀ ਹੈ। ਸੋ ਫਿਰ ਭਾਜੀ ਦੇ ਨਾਲ ਅੱਗੇ ਇਸ ਤਰ੍ਹਾਂ ਟੀਮਾਂ ਵੱਖ-ਵੱਖ ਜੁੜਦੀਆਂ, ਤੇ 1988 ਤੋਂ ਬਾਅਦ ਜਦੋਂ ਭਾਜੀ ਚੰਡੀਗੜ੍ਹ ਚਲੇ ਜਾਂਦੇ ਆ, ਫਿਰ ਇੱਕ ਹੋਰ ਟੀਮ ਡਾਕਟਰ ਸਾਹਿਬ ਸਿੰਘ, ਫਿਰ ਉਸ ਤੋਂ ਬਾਅਦ ਅਨੀਤਾ ਸ਼ਬਦੀਸ਼ ਤੇ ਹੋਰ ਕਈ ਕਲਾਕਾਰ ਜਿਹੜੇ ਭਾਜੀ ਦੇ ਨਾਲ ਉਸ ਪੜਾਅ ਦੇ ਵਿੱਚ ਤੁਰਦੇ ਆ 2011 ਤੱਕ, ਆਖਰੀ ਪੜਾਅ ਤੱਕ ਭਾਜੀ ਦੇ। ਔਰ ਭਾਜੀ ਕਦੀ ਬਿਮਾਰ ਹੁੰਦਿਆਂ ਹੋਇਆਂ ਵੀ ਨਾਟਕ ਤੋਂ ਕਦੀ ਜਿਹੜੇ ਸੀ ਕਿ ਉਹ ਜਿੱਥੇ ਉਹਨਾਂ ਦੀ ਕਮਿਟਮੈਂਟ ਹੈ ਉਹ ਕਦੀ ਰੁਕਦੇ ਨਹੀਂ ਸੀ, ਕਦੀ ਕਿਸੇ ਨਾਲ ਜਿੱਦ ਨਹੀਂ ਸੀ ਕਰਦੇ ਕਿ ਤੁਸੀਂ ਇੰਨੇ ਪੈਸੇ ਦੋਗੇ ਮੈਂ ਤਾਂ ਹੀ ਨਾਟਕ ਕਰਾਂਗਾ। ਭਾਜੀ ਕਹਿੰਦੇ ਸੀ ਵੇਖ ਲਓ ਤੁਹਾਡੇ ਕੋਲ ਕਿੰਨਾ ਕੁ ਫੰਡ ਹੈਗਾ ਤੇ ਤੁਸੀਂ ਇਹ ਸਾਡਾ ਕਿਰਾਇਆ ਹੋਰ ਜੋ ਦੇ ਸਕਦੇ ਹੋ ਦੇ ਦਿਓ। ਤੇ ਉਹ ਸਾਰਾ ਦੌਰ ਮੈਂ ਆਪਣੇ ਅੱਖੀਂ ਦੇਖਿਆ, ਆਪਣੇ ਤਨ ਤੇ ਹੰਡਾਇਆ, ਭਾਜੀ ਦੇ ਨਾਲ ਤੁਰਿਆ ਮੈਂ ਉਹਨਾਂ ਹਜ਼ਾਰਾਂ ਸ਼ੋਜ਼ ਦੇ ਵਿੱਚ। ਔਰ ਉਸ ਤੋਂ ਬਾਅਦ ਦਾ ਵੀ ਸਾਰੇ ਰਿਕਾਰਡ ਜਿਹੜਾ ਕਿ ਉਹ ਮਾਸਟਰ ਤਰਲੋਚਨ ਹੋਰੀ ਵੀ ਖੈਰ ਬਹੁਤ ਬਿਹਤਰ ਜਾਣਦੇ ਆ ਜਿਨ੍ਹਾਂ ਨੇ ਇਹ ਡਾਕੂਮੈਂਟਰੀ ਬਣਾਈ ਹੈ। ਮਾਸਟਰ ਤਰਲੋਚਨ ਹੋਰਾਂ ਦਾ ਵੀ ਜਿਹੜਾ ਨਾਟਕ ਦੇਵਪੁਰਸ਼ ਹੋਰ ਹਾਰ ਗਏ, ਮਾਸਟਰ ਹੋਰੀ ਜ਼ਿਕਰ ਕਰਨਗੇ ਕਿ ਉਹ ਕਿਵੇਂ ਭਾਜੀ ਨੇ ਲਿਖਿਆ ਸੀਗਾ ਉਹ ਜਿਹੜਾ ਤਰਕਸ਼ੀਲ ਲਹਿਰ ਲਈ, ਤੇ ਇਹਨਾਂ ਦੇ ਬਲਕਿ ਗਰੁੱਪ ਦੀ ਸਥਾਪਨਾ ਵੀ ਉਸ ਨਾਟਕ ਤੋਂ ਜਿਹੜੀ ਬਣਦੀ ਹੈ। ਇਹ ਵੀ ਬਹੁਤ ਵੱਡੀ ਗੱਲ ਸੀ ਕਿ ਭਾਜੀ ਕਿਵੇਂ ਕਿਸ ਪੜਾਅ ਦੇ ਵਿੱਚ ਗੁਜ਼ਰ ਰਹੇ ਸੀਗੇ, ਔਰ ਜਿਹੜਾ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ 1978 ਤੋਂ 88 ਤੱਕ ਜਿਸ ਦ੍ਰਿੜਤਾ ਦੇ ਨਾਲ ਹਿੱਟ ਲਿਸਟ ਵਰਗਾ ਨਾਟਕ ਲਿਖਿਆ, ਕੁਰਸੀ ਮੋਰਚਾ ਵਰਗਾ ਨਾਟਕ ਲਿਖਿਆ, ਕਰਫਿਊ ਵਰਗਾ ਨਾਟਕ ਲਿਖਿਆ, ਮੈਂ ਉਗਰਵਾਦੀ ਨਹੀਂ ਲਿਖਿਆ, ਚੰਡੀਗੜ੍ਹ ਪਵਾੜੇ ਦੀ ਜੜ, ਜਦੋਂ ਨਾਟਕ ਚੰਡੀਗੜ੍ਹ ਚ ਹੋ ਰਿਹਾ ਸੀ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਸਾਹਮਣੇ ਬੈਠੇ ਹੋਏ ਸੀਗੇ ਬਰਨਾਲਾ ਸਾਹਿਬ, ਤੇ ਅਸੀਂ ਨਾਟਕ ਸਟੇਜ ਤੇ ਖੇਡ ਰਹੇ ਸੀ ਤੇ ਨਾਟਕ 'ਚ ਲਾਈਨਾਂ ਸੀਗੀਆਂ ਬਰਨਾਲਾ ਦਿਲ ਦਾ ਕਾਲਾ ਮੈਂ ਇਹਦੇ ਨਾਲ ਨਹੀਂ ਜਾਣਾ, ਔਰ ਬਰਨਾਲਾ ਸਾਹਿਬ ਸਾਹਮਣੇ ਬੈਠੇ ਸੀ। ਭਾਜੀ ਨੂੰ ਪਤਾ ਸੀ ਵੀ ਬਰਨਾਲਾ ਸਾਹਿਬ ਦੇਖਣ ਆ ਰਹੇ ਆ, ਪਰ ਭਾਜੀ ਨੇ ਸਾਨੂੰ ਇਹ ਨਹੀਂ ਕਿਹਾ ਕਿ ਇਹਦੇ 'ਚੋਂ ਇਹ ਲਾਈਨਾਂ ਬੋਲਣ ਲੱਗਿਆ ਕੱਟ ਦਿਓ। ਭਾਜੀ ਨੇ ਕਿਹਾ ਉਹ ਦੇਖੇ ਜੋ ਉਹਨੇ ਦੇਖਣਾ, ਪਰ ਅਸੀਂ ਆਪਣੀ ਗੱਲ ਕਹਿਣੀ ਹੈ। ਸੋ ਭਾਜੀ ਕਦੀ ਵੀ ਸਰਕਾਰਾਂ ਕੋਲੋਂ ਨਹੀਂ ਸੀ ਡਰੇ, ਬਲਕਿ ਸਰਕਾਰਾਂ ਭਾਜੀ ਕੋਲੋਂ ਡਰਦੀਆਂ ਰਹੀਆਂ। ਉਹ ਭਾਜੀ ਦੀ ਇਸੇ ਕਰਕੇ ਇਹ ਅੱਜ ਵੀ ਅਗਰ ਪੰਜਾਬ ਦੀ ਕਿੰਨੀਆਂ ਵੀ ਵੱਡੀਆਂ ਪੋਲੀਟੀਕਲ ਜਿਹੜੀਆਂ ਧਿਰਾਂ ਨੇ ਜਾਂ ਕੋਈ ਵੀ ਧਿਰਾਂ ਨੇ, ਅੱਜ ਵੀ ਉਹ ਭਾਜੀ ਦੀ ਉਸੇ ਤਰ੍ਹਾਂ ਇੱਜ਼ਤ ਕਰਦੀਆਂ ਨੇ। ਉਹ ਉਹਨਾਂ ਦੇ ਜਿਹੜੇ ਮੰਤਰੀ ਆ, ਹੁਣ ਸਾਡੀ ਕਿਉਂਕਿ ਬਤੌਰ ਪੰਜਾਬ ਸੰਗੀਤ ਨਾਟਕ ਅਕੈਡਮੀ ਪ੍ਰਧਾਨ ਮੈਨੂੰ ਮਿਲਣ ਦਾ ਮੌਕਾ ਮਿਲਦਾ ਹੈ ਮੰਤਰੀਆਂ ਦੇ ਨਾਲ, ਤੇ ਉਹ ਜਿਹਦੇ ਨਾਲ ਵੀ ਗੁਰਸ਼ਰਨ ਸਿੰਘ ਦੀ ਗੱਲ ਕਰੀਏ ਤਾਂ ਉਹ ਕਹਿਣਗੇ ਵੀ ਕੀ ਬਾਤ ਹੈ, ਉਹ ਬੰਦਾ ਉਹਦੇ ਨਾਲ ਦੀ ਕੌਣ ਰੀਸ ਕਰ ਸਕਦਾ। ਉਹ ਸਾਡੇ ਪਿੰਡ ਵੀ ਆਏ ਸੀ, ਉਹ ਸਾਡੇ ਪਿੰਡ ਵੀ ਆਏ ਸੀ। ਕੋਈ ਇਹ ਨਹੀਂ ਕਹਿੰਦਾ ਕਿਸੇ ਪਿੰਡ ਦੇ ਵਿੱਚ ਗੱਲ ਕਰ ਲਓ ਕਿ ਗੁਰਸ਼ਰਨ ਸਿੰਘ ਸਾਡੇ ਪਿੰਡ ਨਹੀਂ ਸੀ ਆਏ। ਫੋਰਨ ਵਿੱਚ ਚਲੇ ਜਾਓ, ਉੱਥੇ ਕਹਿਣਗੇ ਹਾਂਜੀ ਉਹ ਇੱਕ ਵਾਰੀ ਸਾਡੇ ਪਿੰਡ ਵੀ ਆਏ ਸੀ, ਉਹ ਸਾਡੇ ਸਕੂਲ ਚ ਆਏ ਸੀ। ਸੋ ਭਾਜੀ ਇੱਕ ਵਰਤਾਰੇ ਦਾ ਨਾਂ ਹੈ,
ਭਾਜੀ ਇੱਕ ਮਿਥ ਵਰਗੀ ਚੀਜ਼ ਹੈ, ਭਾਜੀ ਇੱਕ ਲੋਕ ਬਾਤਾਂ ਵਰਗੀ ਚੀਜ਼ ਹੈ। ਭਾਜੀ ਮੈਂ ਸਮਝਦਾ ਕਿ ਸਮਿਆਂ ਦੇ ਵਿੱਚ ਜਿਹੜੀ ਉਹਨੂੰ ਕਿਸੇ ਸਮਿਆਂ 'ਚ ਬੰਨਿਆ ਨਹੀਂ ਜਾ ਸਕਦਾ ਗੁਰਸ਼ਰਨ ਭਾਜੀ ਨੂੰ। ਉਹ ਸਮਿਆਂ ਤੋਂ ਪਾਰ ਦੀ ਹਸਤੀ ਹੈ, ਬਹੁਤ ਪਾਰ ਦੀ। ਇਸੇ ਕਰਕੇ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਅੱਜ ਵੀ ਭਾਜੀ ਨੂੰ ਦੇਖਣਾ, ਮੈਂ ਕਹਿੰਦਾ ਭਾਜੀ ਨੂੰ ਲੱਭੋਗੇ ਕਿੱਥੇ? ਭਾਜੀ ਨੂੰ ਤੁਸੀਂ ਲੱਭਣਾ ਕਿਸੇ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚੋਂ ਨਹੀਂ ਲੱਭੇ ਜਾ ਸਕਦੇ। ਭਾਜੀ ਨੂੰ ਲੱਭਣਾ ਹੋਏਗਾ ਪੰਜਾਬ ਦੇ ਪਿੰਡਾਂ 'ਚੋਂ ਲੱਭੋ, ਭਾਜੀ ਨੂੰ ਲੱਭਣਾ ਹੋਏਗਾ ਪੰਜਾਬੀਅਤ ਦੇ ਵਿੱਚੋਂ ਲੱਭੋ, ਪੰਜਾਬ ਦੇ ਲੋਕਾਂ 'ਚੋਂ ਲੱਭੋ। ਉਹ ਜਿਹੜੇ ਦਿੱਲੀ ਧਰਨਿਆਂ ਤੇ ਬੈਠੇ ਨੇ ਕਿਸਾਨ, ਉਹਨਾਂ ਦੇ ਦਿਲਾਂ 'ਚੋਂ ਲੱਭੋ ਤੁਸੀਂ ਭਾਜੀ ਨੂੰ। ਭਾਜੀ ਨੂੰ ਲੱਭਣਾ ਹੈ, ਉਹਨਾਂ ਨੂੰ ਦਲਿਤਾਂ ਦੇ ਵਿਹੜਿਆਂ 'ਚੋਂ ਲੱਭਣਾ ਪਏਗਾ ਤੁਹਾਨੂੰ। ਭਾਜੀ ਦੇ ਫਿਕਰ ਸੀ ਦਲਿਤਾਂ ਵਾਸਤੇ, ਭਾਜੀ ਦੇ ਜਿਹੜੇ ਫਿਕਰ ਸੀ ਕਿ ਸਮਾਜਿਕ ਬਰਾਬਰਤਾ ਹੋਵੇ, ਕੋਈ ਮਨੁੱਖ ਦੀ ਲੁੱਟ ਨਾ ਕਰ ਸਕੇ। ਇਹ ਭਾਜੀ ਦਾ ਜਿਹੜਾ ਸੀਗਾ ਕਿ ਕੋਈ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਸਾਰਿਆਂ ਲਈ ਬਰਾਬਰ ਦੇ ਐਜੂਕੇਸ਼ਨ ਦੇ ਜਿਹੜੇ ਪੜਾਅ ਨੇ, ਗਰੀਬ ਅਮੀਰ ਦਾ ਇਹਦੇ ਵਿੱਚੋਂ ਪਾੜਾ ਖਤਮ ਹੋਵੇ, ਜ਼ਾਤਾਂ ਪਾਤਾਂ ਦਾ ਪਾੜਾ ਖਤਮ ਹੋਵੇ। ਸੋ ਭਾਜੀ ਅੱਜ ਵੀ ਕਿਸਾਨਾਂ ਦੇ ਵਿੱਚ ਬੈਠੇ ਹੋਏ ਨੇ, ਦਿੱਲੀ ਦੇ ਵਿੱਚ, ਬਾਰਡਰ ਦੇ ਵਿੱਚ, ਉਹਨਾਂ ਦੇ ਦਿਲਾਂ ਦੇ ਵਿੱਚ, ਉਹਨਾਂ ਦੇ ਜਜ਼ਬਿਆਂ ਦੇ ਵਿੱਚ। ਤੇ ਭਾਜੀ ਉਹਨਾਂ ਵਿੱਚ ਵੀ ਨੇ ਜਿਹੜੇ ਉੱਥੇ ਨਾਟਕ ਖੇਡਦੇ ਪਏ ਨੇ। ਜਦੋਂ ਕੋਈ ਕਹਿੰਦਾ ਵਾ, ਸਾਨੂੰ ਸਵਾਲ ਕਰਦਾ ਕਿ ਭਾਜੀ ਨੇ ਇੰਨੇ ਸਾਲ ਨਾਟਕ ਕੀਤਾ, ਕੀ ਸਮਾਜ ਬਦਲਿਆ? ਤੇ ਮੈਂ ਕਹਿੰਦਾ ਵੇਖੋ, ਸਮਾਜ ਬਦਲਿਆ ਏਦਾਂ ਨਜ਼ਰ ਨਹੀਂ ਆਉਂਦਾ। ਸਮਾਜ ਤੁਰਦਾ ਹੈ ਤੇ ਤੁਰਦਾ ਤੁਰਦਾ ਉਹ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਦਾ ਹੈ। ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਭਾਜੀ ਦੇ ਅਰਥ ਕਿੱਥੇ ਪਏ ਹੋਏ ਨੇ, ਗੁਰਸ਼ਰਨ ਸਿੰਘ ਹੋਣ ਦੇ ਅਰਥ ਕੀ ਨੇ, ਇਹ ਸਾਨੂੰ ਲੱਭਣੇ ਪੈਣਗੇ। ਸੋ ਮੈਂ ਸਮਝਦਾ ਬਾਕੀ ਦੋਸਤਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ। ਭਾਜੀ ਬਾਰੇ ਗੱਲਾਂ ਕਦੀ ਮੁੱਕ ਹੀ ਨਹੀਂ ਸਕਦੀਆਂ, ਭਾਜੀ ਬਾਰੇ ਗੱਲਾਂ ਕਦੀ ਰੁਕ ਨਹੀਂ ਸਕਦੀਆਂ, ਭਾਜੀ ਬਾਰੇ ਕਦੀ ਇਤਿਹਾਸ ਮੁੱਕ ਨਹੀਂ ਸਕਦਾ। ਸੋ ਭਾਜੀ ਨੂੰ ਹਰ ਪਲ ਸਲੂਟ ਹੈ। ਭਾਜੀ ਜਦੋਂ ਵੀ ਯਾਦ ਕਰਾਂਗੇ, ਭਾਜੀ ਹੋਰ ਵੱਡੇ ਹੁੰਦੇ ਜਾਣਗੇ। ਭਾਜੀ ਕਦੀ ਛੋਟੇ ਨਹੀਂ ਹੋ ਸਕਦੇ, ਉਹ ਬਹੁਤ ਵੱਡੇ ਨੇ, ਬਹੁਤ ਵੱਡੇ ਨੇ, ਬਹੁਤ ਵੱਡੇ ਨੇ। ਸੋ ਬਹੁਤ ਸ਼ੁਕਰੀਆ ਦੋਸਤੋ, ਭਾਜੀ ਨੂੰ ਬਹੁਤ ਸਲੂਟ, ਭਾਜੀ ਦੀਆਂ ਯਾਦਾਂ ਨੂੰ, ਤੁਹਾਨੂੰ ਸਾਰੇ ਦੋਸਤਾਂ ਨੂੰ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਕੇਵਲ ਧਾਲੀਵਾਲ ਜੀ, ਤੁਸੀਂ ਗੁਰਸ਼ਰਨ ਭਾਜੀ ਬਾਰੇ, ਉਹਨਾਂ ਨੂੰ ਜਨ ਮਾਨਸ ਦਾ ਨਾਟਕਕਾਰ ਕਿਹਾ। ਭਾਜੀ ਇੱਕ ਵਰਤਾਰਾ ਸੀ, ਸਮੇਂ ਤੋਂ ਪਾਰ ਦੀ ਹਸਤੀ ਸੀ। ਉਹ ਦਿੱਲੀ ਦੀਆਂ ਬਰੂਹਾਂ ਤੱਕ ਕਿਸਾਨ ਮੋਰਚੇ ਵਿੱਚ ਵੀ ਉਹ ਨਜ਼ਰ ਆਉਂਦੇ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੀ ਗੱਲ ਰਾਹੀਂ ਸਾਡੇ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਅਗਲੇ ਵਕਤਾ ਡਾਕਟਰ ਸਾਹਿਬ ਸਿੰਘ ਹੋਣਗੇ। ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ, ਮੈਂ ਡਾਕਟਰ ਸਾਹਿਬ ਸਿੰਘ ਬਾਰੇ ਕੁਝ ਗੱਲਾਂ ਜ਼ਰੂਰ ਕਰਨੀਆਂ ਚਾਹਾਂਗਾ। ਡਾਕਟਰ ਸਾਹਿਬ ਸਿੰਘ ਭਾਸ਼ਾ ਵਿਭਾਗ ਪੰਜਾਬ ਤੋਂ ਸ਼੍ਰੋਮਣੀ ਨਾਟਕਕਾਰ ਅਵਾਰਡ, ਪੰਜਾਬੀ ਅਕੈਡਮੀ ਦਿੱਲੀ ਤੋਂ ਸਰਵੋਤਮ ਨਾਟਕਕਾਰ ਅਵਾਰਡ, ਅੰਤਰਰਾਸ਼ਟਰੀ ਅਵਾਰਡ ਯਾਪਾ। डॉक्टर साहब मेरी आवाज आ रही? हाँ जी आ रही है जी, आ रही है। डॉक्टर साहब मेरी आवाज आ रही? सेकंड आ रही है सर, आ रही है। बेनती है कि तुसी पहला मास्टर जी ਨੂੰ ਬੁਲਾ ਦਿਓ, ਮੈਂ ਫਿਰ ਬੋਲਦਾ, ਮੈਨੂੰ 10 ਮਿੰਟ ਦਾ ਰੁਝੇਵਾਂ ਹੈ। ਪਹਿਲਾਂ ਮਾਸਟਰ ਜੀ ਨੂੰ ਬੁਲਾ ਦਾਂ? ਠੀਕ ਹੈ ਜੀ, ਜੀ 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 ਜੀ, ਉਸ ਤੋਂ ਬਾਅਦ 10 ਮਿੰਟ ਬਾਅਦ ਮੈਂ ਫ੍ਰੀ ਹੋ ਜਾਣਾ। ਠੀਕ ਹੈ ਜੀ, ਠੀਕ ਹੈ ਜੀ। ਹਾਂ, ਜਿਵੇਂ ਡਾਕਟਰ ਸਾਹਿਬ ਸਿੰਘ ਨੇ ਬੇਨਤੀ ਕੀਤੀ ਹੈ ਕਿ ਅਗਲੇ ਸਪੀਕਰ ਸਾਡੇ ਕੋਲ ਮਾਸਟਰ ਤਰਲੋਚਨ ਸਿੰਘ ਜੀ ਹੈ। ਹਾਂ, ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਸਿੰਘ ਸਾਡੇ ਨਾਲ ਆਪਣੀ ਗੱਲ ਕਰਨਗੇ। ਮਾਸਟਰ ਤਰਲੋਚਨ ਸਿੰਘ ਜੀ, ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਜੀ, ਠੀਕ ਹੈ ਸਰ। ਮਾਸਟਰ ਤਰਲੋਚਨ ਸਿੰਘ ਨੂੰ ਮੈਂ ਇਸ ਤੋਂ ਪਹਿਲਾਂ ਕਿ ਬੇਨਤੀ ਕਰਾਂ, ਉਹਨਾਂ ਬਾਰੇ ਵੀ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ ਕਿ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੇ ਨਾਮ ਨਾਲ ਉਹ ਜਾਣੇ ਜਾਂਦੇ ਹੈ। ਆਪ ਜੀ ਇੱਕ ਕਾਬਲ ਲੇਖਕ, ਆਲੋਚਕ, ਗੀਤਕਾਰ, ਨਾਟਕਕਾਰ ਅਤੇ ਰੰਗਮੰਚੀ ਹਨ। ਆਪ ਜੀ ਨੇ 1979 ਵਿੱਚ ਲੋਕ ਕਲਾ ਮੰਚ ਮਾਛੀਵਾੜਾ ਦੀ ਸਥਾਪਨਾ ਕੀਤੀ। 1997 ਵਿੱਚ ਕੈਨੇਡਾ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਰੰਗਮੰਚੀ ਪੇਸ਼ਕਾਰੀਆਂ ਲਈ 3 ਮਹੀਨੇ ਦਾ ਟੂਰ ਲਗਾਇਆ, ਜਿੱਥੇ ਕਿ ਉਹਨਾਂ ਦੇ ਨਿਰਦੇਸ਼ਨ ਹੇਠਾਂ ਪੇਸ਼ ਕੀਤੇ ਗਏ ਨਾਟਕਾਂ ਨੂੰ ਬਹੁਤ ਸਰਾਹਿਆ ਗਿਆ। ਆਪ ਜੀ ਦੀ ਭਾਜੀ ਗੁਰਸ਼ਰਨ ਸਿੰਘ ਉੱਤੇ ਡਾਕੂਮੈਂਟਰੀ ਫਿਲਮ ਸਦਾ ਸਫਰ ਉੱਤੇ, ਜਿਹੜੀ ਕਿ ਅਸੀਂ ਹੁਣੇ ਹੀ ਦੇਖੀ ਹੈ, ਬਹੁਤ ਪ੍ਰਸਿੱਧ ਹੈ।
ਸਾਲ 2014 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਪ੍ਰਾਪਤ ਮਾਸਟਰ ਤਰਲੋਚਨ ਸਿੰਘ ਸਮਰਾਲਾ ਸਾਹਿਤਿਕ ਮੈਗਜ਼ੀਨ ਸਰਦਲ, ਬਾਲ ਸਾਹਿਤਿਕ ਮੈਗਜ਼ੀਨ ਆਲੇ ਭੋਲੇ ਅਤੇ ਮੁਲਾਜ਼ਮ ਜਥੇਬੰਦੀ DEF ਦੇ ਮੈਗਜ਼ੀਨ ਮੁਲਾਜ਼ਮ ਘੋਲ ਦੇ ਸੰਪਾਦਕ ਰਹੇ ਹਨ। ਆਦਮਖੋਰ ਤੇ ਹੋਰ ਨਾਟਕ ਸਾਂਝਾ ਵਿਹੜਾ ਅਤੇ 60-37 ਤੇ ਹੋਰ ਨਾਟਕ ਆਪ ਜੀ ਦੇ ਪ੍ਰਸਿੱਧ ਨਾਟਕ ਸੰਗ੍ਰਹਿ ਹਨ। ਆਪ ਜੀ ਦੀ ਕਾਵਿ ਪੁਸਤਕ ਚੀਕ, ਆਲੋਚਨਾਤਮਕ ਨਿਬੰਧਾਂ ਦੀ ਪੁਸਤਕ ਲਹਿਰਾਂ ਦੇ ਨਾਲ ਤੁਰਦਿਆਂ ਅਤੇ ਬਾਲ ਗੀਤਾਂ ਦੀ ਰਚਨਾ ਜੁਗਨੂ ਤਾਂ ਮੇਰਾ ਆੜੀ ਹੈ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹੁਣ ਮੇਰੀ ਗੁਜ਼ਾਰਿਸ਼ ਹੈ ਮਾਸਟਰ ਤਰਲੋਚਨ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਕਰਨ। ਮਾਸਟਰ ਤਰਲੋਚਨ ਸਿੰਘ ਜੀ ਪਲੀਜ਼। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ GGN ਖਾਲਸਾ ਕਾਲਜ ਦੇ ਬਹੁਤ ਹੀ ਸਤਿਕਾਰਤ SP ਸਿੰਘ ਜੀ, ਡਾਕਟਰ ਗੁਰਪ੍ਰੀਤ ਜੀ ਤੇ ਹੋਰ ਸਾਰੀ ਮੈਨੇਜਮੈਂਟ ਦਾ, ਇਸ ਲਈ ਕਿ ਮੇਰਾ ਧੰਨਵਾਦ ਦੋਹਰਾ ਹੋ ਜਾਏਗਾ। ਇੱਕ ਤਾਂ ਇਸ ਵੈਬੀਨਾਰ ਦੇ ਵਿੱਚ ਹਿੱਸਾ ਲੈਣ ਲਈ ਬੁਲਾਉਣ ਦਾ, ਦੂਸਰਾ ਜਿਹੜੀ ਡਾਕੂਮੈਂਟਰੀ ਹੈ ਉਹਨੂੰ ਸਾਰੇ ਸਾਡੇ ਬਹੁਤ ਸੂਝਵਾਨ ਲੋਕਾਂ ਦੇ ਨਾਲ ਸਾਂਝੀ ਕਰਨ ਦਾ। ਇਹ ਡਾਕੂਮੈਂਟਰੀ ਇੱਕ ਵੱਡੀ ਡਾਕੂਮੈਂਟਰੀ ਦਾ ਬੜਾ ਛੋਟਾ ਬਰੀਫ ਰੂਪ ਹੈ, ਸੋ ਉਹ ਵੀ ਕਿਤੇ ਵੱਡੀ ਵੀ ਗੱਲ ਹੋਏਗੀ। ਕੁਝ ਚੀਜ਼ਾਂ ਚੋਂ ਐਡਿਟ ਕਰਕੇ ਸਪੈਸ਼ਲੀ ਅੱਜ ਦੇ ਵੈਬੀਨਾਰ ਦੇ ਪੁਆਇੰਟ ਆਫ ਵਿਊ ਤੋਂ ਇਹਨੂੰ ਐਡਿਟ ਕੀਤਾ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਦੂਸਰੀ ਗੱਲ, ਉਹ ਜਿੱਥੋਂ ਕੇਵਲ ਹੋਰਾਂ ਨੇ ਗੱਲ ਛੱਡੀ ਹੈ ਉੱਥੋਂ ਹੀ ਗੱਲ ਅੱਗੇ ਸ਼ੁਰੂ ਹੋ ਜਾਂਦੀ ਹੈ ਕਿ ਗੁਰਸ਼ਰਨ ਸਿੰਘ ਬਾਰੇ ਗੱਲਾਂ ਨਾ ਮੁੱਕੀਆਂ ਨੇ ਕਦੇ ਤੇ ਨਾ ਮੁੱਕੜੀਆਂ ਨੇ। ਉਹਦਾ ਕਾਰਨ ਕੀ ਹੈ ਕਿ ਕੋਈ ਵੱਡਾ ਬੰਦਾ ਇੱਕ ਵੈਬੀਨਾਰ ਦੇ ਵਿੱਚ ਸਾਰੀ ਗੱਲਬਾਤ ਉਹਨਾਂ ਦੇ ਬਾਰੇ ਸਮੇਟਣੀ ਕਰਨੀ, ਇਹ ਇੰਨਾ ਸਿੱਧਾ ਕੰਮ ਵੀ ਨਹੀਂ ਹੁੰਦਾ। ਫਿਰ ਵੀ ਕੇਵਲ ਹੋਰਾਂ ਤੋਂ ਬਾਅਦ ਮੈਂ ਜੇ ਗੱਲ ਕਰਾਂ ਕਿ ਕੁਝ ਚੀਜ਼ਾਂ ਮੈਂ ਪੁਆਇੰਟ ਵਾਈਜ਼ ਤੁਹਾਡੇ ਧਿਆਨ 'ਚ ਵੀ ਲਿਆਵਾਂਗਾ ਤੇ ਮੇਰਾ ਖਿਆਲ ਹੈ ਕਿ ਇਹ ਨੋਟ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਕਿ ਗੁਰਸ਼ਰਨ ਸਿੰਘ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕੋਈ ਬੰਦਾ ਚਲਿਆ ਜਾਂਦਾ, ਉਸ ਤੋਂ ਬਾਅਦ ਉਹਦਾ ਜੋ ਪਿੱਛੇ ਰਹਿ ਜਾਂਦਾ ਹੈ ਉਹ ਸਾਡੇ ਲਈ ਰਾਹ ਦਰਸਾਵਾ ਹੁੰਦਾ ਹੈ। ਗੁਰਸ਼ਰਨ ਸਿੰਘ ਸਾਰੀ ਜ਼ਿੰਦਗੀ ਨਹੀਂ ਟਿਕੇ, ਆਪਣੇ ਵੱਲੋਂ ਜੋ ਹੋ ਸਕਦਾ ਸੀ, ਜਿਵੇਂ ਹੋ ਸਕਦਾ ਸੀਗਾ ਉਹ ਕਰਦੇ ਰਹੇ, ਪਰ ਉਹਨਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਮੁੜ ਕੇ ਨਵਿਆਉਣ ਦੀ ਲੋੜ ਕਿਉਂ ਹੈ? ਕੇਵਲ ਗੱਲ ਕਰਕੇ ਗਏ ਸੀਗੇ ਕਿ ਉਹਨਾਂ ਦਾ ਅਸੀਂ ਮਨਾਉਂਦੇ ਹੁੰਦੇ ਆ 27 ਸਤੰਬਰ ਨੂੰ ਕੇਵਲ ਧਾਲੀਵਾਲ ਜੀ ਨੇ ਇਹ ਨਾਮ ਦਿੱਤਾ ਸੀ ਇਨਕਲਾਬੀ ਰੰਗਮੰਚ ਦਿਹਾੜਾ, ਤੇ ਇਸ ਵਾਰ ਦਾ ਇਨਕਲਾਬੀ ਰੰਗਮੰਚ ਦਿਹਾੜਾ ਜਿਹੜਾ ਹੈਗਾ ਉਹ ਦਿੱਲੀ ਦੇ ਉਹਨਾਂ ਬਾਰਡਰਾਂ ਤੇ ਮਨਾਇਆ ਜਾਣਾ। ਗੁਰਸ਼ਰਨ ਸਿੰਘ ਉਹਨਾਂ ਬਾਰਡਰਾਂ ਦੇ ਵਿੱਚ ਮੁੜ ਜਿਉਂਦਾ ਹੋਣਾ, ਅੱਜ ਵੀ ਧੜਕਦਾ ਹੈ। ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਲਈ ਸਾਂਭਣ ਵਾਲੀਆਂ ਨੇ ਕਿ ਕੋਈ ਬੰਦਾ ਇੰਨਾ ਪਾਪੂਲਰ ਇੰਨਾ ਲੋਕਾਂ ਦੇ ਮਨਾਂ 'ਚ ਕਿਵੇਂ ਉਤਰ ਜਾਂਦਾ ਹੈ। ਮੈਂ ਇਹ ਵੀ ਗੱਲ ਕਰੂੰਗਾ ਕਿ ਗੁਰਸ਼ਰਨ ਸਿੰਘ ਦੇ ਡਾਕੂਮੈਂਟਰੀ 'ਚ ਜਿਹੜਾ ਥੋੜਾ ਸ਼ੋਅ ਹੈ, ਪਰ ਗੁਰਸ਼ਰਨ ਸਿੰਘ ਦਾ ਪਰਿਵਾਰ ਜਿਹੜਾ ਹੈ ਉਹ ਕਾਫੀ ਪੜ੍ਹਿਆ ਲਿਖਿਆ ਵੀ ਸੀ, ਜਿਹਨੂੰ ਸਮਾਜਿਕ ਮਿਆਰ ਦੇ ਹਿਸਾਬ ਨਾਲ ਜੇ ਖਾਂਦਾ ਪੀਂਦਾ ਪਰਿਵਾਰ ਵੀ ਕਹਿ ਲਈਏ ਤਾਂ ਕੋਈ ਗਲਤ ਨਹੀਂ ਹੋਊਗਾ। ਉਹਨਾਂ ਦੇ ਦਾਦਾ ਜੀ ਜਿਹੜੇ ਸੀਗੇ ਉਹ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਲਜ ਜਿਹੜਾ ਸੀਗਾ ਉਹਦੇ ਵਾਈਸ ਪ੍ਰਿੰਸੀਪਲ ਨੇ। ਪਿਤਾ ਜੀ ਮੁਲਤਾਨ ਜ਼ਿਲ੍ਹਾ, ਮੁਲਤਾਨ ਕਿੱਡਾ ਜ਼ਿਲ੍ਹਾ ਹੋਊਗਾ ਤੁਸੀਂ ਇਮੇਜਿਨ ਕਰ ਸਕਦੇ ਹੋ, ਮੁਲਤਾਨ ਜ਼ਿਲ੍ਹੇ ਦੇ ਉਹ ਜਿਹੜੇ ਨੇ ਹੈਲਥ ਦੇ ਸਭ ਤੋਂ ਵੱਡੇ ਅਫੀਸਰ ਨੇ। ਤੇ ਉਸ ਪਰਿਵਾਰ ਦੇ ਵਿੱਚ ਗੁਰਸ਼ਰਨ ਸਿੰਘ ਪੈਦਾ ਹੋ ਕੇ ਆਮ ਕਮੀਆਂ ਦੀ, ਆਮ ਲੋਕਾਂ ਦੀ, ਲਤਾੜੇ ਜਾਂਦੇ ਲੋਕਾਂ ਦੀ ਆਵਾਜ਼ ਬਣਦੇ ਨੇ। ਤਾਂ ਇਹਨੂੰ ਮੈਂ ਇਸ ਪੁਆਇੰਟ ਤੋਂ ਵੀ ਦੇਖਦਾ ਹਾਂ ਕਿ ਚਲੋ ਪ੍ਰੀਤ ਲੜੀ ਪੜ੍ਹਨ ਦਾ ਇੱਕ ਪਰਿਵਾਰ ਦੇ ਵਿੱਚ ਰਿਵਾਜ ਸੀਗਾ ਜਾਂ ਇੱਕ ਪਰਿਵਾਰ 'ਚ ਮਾਹੌਲ ਸੀ, ਪਰ ਬਹੁਤ ਜ਼ਿਆਦਾ ਮਾਹੌਲ ਨਹੀਂ ਸੀ। ਬਾਕੀ ਪਰਿਵਾਰ ਦੇ ਕੁਝ ਜੀ ਆਪਣੇ ਆਪਣੇ ਤਰੀਕੇ ਨਾਲ ਡਿਵੈਲਪ ਕਰਦੇ ਨੇ। ਗੁਰਸ਼ਰਨ ਸਿੰਘ ਨੇ ਜਿਹੜੇ
ਉਹ ਇਸ ਧਾਰਾ ਦੇ ਬਣ ਜਾਂਦੇ ਨੇ। ਤੇ ਮੈਂ ਉਹਨਾਂ ਦੇ ਨਾਲ ਵਿਚਰਦਿਆਂ ਇਹ ਦੇਖਿਆ ਕਿ ਉਹ ਜਿੰਨੀ ਡਾਊਨ ਟੂ ਅਰਥ ਗੁਰਸ਼ਰਨ ਸਿੰਘ ਹੋ ਕੇ ਚੱਲੇ ਹੈ। ਨਾਰਮਲੀ ਤਾਂ 29 ਦਾ ਜਨਮ ਆ ਉਹਨਾਂ ਦਾ, ਜੇ ਆਪਾਂ ਦੇਖੀਏ ਕਿ ਉਸ ਸਮੇਂ ਦੇ ਵਿੱਚ ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਦੇ ਵਿੱਚ ਪੈਦਾ ਹੋਣ ਵਾਲੇ ਮੁੰਡੇ ਦੇ ਵਿੱਚ ਹੋਰ ਬਹੁਤ ਸਾਰੀਆਂ ਇੱਲਤਾਂ ਹੋਣ ਦੀ ਸੰਭਾਵਨਾ ਹੁੰਦੀ ਹੈ, ਪਰ ਗੁਰਸ਼ਰਨ ਸਿੰਘ ਇੱਕ ਆਮ ਗਰੀਬ ਘਰ ਦੇ ਵਿੱਚ, ਆਮ ਗਰੀਬ ਲੋਕਾਂ ਦੇ ਵਿੱਚ ਬੱਸਾਂ ਤੇ, ਮੈਂ ਉਹਨਾਂ ਨੂੰ ਸਾਈਕਲਾਂ ਤੇ ਵੀ ਅਸੀਂ ਇਕੱਠਿਆਂ ਸਫ਼ਰ ਕੀਤਾ। ਮੈਨੂੰ ਲੱਗਦਾ ਹੈ ਕਿ ਇਹਨੂੰ ਸਾਨੂੰ ਸਮਝਣ ਦੀ ਲੋੜ ਹੈ। ਸਾਡੇ ਕੋਲ ਥੋੜਾ ਜਿਹਾ ਕੋਈ ਪਾਪੂਲਰਿਟੀ ਆਉਂਦੀ ਹੈ, ਸਾਡੇ ਕੋਲ ਥੋੜਾ ਜਿਹਾ ਵਿੱਤੀ ਥੋੜਾ ਸੌਖੀ ਹੋ ਜਾਂਦੀ ਹੈ ਹਾਲਤ, ਤੇ ਅਸੀਂ ਬਹੁਤ ਵਾਰ ਉਹ ਨਹੀਂ ਰਹਿੰਦੇ ਜੋ ਅਸੀਂ ਪਹਿਲਾਂ ਹੁੰਦੇ ਹਾਂ। ਇਹਨੂੰ ਜੇ ਸਿਧਾਂਤਕ ਭਾਸ਼ਾ ਜੀ ਕਹਿ ਲਈਏ ਤਾਂ ਇਹਨੂੰ ਡੀ ਕਲਾਸ ਹੋਣਾ ਕਹਿੰਦੇ ਆ। ਮੈਨੂੰ ਲੱਗਦਾ ਕਿ ਬਹੁਤ ਲੋਕ ਨੇ, ਹਜ਼ਾਰਾਂ ਦੀ ਗਿਣਤੀ ਚ ਨੇ, ਜਿਨ੍ਹਾਂ ਕੋਲ ਬੌਧਿਕ ਪ੍ਰਤਿਭਾ ਹੋਊਗੀ, ਜਿਨ੍ਹਾਂ ਕੋਲ ਸਭ ਕੁਝ ਹੋਊਗਾ, ਪਰ ਉਹ ਆਪਣੇ ਆਪ ਨੂੰ ਉਸ ਜਮਾਤ ਦੇ ਹਾਣ ਦਾ ਨਹੀਂ ਕਰ ਸਕੇ ਜਿਹੜੀ ਜਮਾਤ ਦੀ ਉਹ ਗੱਲ ਕਰਦੇ ਨੇ। ਮੈਨੂੰ ਇਹ ਗੁਰਸ਼ਰਨ ਸਿੰਘ ਹੋਰਾਂ ਦਾ ਪੱਖ, ਉਹਨਾਂ ਦੀ ਇਹ ਫੀਚਰ, ਉਹਨਾਂ ਦਾ ਇਹ ਐਂਗਲ ਬਹੁਤ ਪ੍ਰਭਾਵਿਤ ਕਰਦਾ ਹੈ ਕਿ ਕਿਵੇਂ ਲੋਕਾਂ ਦੇ ਨਾਲ, ਲੋਕਾਂ ਵਰਗੇ ਹੋ ਕੇ ਜਿਉਂਦਾ ਹੁੰਦਾ ਹੈ। ਗੁਰਸ਼ਰਨ ਤੋਂ ਸਿੱਖਣਾ ਬਣਦਾ ਹੈ। ਇੱਕ ਇਹ ਸੀਗੀ ਕਿ ਉਹਨਾਂ ਨੇ ਬੜਾ ਐਲਾਨਤਾ ਸੀ ਕਿ ਮੈਂ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਾਂ। ਬਿਲਕੁਲ ਪ੍ਰਭਾਵਿਤ ਸੀ, ਪਰ ਮੈਂ ਨੋਟ ਕਰਦਾ ਆਪਣੇ ਅਨੁਭਵ ਦੇ ਵਿੱਚੋਂ, ਸ਼ਾਇਦ ਕਿ ਕਿਤੇ ਲਿਖਿਆ ਜਾਂ ਨਹੀਂ ਲਿਖਿਆ, ਪਰ ਮੈਂ ਆਪਣੇ ਅਨੁਭਵ ਦੇ ਵਿੱਚੋਂ ਇਹ ਮਹਿਸੂਸ ਕਰਦਾ ਕਿ ਗੁਰਸ਼ਰਨ ਸਿੰਘ ਹੋਰਾਂ ਨੇ ਆਪਣੀ ਉਹ ਸਿਆਸੀ ਕਮਿਟਮੈਂਟ ਨੂੰ ਆਪਣੀ ਕਲਾ ਦੀ ਕਮਿਟਮੈਂਟ ਦੇ ਉੱਤੇ ਭਾਰੂ ਨਹੀਂ ਪੈਣ ਦਿੱਤਾ। ਕਲਾ ਦੀ ਕਮਿਟਮੈਂਟ ਜੇ ਉਹ ਇੱਥੇ ਹੈ ਤੇ ਕਲਾ ਦੀ ਕਮਿਟਮੈਂਟ ਉੱਚੀ ਰਹੀ ਹੈ। ਉਹਨਾਂ ਨੇ ਵਿਚਾਰਧਾਰਾ, ਚਾਹੇ ਉਹ ਆਈ ਵੀ ਸੀ ਗੱਲ ਕਿ ਕਈ ਲੋਕਾਂ ਨੂੰ ਲੱਗਦਾ ਸੀਗਾ ਕਿ ਗੁਰਸ਼ਰਨ ਸਿੰਘ ਨਾਟਕਕਾਰ ਉੱਡਾ ਨਾਟਕਕਾਰ ਨਹੀਂ ਹੈ ਜਿੱਡਾ ਫਲਾਣਾ ਹੈ, ਤੇ ਮੈਂ ਉਹਨਾਂ ਸਾਰਿਆਂ ਨੂੰ ਗੋਡਿਆਂ ਭਰਨੇ ਹੋ ਕੇ ਪ੍ਰਣਾਮ ਕਰਦਿਆਂ ਨੂੰ ਵੀ ਦੇਖਿਆ। ਤੇ ਗੁਰਸ਼ਰਨ ਸਿੰਘ ਹੋਰਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਾਟਕ ਨੂੰ, ਕਲਾ ਨੂੰ, ਸਾਹਿਤ ਨੂੰ, ਫਿਲਮ ਨੂੰ, ਉਹਨਾਂ ਨੇ ਇਹਨੂੰ ਬਹੁਤ ਆਪਣੀ ਜਗ੍ਹਾ ਮਹੱਤਤਾ ਦਿੱਤੀ ਹੈ, ਬਜਾਏ ਕਿ ਇੱਕ ਪੋਲੀਟੀਕਲ ਢੰਡੋਰਚੀ ਹੋਣ ਤੋਂ, ਜਦ ਕਿ ਬਹੁਤ ਸਾਰੇ ਬੰਦੇ ਨਹੀਂ ਰੱਖ ਪਾ ਰਹੇ। ਅੱਜ ਵੀ ਅਸੀਂ ਇਹ ਦੇਖਦੇ ਹਾਂ। ਇੱਕ ਮੈਨੂੰ ਹੋਰ ਲੱਗਦੀ ਹੈ ਕਿ ਉਹਨਾਂ ਦਾ ਆਪਣਾ ਪਰਿਵਾਰ ਵੀ, ਜਾਂ ਅਸੀਂ ਜਿਹੜਾ ਇੱਕ ਵੱਡਾ ਪਰਿਵਾਰ ਸੀਗਾ, ਉਹ ਸਾਰਿਆਂ ਨੂੰ ਬੜਾ ਕਲਾ ਵੀ, ਵਿਚਾਰਧਾਰਾ ਵੀ, ਤੇ ਨਾਲ ਦੀ ਨਾਲ ਪਰਿਵਾਰਕ ਜਿਹੜਾ ਸਿਸਟਮ ਹੈ ਉਹਨੂੰ ਕਿਵੇਂ ਮੈਨੇਜ ਕਰਦੇ ਨੇ। ਇੱਕ ਤਾਂ ਉਹ ਕੇਬਲ ਭਾਜੀ ਹੋਰਾਂ ਨੇ ਗੱਲ ਕਰੀ ਸੀਗੀ ਕਿ ਗੁਰਸ਼ਰਨ ਭਾਜੀ ਮੈਨੇਜ ਬਹੁਤ ਵਧੀਆ ਕਰ ਲੈਂਦੇ ਸੀਗੇ। ਉਹ ਸੱਚ ਮੈਨੇਜਰ ਕਹਿ ਲਓ ਜਾਂ ਇੱਕ ਟੈਕਨੀਕਲ ਬੰਦੇ ਸੀਗੇ, ਪਰ ਉਹਨਾਂ ਨੇ ਸਾਡੇ ਦੁੱਖ ਸੁੱਖ ਸਾਰਿਆਂ ਦੇ, ਮੇਰੇ ਪਰਿਵਾਰਕ ਦੁੱਖ ਸੁੱਖ ਵੀ ਹੋਣਗੇ, ਉਹ ਵੀ ਉਹ ਸੁਣਦੇ ਨੇ। ਅਨੀਤਾ ਦਾ ਕੋਈ ਦੁੱਖ ਹੋਏਗਾ, ਕੇਵਲ ਦਾ ਹੋਏਗਾ, ਕਿਸੇ ਹੋਰ ਦਾ ਹੋਏਗਾ, ਉਹ ਆਪਣਾ ਪਰਿਵਾਰ ਵੀ ਚਲਾ ਰਹੇ ਨੇ। ਪਲੱਸ ਕੀ ਹੈ ਕਿ ਉਹ ਨਾਲ ਦੀ ਨਾਲ ਕੰਮ ਕਰੀ ਜਾਂਦੇ, ਨਾਲ ਦੀ ਨਾਲ ਵਿਚਾਰਧਾਰਾ ਤੇ ਗੱਲ ਕਰਦੇ ਨੇ। ਛੋਟੀਆਂ ਜਿਹੀਆਂ 1-2 ਪੁਆਇੰਟ ਸੀ ਨਿੱਕੇ ਨਿੱਕੇ। ਉਹ ਇਹ ਸੀਗਾ ਕਿ ਉਹ ਬਜਾਤੇ ਖੁਦ ਐਕਟਰ ਬਹੁਤ ਵੱਡੇ ਸੀ, ਥੀਏਟਰ ਦੇ ਵਿੱਚ ਵੀ ਬਹੁਤ ਵੱਡੀ ਉਹਨਾਂ ਦੀ ਆਵਾਜ਼ ਦੀ ਰੇਂਜ ਵਰਗੀ ਰੇਂਜ ਮੈਂ ਤਾਂ ਨਹੀਂ ਅੱਜ ਤੱਕ ਦੇਖੀ। ਇੰਨੇ 40-45 ਸਾਲ ਮੈਨੂੰ ਵੀ ਥੀਏਟਰ ਕਰਦੇ ਨੂੰ ਹੋ ਗਏ ਆ। ਉਹਨਾਂ ਦੀਆਂ ਫਿਲਮਾਂ ਦੇ ਵਿੱਚ ਬਹੁਤ ਵੱਡਾ, ਚਾਹੇ ਮਨਜੀਤ ਤੇ ਜਗਜੀਤ ਹੈ, ਦੂਜੀਆਂ ਤੀਜੀਆਂ, ਉਹ ਸਾਰੀਆਂ, ਜਾਂ ਭਾਈ ਮੰਨਾ ਸਿੰਘ ਹੈ, ਲੋਕਾਂ ਦੇ ਮਨਾਂ 'ਚ ਵਸੇ ਹੈ। ਇੱਕ ਪੁਆਇੰਟ ਸੀਗਾ ਕਿ ਆਮ ਕਰਕੇ ਡਾਕਟਰ ਸਾਹਿਬ ਕਿਹਾ ਜਾਂਦਾ ਕਿ ਵੱਡੇ ਰੁੱਖ ਦੇ ਹੇਠਾਂ ਜੀ ਹੋਰ ਰੁੱਖ ਨਹੀਂ ਪੈਦਾ ਹੁੰਦੇ। ਗੁਰਸ਼ਰਨ ਸਿੰਘ ਵੱਡਾ ਰੁੱਖ ਸੀ, ਪਰ ਪਲਸ ਮੰਚ, ਉਹਦੇ ਨਾਲ ਜੁੜੀਆਂ ਟੀਮਾਂ, ਕੇਵਲ ਧਾਲੀਵਾਲ ਜੀ, ਸਾਹਿਬ ਸਿੰਘ, ਇਕੱਤਰ, ਤਰਲੋਚਨ ਸਿੰਘ, ਬਹੁਤ ਸਾਰੇ ਲੋਕ ਨੇ, 1 2 4 5 7 ਨਹੀਂ, ਹਜ਼ਾਰਾਂ ਦੀ ਗਿਣਤੀ 'ਚ ਲੋਕ ਨੇ ਜਿਹੜੇ ਉਹਨਾਂ ਦੇ ਛਾਂ ਦੇ ਹੇਠਾਂ ਪੜਦੇ ਨੇ, ਪਰ ਆਪਣੇ ਆਪ ਦੇ ਵਿੱਚ ਉਹ ਰੁੱਖ ਬਣਦੇ ਹੈ। ਸੋ ਗੁਰਸ਼ਰਨ ਸਿੰਘ ਹੋਰਾਂ ਦੀ ਇੱਕ ਛੋਟੀ ਜਿਹੀ ਗੱਲ ਕਿ ਉਹਨਾਂ ਨੂੰ ਇੰਨੀ ਸੋਝੀ ਸੀਗੀ ਕਿ ਇਤਿਹਾਸ ਨੂੰ ਮੁੜ ਪਰਿਭਾਸ਼ਿਤ ਕਿਵੇਂ ਕਰਨਾ।
ਇਤਿਹਾਸ ਨੂੰ ਐਜ਼ ਇਟ ਇਜ਼ ਅਗਰ ਅਸੀਂ ਪੇਸ਼ ਕਰਦੇ ਹਾਂ ਤਾਂ ਬਹੁਤ ਵਾਰਾਂ ਗਲਤ ਜਗ੍ਹਾ ਤੇ ਪਹੁੰਚਣ ਦੇ ਜਿਹੜੇ ਸਕੋਪ ਬਣੇ ਰਹਿੰਦੇ ਨੇ। ਗੁਰਸ਼ਰਨ ਸਿੰਘ ਹੋਰਾਂ ਦੀ ਅੱਖ ਇੰਨੀ ਤੇਜ਼ ਸੀਗੀ, ਉਹਨਾਂ ਨੇ ਜਿੰਨੇ ਵੀ ਇਤਿਹਾਸ ਨਾਲ ਸੰਬੰਧਿਤ ਨਾਟਕ ਲਿਖੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਇਤਿਹਾਸ ਨੂੰ ਮੁੜ ਪਰਿਭਾਸ਼ਿਤ ਕੀਤਾ, ਚਾਹੇ ਉਹ ਦੁੱਲਾ ਭੱਟੀ ਦੀ ਕਹਾਣੀ ਹੈ, ਚਾਹੇ ਉਹ ਗੁਰੂ ਸਾਹਿਬਾਨ ਦਾ ਇਤਿਹਾਸ ਹੈ। ਉਹ ਕਦੇ ਵੀ ਇਹ ਲੀਕ ਖਿੱਚ ਕੇ ਨਹੀਂ, ਸਗੋਂ ਮੁੜ ਪਰਿਭਾਸ਼ਿਤ ਕਰਨ ਦੇ ਚੱਕਰ 'ਚ ਰਹੇ ਨੇ। ਜਿਹੜਾ ਇਹ ਸੀਗਾ ਕਿ ਦੇਵ ਪੁਰਸ਼ ਵਰਗੇ ਨਾਟਕ ਦੀ ਉਹਨਾਂ ਨੇ ਗੱਲ ਕੀਤੀ। ਦੇਵ ਪੁਰਸ਼ ਵਰਗੇ ਨਾਟਕ ਨੇ, ਮੈਂ ਇਸ ਕਰਕੇ ਜ਼ਿਕਰ ਕਰ, ਬਹੁਤ ਸਾਰੀਆਂ ਗੱਲਾਂ ਨੇ, ਮੈਂ ਉਹਨੂੰ ਸੰਖੇਪ ਹੀ ਕਰਕੇ, ਕਿਉਂਕਿ ਸਾਹਿਬ ਸਿੰਘ ਹੋਰਾਂ ਨੇ ਗੱਲ ਕਰਨੀ ਹੈ ਕਿ ਦੇਵ ਪੁਰਸ਼ ਵਰਗੇ ਨਾਟਕ ਨੇ ਪੰਜਾਬ ਦੇ ਵਿੱਚ ਤਰਕਸ਼ੀਲ ਲਹਿਰ ਦੇ ਪੈਰ ਲਾਏ ਨੇ। ਅੱਜ ਤਰਕਸ਼ੀਲ ਲਹਿਰ ਬਹੁਤ ਵੱਡੀ ਇੱਕ ਰੱਖਦੀ ਹੋ ਸਕਦੀ ਹੈ, ਪਰ ਗੁਰਸ਼ਰਨ ਸਿੰਘ ਹੋਰਾਂ ਨੇ ਮੇਰੇ ਉਚੇਚਾ ਕਹਿਣ ਤੇ ਉਹ ਨਾਟਕ ਲਿਖਿਆ, ਬਹੁਤੀ ਵਾਰ ਖੇਡਿਆ ਵੀ ਮੈਂ, ਪਰ ਉਸ ਨਾਟਕ ਨੂੰ ਹੋਰ ਲੋਕਾਂ ਨੇ ਵੀ ਖੇਡਿਆ ਕਿ ਇੱਕ ਲਹਿਰ ਕ੍ਰੀਏਟ ਕਰਨ ਦੇ ਵਿੱਚ ਵੀ ਗੁਰਸ਼ਰਨ ਸਿੰਘ ਸਮਰੱਥ ਸੀਗੇ ਥੀਏਟਰ ਦੇ ਰਾਹੀਂ। ਤੇ ਗੱਲਾਂ ਤਾਂ ਖੈਰ ਬਹੁਤ ਨੇ, ਤੁਸੀਂ ਇਹ ਕਹਿ ਸਕਦੇ ਹੋ ਕਿ ਗੁਰਸ਼ਰਨ ਸਿੰਘ ਹੋਣਾ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਵਿੱਚ ਇਕੱਲਾ ਨਹੀਂ ਪਿਆ। ਗੁਰਸ਼ਰਨ ਸਿੰਘ ਹੋਣਾ ਗੁਰਸ਼ਰਨ ਸਿੰਘ ਦੇ ਜੀਵਨ ਨੂੰ ਸਮਝਣਾ, ਉਹਦੀ ਜੀਵਨ ਜਾਚ ਨੂੰ ਸਮਝਣਾ ਹੈ। ਗੁਰਸ਼ਰਨ ਸਿੰਘ ਹੋਣ ਦਾ ਅਰਥ ਹੈ ਕਿ ਅਸੀਂ ਜ਼ਿੰਦਗੀ ਦੇ ਨਾਲ ਲਬਾਲਬ ਭਰੇ ਹੋਈਏ, ਅਸੀਂ ਉਸ ਜ਼ਿੰਦਗੀ ਜਿਹਨੂੰ ਉਹ ਬਦਲਣਾ ਚਾਹੁੰਦੇ ਨੇ। ਮੈਂ ਆਖਰੀ ਟਾਈਮਾਂ 'ਚ ਵੀ ਉਹਨਾਂ ਦੇ ਨਾਲ ਡਾਕਟਰ ਸਾਹਿਬ ਵਿਚਰਿਆ, ਮੈਨੂੰ ਲੱਗਦਾ ਕਿ ਆਖਰੀ ਟਾਈਮ ਵੀ ਉਹ ਇਹ ਕਰ ਰਹੇ ਨੇ ਕਿ ਇੱਦਾਂ ਕਰੋ, ਸਮਰਾਲੇ ਕੀ ਹੋਣਾ ਚਾਹੀਦਾ। ਬੰਦਾ ਜ਼ਿੰਦਗੀ ਭਰ ਇੱਕ ਤੜਪ ਹੈ, ਉਹ ਤੜਪ ਸਾਡੇ ਵਿੱਚ ਹੋਣੀ ਚਾਹੀਦੀ ਹੈ। ਬਹੁਤ ਮਿਹਰਬਾਨੀ ਜੀ। ਬਹੁਤ ਬਹੁਤ ਸ਼ੁਕਰੀਆ ਮਾਸਟਰ ਤਰਲੋਚਨ ਸਿੰਘ ਜੀ, ਤੁਸੀਂ ਗੁਰਸ਼ਰਨ ਭਾਜੀ ਦੇ ਜੀਵਨ ਜਾਤ ਦੇ ਉੱਤੇ ਬਹੁਤ ਅੱਛੀਆਂ ਗੱਲਾਂ ਕੀਤੀਆਂ। ਬਹੁਤ ਬਹੁਤ ਧੰਨਵਾਦ। दिलीप कुमार ने मास्टर जी बारे किया है कि सरदार साहब सुना करते थे, शेक्सपियर के जमाने में लोग बिल्कुल ब्लैक कर्टेन के आगे आकर नाटक किया करते थे और घंटा भर लोगों को स्पेल बाउंड रखते थे। आज इस हाल में हमने फिर देखा, हम आपके आगे सर झुकाते हैं, आप बहुत बड़े कलाकार हैं। ਗੁਰਸ਼ਰਨ ਸਿੰਘ ਹੋਰਾਂ ਬਾਰੇ ਹਾਂਜੀ ਹਾਂਜੀ, ਗੁਰਸ਼ਰਨ ਸਿੰਘ ਜੀ ਬਾਰੇ। ਇਸ ਤੋਂ ਪਹਿਲਾਂ ਕਿ ਸਾਡੇ ਅਗਲੇ ਸਪੀਕਰ ਡਾਕਟਰ ਸਾਹਿਬ ਸਿੰਘ ਨੂੰ ਮੈਂ ਬੇਨਤੀ ਕਰਾਂਗਾ, ਮੈਂ ਉਹਨਾਂ ਤੋਂ ਪਹਿਲਾਂ ਪ੍ਰੋਫੈਸਰ ਗੁਰਭਜਨ ਗਿੱਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਪ੍ਰੋਫੈਸਰ ਗੁਰਭਜਨ ਗਿੱਲ ਜੀ, ਮੇਰੀ ਆਵਾਜ਼ ਆ ਰਹੀ ਹੈ? मैं फिर एक बेनती करा। हाँ जी सर। ते जे मैनू बुला लो, मैं ना क्योंकि दो पासे उलझा होया, मैं एक कोई शूटिंग चल रही है, तो हुण मैं 10 मिनट कट ले सर। ठीक है सर। जो तक साडे नाल प्रोफैसर गुरभजन गिल जुड़ते हैं, मैं डॉक्टर साहब सिंह जी नूं बेनती करता हाँ कि अज दे विषय दे उत्ते साडे नाल अपने विचार साझे करन। इस तो पहला कि वो अपनी गल करन, मैं दो गल्लां उन्हां बारे जरूर करनियां चाहांगे कि भाषा विभाग पंजाब तो श्रोमणी नाटककार अवार्ड, पंजाबी अकैडमी दिल्ली तो सर्वोत्तम नाटककार अवार्ड, अंतरराष्ट्रीय अवार्ड यापा, MS रंधावा यादगारी अवार्ड, PTC चैनल वालों सर्वोत्तम फिल्म निर्देशक का अवार्ड। आप जी ने हुण तक 30 नाटक 80 नाटकों की निर्देशना की है ਅਤੇ 142 नाटकों के लगभग 5000 शो किए हैं। पंजाबी ट्रिब्यून विच पिछले करीब 3 सालों तो रंगमंच आलोचना बारे आप जी का हफ्तावारी कालम रास रंग प्रकाशित हो रहा है। मैं हुण बेनती करता हाँ डॉक्टर साहब सिंह नूं कि वो अपने विचार साडे नाल सारे नाल सांझे करन। डॉक्टर साहब सिंह जी प्लीज।
जी शुक्रिया डॉक्टर साहब। मैं ਕਾਲਜ ਦੀ तमाम ਜੋ ਪ੍ਰਬੰਧਕੀ ਕਮੇਟੀ ਹੈ, ਪ੍ਰਿੰਸੀਪਲ ਤੇ ਬਾਕੀ ਸਾਰੇ ਦੋਸਤਾਂ ਦਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਇਹ ਮੌਕਾ ਸਿਰਜਿਆ ਕਿ ਅਸੀਂ ਗੁਰਸ਼ਰਨ ਭਾਜੀ ਬਾਰੇ ਚੰਦ ਗੱਲਾਂ ਕਰ ਸਕੀਏ। ਮੈਂ ਗੁਰਸ਼ਰਨ ਭਾਜੀ ਨਾਲ ਲਗਾਤਾਰ ਤਕਰੀਬਨ 6-7 ਸਾਲ ਰੰਗਮੰਚ ਕੀਤਾ ਹੈ ਬਤੌਰ ਅਦਾਕਾਰ, ਜਿਹਦੇ ਵਿੱਚ ਪੰਜਾਬ ਤੋਂ ਬਾਹਰ ਇੰਡੀਆ ਤੇ ਕੈਨੇਡਾ, ਇੰਗਲੈਂਡ, ਅਮਰੀਕਾ ਵੀ ਗਿਆ, ਪਾਕਿਸਤਾਨ ਵੀ ਉਹਨਾਂ ਦੇ ਨਾਲ ਦੌਰਾ ਕੀਤਾ। ਸੋ ਬਹੁਤ ਕੁਝ ਸਿੱਖਿਆ ਤੇ ਬਹੁਤ ਕੁਝ ਜਾਣਿਆ ਉਹਨਾਂ ਤੋਂ। ਭਾਜੀ ਬਾਰੇ ਅਗਰ ਅਸੀਂ ਗੱਲ ਜੀ ਦੀਆਂ ਕੁਝ ਵਿਲੱਖਣ ਦੇਣਾ ਨੇ, ਵੈਸੇ ਤਾਂ ਰੰਗਮੰਚ ਵਿੱਚ ਕੋਈ ਵੀ ਸ਼ਖਸੀਅਤ ਆਉਂਦੀ ਹੈ ਉਹ ਬਹੁਤ ਵੱਡੀਆਂ ਦੇਣ ਦੇ ਕੇ ਜਾਂਦੀ ਹੈ, ਚਾਹੇ ਉਹ ਗਾਰਗੀ ਸਾਹਿਬ ਹੋਣ, ਆਈਸੀ ਨੰਦਾ ਹੋਣ ਜਾਂ ਡਾਕਟਰ ਹਰਚਰਨ ਸਿੰਘ ਤੇ ਅੱਗੇ ਜਿੰਨੇ ਵੀ ਹੋਰ ਨਾਟਕਕਾਰ ਨੇ। ਲੇਕਿਨ ਭਾਜੀ ਜਿਸ ਤਰ੍ਹਾਂ ਦੀ ਵਿਲੱਖਣ ਰੰਗਮੰਚੀ ਸ਼ਖਸੀਅਤ ਸਨ, ਉਹਨਾਂ ਦੀ ਦੇਣ ਵੀ ਵਿਲੱਖਣ ਕਿਸਮ ਦੀ ਸੀ। ਭਾਜੀ ਨੇ ਬਹੁਤ ਸਾਰੀਆਂ ਨਵੀਆਂ ਗੱਲਾਂ ਕੀਤੀਆਂ। ਭਾਜੀ ਨੇ ਇੱਕ ਤਾਂ ਰੰਗਮੰਚ ਨੂੰ ਬਾਮਕਸਦ ਕੀਤਾ, ਪਰ ਇਸ ਨੂੰ ਬਾਮਕਸਦ ਕਰਦਿਆਂ ਹੋਇਆਂ ਭਾਜੀ ਕਦੀ ਵੀ ਰੰਗਮੰਚ ਦੀ ਕਲਾ ਤੋਂ ਲਾਂਭੇ ਨਹੀਂ ਗਏ, ਜਿਹੜਾ ਕਿ ਕਈ ਵਾਰੀ ਭੁਲੇਖਾ ਸਿਰਜ ਦਿੱਤਾ ਜਾਂਦਾ ਜਦੋਂ ਭਾਜੀ ਦੇ ਰੰਗਮੰਚ ਦਾ ਐਨਾਲਿਸਿਸ ਕੀਤਾ ਜਾਂਦਾ ਕਿ ਸ਼ਾਇਦ ਭਾਜੀ ਸਿਰਫ ਪ੍ਰੋਪੇਗੈਂਡਾ ਕਰਦੇ ਸਨ। ਭਾਜੀ ਦੇ ਦੋਨਾਂ ਕੰਮਾਂ ਨੂੰ ਬੈਲੈਂਸ ਕਰਕੇ ਸਾਨੂੰ ਕਿਤੇ ਚੱਲਣ ਦੀ ਲੋੜ ਹੈ, ਫਿਰ ਅਸੀਂ ਪ੍ਰੋਪਰ ਸਮਝ ਸਕਦੇ ਕਿ ਭਾਜੀ ਦੀ ਦੇਣ ਕੀ ਹੈਗੀ ਹੈ। ਭਾਜੀ ਪ੍ਰਤੀਬੱਧ ਸਨ। ਭਾਜੀ ਨੂੰ ਇਹ ਪਤਾ ਸੀ ਕਿ ਮੈਂ ਥੀਏਟਰ ਕਿਹਨਾਂ ਲਈ ਕਰ ਰਿਹਾ, ਲੇਕਿਨ ਭਾਜੀ ਨੂੰ ਇਹ ਵੀ ਪਤਾ ਸੀ ਕਿ ਥੀਏਟਰ ਕੀ ਹੈ, ਨਾਟਕ ਕਿਵੇਂ ਲਿਖਿਆ ਜਾਂਦਾ, ਨਾਟਕ ਦਾ ਗ੍ਰਾਫ ਕਿਵੇਂ ਸਿਰਜਿਆ ਜਾਂਦਾ, ਉੱਚ ਪਾਤਰ ਕਿਵੇਂ ਸਿਰਜੇ ਜਾਂਦੇ ਨੇ, ਟੈਨਸ਼ਨ ਕਿਵੇਂ ਖੜੀ ਕੀਤੀ ਜਾਂਦੀ ਹੈ, ਕਨਫਲਿਕਟ ਕਿੱਥੇ ਕਿੰਨਾ ਚਾਹੀਦਾ, ਕਿਵੇਂ ਕਲਾਈਮੈਕਸ ਤੇ ਪਹੁੰਚਣਾ, ਕਿਵੇਂ ਆਪਣੀ ਆਖਰੀ ਗੱਲ ਕਹਿਣੀ ਹੈ ਜਿਹੜੀ ਕਿ ਤੁਸੀਂ ਆਡੀਅנס ਦੇ ਮਾਈਂਡ ਦੇ ਉੱਤੇ ਇੰਪ੍ਰਿੰਟ ਕਰਨੀ ਚਾਹੁੰਦੇ ਹੋ। ਭਾਜੀ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਅਵੇਅਰ ਸੀ। ਸੋ ਭਾਜੀ ਦਾ ਐਨਾਲਿਸਿਸ ਮੈਨੂੰ ਲੱਗਦਾ ਅੱਜ ਦੇ ਸਮੇਂ 'ਚ ਜਦੋਂ ਅਸੀਂ ਉਦੋਂ ਬੈਠੇ ਹਾਂ ਜਦੋਂ ਭਾਜੀ ਫਿਜ਼ੀਕਲੀ ਸਾਡੇ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈ, ਤੇ ਭਾਜੀ ਦਾ ਇੱਕ ਨਵੇਂ ਸਿਰੋਂ ਐਨਾਲਿਸਿਸ ਇਦਾਂ ਦਾ ਹੋਣਾ ਚਾਹੀਦਾ ਕਿ ਭਾਜੀ ਦਾ ਕੱਲਾ ਕੱਲਾ ਨਾਟਕ, ਉਹਦੀ ਪ੍ਰਤੀਬੱਧਤਾ ਵੀ ਦੇਖੋ, ਭਾਜੀ ਦੀ ਵਿਸ਼ੇ ਦੀ ਚੋਣ ਵੀ ਦੇਖੋ, ਉਹਦਾ ਤੱਤ ਵੀ ਸਮਝਣ ਦੀ ਕੋਸ਼ਿਸ਼ ਕਰੋ, ਪਰ ਉਹਦਾ ਰੂਪ ਵੀ ਸਮਝਣ ਦੀ ਕੋਸ਼ਿਸ਼ ਕਰੋ। ਭਾਜੀ ਕਿਵੇਂ ਇੱਕ 1.5 ਘੰਟੇ ਦੇ ਨਾਟਕ ਵਿੱਚ ਇੱਕ ਨਾਟਕ ਦਾ ਗ੍ਰਾਫ ਕਿਵੇਂ ਖੜਾ ਕਰਦੇ ਨੇ, ਭਾਜੀ ਇੱਕ 30-35 ਮਿੰਟ ਦੇ ਨਾਟਕ ਦੇ ਵਿੱਚ ਉਸ ਨਾਟਕ ਦਾ ਗ੍ਰਾਫ ਕਿਸ ਤੇਜ਼ੀ ਨਾਲ ਖੜਾ ਕਰਦੇ ਨੇ ਕਿ ਉਹ ਆਪਣੇ ਕਲਾਈਮੈਕਸ ਵੱਲ ਨੂੰ ਪਹੁੰਚਦਾ ਹੈ। ਤੇ ਫਿਰ ਜਦੋਂ ਭਾਜੀ ਇੱਕ ਇਹੋ ਜਿਹੀ ਅਵਸਥਾ ਵਿੱਚ ਪਹੁੰਚਦੇ ਨੇ ਜਦੋਂ 10-10 ਮਿੰਟ ਦੇ ਵੀ ਨਾਟਕ ਲਿਖਣੇ ਸ਼ੁਰੂ ਕਰਦੇ ਨੇ, ਉਸ 10 ਮਿੰਟ ਦੇ ਨਾਟਕ ਨੂੰ ਵੀ ਭਾਜੀ ਕਿਵੇਂ ਘੜਦੇ ਨੇ, ਉਹਦੇ ਵਿੱਚ ਕਿਵੇਂ ਗ੍ਰਾਫ ਬਣਾਉਂਦੇ ਨੇ, ਕਿਵੇਂ ਉਹਦਾ ਆਦ ਮੱਧ ਤੇ ਅੰਤ ਸਿਰਜਦੇ ਨੇ, ਇਹ ਚੀਜ਼ਾਂ ਭਾਜੀ ਤੋਂ ਸਮਝਣ ਦੀ ਲੋੜ ਹੈ। ਕਿਉਂਕਿ ਸਿਆਸੀ ਰੰਗਮੰਚ ਤੇ ਸਿਆਸੀ ਨਾਟਕਕਾਰੀ ਕੋਈ ਸੌਖਾ ਕੰਮ ਨਹੀਂ ਹੈ। ਇਹ ਬਹੁਤ ਮੁਸ਼ਕਲ ਹੈ ਸਿਆਸੀ ਨਾਟਕ ਲਿਖਣਾ, ਸਿਆਸੀ ਟਿੱਪਣੀਆਂ ਕਰਨੀਆਂ ਆਪਣੇ ਨਾਟਕ ਦੇ ਵਿੱਚ, ਔਰ ਆਪਣੀ ਨਾਟਕ ਦੀ ਜਿਹੜੀ ਵਿਧਾ ਹੈ, ਆਪਣੀ ਕਲਾ ਹੈ, ਉਹਦੇ ਨਾਲ ਵੀ ਇਨਸਾਫ ਕਰਨਾ। ਇੱਕ ਤੇ ਭਾਜੀ ਦੀ ਇਹ ਵੱਡੀ ਦੇਣ ਹੈ ਕਿ ਭਾਜੀ ਨੇ ਸਿਆਸੀ ਰੰਗਮੰਚ ਕਰਦਿਆਂ ਹੋਇਆਂ ਵੀ ਉਸ ਨੂੰ ਰੰਗਮੰਚ ਬਣਾਈ ਰੱਖਿਆ। ਇਸੇ ਕਰਕੇ ਜਦੋਂ ਭਾਜੀ ਪਿੰਡਾਂ ਵਿੱਚ ਜਾਂਦੇ ਸੀ ਤਾਂ ਪਿੰਡਾਂ ਦੇ ਲੋਕ ਭਾਜੀ ਨੂੰ ਇਸੇ ਕਰਕੇ ਬਹੁਤ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਦੇਖਣ ਆਉਂਦੇ ਸਨ, ਭਾਵੇਂ ਉਹ ਪੈਦਲ ਚੱਲ ਕੇ 10-10 ਕਿਲੋਮੀਟਰ ਤੋਂ ਜਾਂਦੇ ਸਨ, ਭਾਵੇਂ ਉਹ ਸਾਈਕਲ ਤੇ ਚੱਲ ਕੇ ਜਾਂਦੇ ਸਨ, ਭਾਵੇਂ ਬਾਅਦ ਵਿੱਚ ਗੱਡੀਆਂ ਤੇ ਜਾਣਾ ਸ਼ੁਰੂ ਹੋਏ। ਉਹ ਸਿਰਫ ਭਾਜੀ ਦੇ ਵਿਚਾਰ ਸੁਣਨ ਨਹੀਂ ਜਾਂਦੇ ਸੀ, ਭਾਜੀ ਦੀ ਨਾਟਕੀ ਤਕਨੀਕ ਜਿਹਦੇ ਵਿੱਚ ਭਾਜੀ ਵਿਅੰਗ ਕਰਦੇ ਸੀ, ਜਿਹ ਬੜੀ ਤਿੱਖੀ ਟੱਕਰ ਕ੍ਰੀਏਟ ਕਰਦੇ ਸੀ ਦੋ ਪਾਤਰਾਂ ਦੇ ਵਿੱਚ ਜਾਂ ਤਿੰਨ ਪਾਤਰਾਂ ਦੇ ਵਿੱਚ, ਤੇ ਫਿਰ ਆਪਣੀ ਆਖਰ ਦੇ ਵਿੱਚ ਗੱਲ ਕਹਿੰਦੇ ਸੀ, ਉਸ ਚੀਜ਼ ਨੂੰ ਵੀ ਦੇਖਣ ਜਾਂਦੇ ਸਨ। ਵਿਚਾਰ ਆਪਣੀ ਜਗ੍ਹਾ ਹੈ, ਵਿਚਾਰ ਬਹੁਤ ਜ਼ਰੂਰੀ ਨੇ, ਉਹ ਭਾਜੀ ਦਾ ਇੱਕ ਪ੍ਰਮੁੱਖ ਲੱਛਣ ਹੈ। ਦੂਸਰੀ ਗੱਲ ਭਾਜੀ ਕੀ ਕਰਦੇ ਨੇ ਕਿ ਭਾਜੀ ਇੱਕ ਇਹ ਸੋਚਦੇ ਨੇ ਕਿ ਮੈਂ ਰੰਗਮੰਚ ਕਿਉਂ ਕਰ ਰਿਹਾ, ਕਿਹਦੇ ਲਈ ਕਰ ਰਿਹਾ, ਤੇ ਮੈਂ ਜਿਹਦੇ ਲਈ ਕਰ ਰਿਹਾ ਉਹਨੂੰ ਰੰਗਮੰਚ ਸਮਝਾਉਣਾ ਕਿਵੇਂ ਹੈ, ਤੇ ਉਹਦੇ ਲਈ ਰੰਗਮੰਚ ਦਾ ਰੂਪ ਕਿਦਾਂ ਦਾ ਹੋਣਾ ਚਾਹੀਦਾ, ਉਹ ਕਿਹੋ ਜਿਹੇ ਵਿਸ਼ੇ ਹੋਣੇ ਚਾਹੀਦੇ ਨੇ, ਇਹ ਭਾਜੀ ਨੇ ਸਮਝ ਦਿੱਤੀ ਹੈ ਸਾਨੂੰ। ਇਹ ਬਹੁਤ ਵੱਡੀ ਦੇਣ ਹੈ ਜੋ ਭਾਜੀ ਤੋਂ ਬਾਅਦ ਵਾਲੇ ਅਸੀਂ ਨਾਟਕਕਾਰ ਹਾਂ ਜਾਂ ਨਿਰਦੇਸ਼ਕ ਹਾਂ, ਸਾਨੂੰ ਇਹ ਸੇਧ ਭਾਜੀ ਦੇ ਕੇ ਗਏ ਨੇ ਕਿ ਤੁਸੀਂ ਅਗਰ ਵਿਹੜੇ ਵਾਲਿਆਂ ਲਈ ਨਾਟਕ ਕਰ ਰਹੇ ਹੋ, ਅਗਰ ਤੁਸੀਂ ਕਿਸਾਨੀ ਲਈ ਨਾਟਕ ਕਰ ਰਹੇ ਹੋ, ਅਗਰ ਤੁਸੀਂ ਪਿੰਡਾਂ ਵਿੱਚ ਉਹਨਾਂ ਲੋਕਾਂ ਲਈ ਨਾਟਕ ਕਰ ਰਹੇ ਹੋ ਜਿਨ੍ਹਾਂ ਕੋਲ ਸੁੱਖ ਸੁਵਿਧਾਵਾਂ ਉਸ ਤਰ੍ਹਾਂ ਦੀਆਂ ਨਹੀਂ ਹੈ ਜਿਹੜੀਆਂ ਪ੍ਰਿਵਿਲੇਜਡ ਲੋਕਾਂ ਕੋਲ ਹੈਗੀਆਂ ਆ, ਉਹਨਾਂ ਨੂੰ ਵੀ ਰੰਗਮੰਚ ਦੀ ਲੋੜ ਹੈ, ਉਹਨਾਂ ਨੂੰ ਵੀ ਇਸ ਕਲਾ ਦੀ ਲੋੜ ਹੈਗੀ ਆ, ਉਹ ਵੀ ਇਸ ਕਲਾ ਨੂੰ ਪਿਆਰ ਕਰਦੇ ਆ। ਪਰ ਜਦੋਂ ਉਹਨਾਂ ਕੋਲ ਰੰਗਮੰਚ ਜਾਵੇ ਤੇ ਰੰਗਮੰਚ ਕਿਸ ਤਰ੍ਹਾਂ ਜਾਵੇ, ਕਿਸ ਰੂਪ 'ਚ ਜਾਵੇ, ਕਿਸ ਤਰ੍ਹਾਂ ਆਪਣੇ ਆਪ ਨੂੰ ਸਿੰਪਲੀਫਾਈ ਕਰੇ, ਪਰ ਵਿਸ਼ੇ ਨੂੰ ਸਿੰਪਲੀਫਾਈ ਭਾਜੀ ਕਰਨ ਨੂੰ ਕਦੇ ਵੀ ਨਹੀਂ ਕਹਿੰਦੇ। ਭਾਜੀ ਇਹ ਨਹੀਂ ਕਹਿੰਦੇ ਕਿ ਵਿਸ਼ੇ ਨੂੰ ਤੁਸੀਂ ਸਤਹੀ ਕਰ ਦਿਓ, ਭਾਜੀ ਸਰਲ ਕਰਨ ਨੂੰ ਕਹਿੰਦੇ ਨੇ, ਔਰ ਸਰਲ ਉਹਦੀ ਰੰਗਮੰਚੀ ਤਕਨੀਕ ਜਿਹੜੀ ਭਾਜੀ ਨੇ ਦਿੱਤੀ ਹੈ। ਤੁਸੀਂ ਮੈਂ ਗੱਲ ਕੋ ਬਹੁਤ ਮਤਲਬ ਮਾਣ ਨਾਲ ਕਹਿਣਾ ਚਾਹੁੰਦਾ, ਕੇਵਲ ਧਾਲੀਵਾਲ ਸ਼ਾਇਦ ਵਜ਼ਾਹਤ ਕਰਨਗੇ ਇਸ ਗੱਲ ਦੀ ਕਿ ਰੰਗਮੰਚ ਦੇ ਜਿਹੜੇ ਅਦਾਕਾਰ ਨੇ ਉਹ ਅਲੱਗ-ਅਲੱਗ ਨਿਰਦੇਸ਼ਕਾਂ ਤੋਂ ਜਦੋਂ ਸਿੱਖ ਕੇ ਆਉਂਦੇ ਨੇ ਕਮਾਲ ਕਰਦੇ ਨੇ, ਹੋਰ ਵੀ ਕਰਦੇ ਨੇ, ਲੇਕਿਨ ਅਸੀਂ ਜੋ ਭਾਜੀ ਦੇ ਕਲਾਕਾਰ ਹਾਂ,
ਜਿਵੇਂ ਭਾਜੀ ਨੇ ਸਾਨੂੰ ਬੇਅਰ ਸਟੇਜਸ ਦੇ ਉੱਤੇ ਅਦਾਕਾਰੀ ਦਾ ਜਲੌ ਦਿਖਾਣਾ ਸਿਖਾਇਆ, ਜਿਵੇਂ ਭਾਜੀ ਨੇ ਇਹ ਸਿਖਾਇਆ ਕਿ ਹਜ਼ਾਰਾਂ ਲੋਕ ਤੁਹਾਡੇ ਸਾਹਮਣੇ ਬੈਠੇ ਨੇ ਜਿਹੜੇ ਕਿਸੇ ਤਰਤੀਬ ਵਿੱਚ ਵੀ ਨਹੀਂ ਬੈਠੇ, ਉੱਥੇ ਤੁਸੀਂ ਅਦਾਕਾਰੀ ਕਿਵੇਂ ਕਰਨੀ ਹੈ, ਜਿੱਥੇ ਸਾਊਂਡ ਸਿਸਟਮ ਵੀ ਪ੍ਰੋਪਰ ਨਹੀਂ ਹੈ, ਤੁਹਾਡੇ ਕੋਲ ਕੋਈ ਲਾਈਟਿੰਗ ਸਿਸਟਮ ਨਹੀਂ ਹੈ, ਸਟੇਜ ਦੀ ਡਾਇਮੈਂਸ਼ਨਸ ਦਾ ਤੁਹਾਨੂੰ ਕੋਈ ਪਤਾ ਨਹੀਂ ਕਿੱਦਾਂ ਦੀ ਹੋਣੀ ਹੈ, ਕਿਹੋ ਜਿਹੀ ਜਗ੍ਹਾ ਤੇ ਹੋਣੀ ਹੈ, ਉੱਥੇ ਅਦਾਕਾਰੀ ਦਾ ਜਲੌ ਕਿਵੇਂ ਪ੍ਰਗਟ ਕਰਨਾ ਹੈ, ਉੱਥੇ ਆਪਣੇ ਸਬਜੈਕਟ ਨੂੰ ਕਿਵੇਂ ਉਭਾਰਨਾ ਹੈ, ਉਹਦੇ ਵਿੱਚ ਅਦਾਕਾਰੀ ਦੇ ਕਿਹੜੇ ਗੁਣ ਨੇ ਜਿਨ੍ਹਾਂ ਨੂੰ ਤੁਸੀਂ ਉੱਤੇ ਲੈ ਕੇ ਜਾਣਾ, ਕਿਹਨਾਂ ਨੂੰ ਤੁਸੀਂ ਮਾਈਨਸ ਕਰ ਦੇਣਾ ਉਸ ਸਟੇਜ ਦੇ ਉੱਤੇ, ਇਹ ਭਾਜੀ ਨੇ ਸਿਖਾਇਆ। ਇਹ ਭਾਜੀ ਦੀ ਬਹੁਤ ਵੱਡੀ ਦੇਣ ਹੈ, ਕਿਉਂਕਿ ਭਾਜੀ ਆਪਣੇ ਆਪ ਵਿੱਚ ਹੀ ਬਹੁਤ ਕਮਾਲ ਦੇ ਅਦਾਕਾਰ ਸਨ। ਭਾਜੀ ਵਰਗੀ ਅਦਾਕਾਰੀ ਬਹੁਤ ਘੱਟ ਅਦਾਕਾਰ ਪੰਜਾਬੀ ਦੇ ਵਿੱਚ ਕਰ ਸਕੇ ਨੇ। ਮੈਨੂੰ ਯਾਦ ਹੈ ਕਿ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਸਮਾਂ ਸੀ, ਅਸੀਂ ਪਿੰਡਾਂ ਵਿੱਚ ਜਾਂਦੇ ਹੁੰਦੇ ਸੀ, ਇੱਕ ਨਾਟਕ ਕਰਦੇ ਹੁੰਦੇ ਸੀ ਜੋਗਾ ਸਿੰਘ ਦੀ ਕਵਿਤਾ ਤੇ ਆਧਾਰਿਤ ਮੁਨਸ਼ੀ ਖਾਨ। ਉਹਦੇ ਵਿੱਚ ਭਾਜੀ ਇੱਕ ਰੋਲ ਬਾਬਾ ਜੀ ਦਾ ਕਰਿਆ ਕਰਦੇ ਸੀ ਤੇ ਮੈਂ ਚੌਕੀਦਾਰ ਬਣਿਆ ਹੁੰਦਾ ਸੀ। ਅਸੀਂ ਦੋਨੋਂ ਜਣੇ ਸਟੇਜ ਦੇ ਉੱਤੇ ਹੁੰਦੇ ਸੀ ਤੇ ਭਾਜੀ ਇੱਕ 2-3 ਮਿੰਟ ਦੀ ਇੱਕ ਕਥਾ ਉਹਦੇ ਵਿੱਚ ਸੁਣਾਉਂਦੇ ਸੀ, ਜਿਹੜੀ ਕਿ ਜੋਗਾ ਸਿੰਘ ਦੀ ਕਵਿਤਾ ਵਿੱਚ ਸੀ, ਜੁੰਮੇ ਘੁਮਿਆਰ ਦੀ ਕਥਾ। ਉਹ ਨਾਟਕ ਦਾ ਹੀ ਹਿੱਸਾ ਹੁੰਦੀ ਸੀ ਤੇ ਭਾਜੀ ਜਿਵੇਂ ਉਸ ਕਥਾ ਨੂੰ ਜਦੋਂ ਥੱਲਿਓਂ ਸਟਾਰਟ ਕਰਦੇ ਸੀ ਤੇ ਹੌਲੀ ਹੌਲੀ ਕਿਵੇਂ ਫਿਰ ਉਸ ਨੂੰ ਪੰਚਮ ਸੁਰ ਤੇ ਲੈ ਕੇ ਜਾਂਦੇ ਸੀ, ਔਰ ਕਿਵੇਂ ਭਾਜੀ ਦੇ ਆ ਗਲੇ ਦੀ ਘਿੱਗੀ ਵੱਜਦੀ ਸੀ, ਔਰ ਕਿਵੇਂ ਅੱਖਾਂ ਚੋਂ ਤੇ ਨੱਕ ਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਸੀ, ਔਰ ਕਿਵੇਂ ਭਾਜੀ ਆਪਣੀ ਆਵਾਜ਼ ਨੂੰ ਕੰਬਣੀ ਦਿੰਦੇ ਸੀ, ਔਰ ਭਾਜੀ ਦੀ ਆਵਾਜ਼ ਇਸ ਤਰ੍ਹਾਂ ਹਵਾ ਚ ਰਾਤ ਦੇ ਸਨਾਟੇ ਵਿੱਚ ਤੈਰਦੀ ਹੋਈ ਦੂਰ ਤੱਕ ਜਾਂਦੀ ਸੀ। ਐਂ ਲੱਗਦਾ ਸੀ ਜਿਵੇਂ ਸਾਰਾ ਪਿੰਡ ਸੁੰਨ ਹੋ ਗਿਆ ਹੋਵੇ ਔਰ ਸਾਰਾ ਪਿੰਡ ਸੁਣ ਰਿਹਾ ਹੋਵੇ ਕਿ ਵੈਲੀਆਂ ਦਾ ਇਤਬਾਰ ਨਹੀਂ, ਜੁੰਮਾ ਜ਼ਿੰਮੇਵਾਰ ਨਹੀਂ, ਤੀਆਂ ਨਾ ਲਾਇਓ ਇਹ ਲੋਕੋ, ਤੀਆਂ ਨਾ ਲਾਇਓ। ਉਹ ਬਹੁਤ ਬੁਲੰਦ ਆਵਾਜ਼ ਵਿੱਚ ਕਹਿੰਦੇ ਸੀ, ਉਹ ਇੱਕ ਗ੍ਰਾਫ ਸਿਰਜਦੇ ਸੀ। ਇਹ ਭਾਜੀ ਦੀ ਦੇਣ ਹੈ, ਇਹ ਭਾਜੀ ਦੀ ਅਦਾਕਾਰੀ ਤੋਂ ਸਿੱਖਣ ਦੀਆਂ ਚੀਜ਼ਾਂ ਨੇ, ਕਿਵੇਂ ਤੁਸੀਂ ਲੈ ਕੇ ਜਾਂਦੇ ਹੋ। ਫਿਰ ਭਾਜੀ ਨੇ ਜਿਹੜੀ ਇੱਕ ਗੱਲ ਕੀਤੀ, ਉਹ ਕੀਤੀ ਇੱਛਤ ਯਥਾਰਥ ਦੀ, ਕਿ ਭਾਜੀ ਨੂੰ ਪਤਾ ਹੈ ਕਿ ਯਥਾਰਥ ਕਿੱਥੇ ਖੜਾ ਹੈ। ਭਾਜੀ ਨੂੰ ਇਹ ਪਤਾ ਹੈ ਕਿ ਪੰਜਾਬੀ ਸਮਾਜ ਦੀ ਰਿਐਲਿਟੀ ਕਿੱਥੇ ਖੜੀ ਹੈ। ਭਾਜੀ ਨੂੰ ਇਹ ਪਤਾ ਕਿ ਜਿਹੜਾ ਦਲਿਤ ਹੈ, ਦੱਬਿਆ ਕੁਚਲਿਆ ਵਰਗ ਹੈ, ਉਹ ਕਿੰਨੀ ਕੁ ਬਗਾਵਤ ਹਾਲੇ ਕਰ ਸਕਦਾ, ਕਿੰਨੀ ਨਹੀਂ ਕਰ ਸਕਦਾ। ਭਾਜੀ ਨੂੰ ਇਹ ਭਲੀਭਾਂਤ ਇਲਮ ਸੀ, ਪਰ ਭਾਜੀ ਫਿਰ ਵੀ ਇੱਕ ਇੱਛਾ ਆਪਣੇ ਮਨ ਚ ਉੱਤੋਂ ਸਿਰਜਦੇ ਸੀ ਔਰ ਬੜੇ ਥੀਏਟ੍ਰਿਕਲ ਵੇ ਦੇ ਵਿੱਚ ਸਿਰਜਦੇ ਸੀ। ਜਿਵੇਂ ਭਾਜੀ ਇੱਕ ਨਾਟਕ ਲਿਖਿਆ ਭਾਜੀ ਨੇ ਸਰਪੰਚਣੀ। ਸਰਪੰਚਣੀ ਨਾਟਕ ਚ ਭਾਜੀ ਕੀ ਕਰਦੇ ਨੇ, ਇੱਕ ਔਰਤ ਨੂੰ ਜਿਹੜੀ ਕਿ ਦਲਿਤ ਔਰਤ ਹੈ, ਵਿਹੜੇ ਦੀ ਔਰਤ ਹੈ, ਉਹ ਪਿੰਡ ਦੀ ਸਰਪੰਚ ਬਣਦੀ ਹੈ। ਹੁਣ ਜਦੋਂ ਸਰਪੰਚ ਬਣਦੀ ਹੈ, ਤੁਸੀਂ ਜਿਹੜੇ ਪਿੰਡਾਂ ਦਾ ਸਟਰਕਚਰ ਜਾਣਦੇ ਹੋ, ਤੁਹਾਨੂੰ ਸਾਰਿਆਂ ਨੂੰ ਚੰਗੀ ਭਲਾ ਪਤਾ ਹੈ ਕਿ ਜਦੋਂ ਕੋਈ ਔਰਤ ਸਰਪੰਚ ਬਣਦੀ ਹੈ ਤੇ ਉਹਦਾ ਪਤੀ ਜਿਹੜਾ ਹੈਗਾ ਆਪਣੇ ਆਪ ਨੂੰ ਸਰਪੰਚ ਸਮਝਦਾ ਹੈ, ਸਟੈਂਪ ਵੀ ਉਹਦੇ ਕੋਲ ਹੀ ਹੁੰਦੀ ਹੈ, ਸਿਰਫ ਪਤਨੀ ਦਾ ਅੰਗੂਠਾ ਜਾਂ ਸਾਈਨ ਲੱਗਦੇ ਨੇ। ਲੇਕਿਨ ਭਾਜੀ ਉਸ ਔਰਤ ਨੂੰ ਇਸ ਬੁਲੰਦੀ ਤੇ ਖੜੀ ਕਰ ਦਿੰਦੇ ਨੇ ਕਿ ਉਹ ਆਪਣੇ ਪਤੀ ਦੇ ਖਿਲਾਫ ਵੀ ਬਗਾਵਤ ਕਰ ਦਿੰਦੀ ਹੈ। ਉਹ ਕਹਿੰਦੀ ਹੈ ਜਿਹੜਾ ਸਰਦਾਰਾਂ ਨਾਲ ਮਿਲ ਕੇ ਤੂੰ ਫੈਸਲਾ ਕਰ ਰਿਹਾ, ਇਹ ਫੈਸਲਾ ਤੇਰਾ ਗਲਤ ਹੈ, ਤੂੰ ਸਰਪੰਚ ਨਹੀਂ ਹੈ, ਸਰਪੰਚ ਮੈਂ ਆ, ਫੈਸਲਾ ਉਹ ਹੋਏਗਾ ਜਿਹੜਾ ਲੋਕਾਂ ਦੇ ਭਲੇ ਦਾ ਹੋਏਗਾ। ਤੇ ਉਹ ਸਰਪੰਚਣੀ ਨੂੰ ਪਿੰਡ ਦੇ ਸਾਰੇ ਜਿਹੜਾ ਮਜ਼ਬੂਤ ਧੜਾ ਹੈ, ਜਿਹੜਾ ਜਿਹਦੇ ਪਿੱਛੇ ਪੋਲੀਟੀਕਲ ਲੋਕ ਵੀ ਖੜੇ ਨੇ, ਸੋਸ਼ਲ ਵੱਡਾ ਕੱਦ ਵੀ ਇਹਨਾਂ ਦੇ ਪਿੱਛੇ ਖੜਾ, ਪੈਸਾ ਵੀ ਖੜਾ, ਧੌਂਸ ਵੀ ਖੜੀ ਹੈ, ਪੁਲਿਸ ਵੀ ਖੜੀ ਹੈ, ਉਹਦੇ ਸਾਰਿਆਂ ਦੇ ਸਾਹਮਣੇ ਭਾਜੀ ਇੱਕ ਦਲਿਤ ਔਰਤ ਨੂੰ ਬੁਲੰਦੀ ਤੇ ਖੜੀ ਕਰ ਦਿੰਦੀ ਹੈ। ਔਰ ਜਿਹੜਾ ਉਹਦਾ ਜੀਵਨ ਸਾਥੀ ਹੈ, ਪਤੀ ਹੈ, ਉਹਨੂੰ ਵੀ ਫਿਰ ਉਸ ਪ੍ਰਭਾਵ ਚੱਕ ਉਹਦੇ ਨਾਲ ਖੜਨਾ ਪੈਂਦਾ ਕਿ ਤੂੰ ਜੋ ਕਹਿ ਰਹੀ ਹੈ, ਤੂੰ ਠੀਕ ਕਹਿ ਰਹੀ ਹੈ। ਸੋ ਭਾਜੀ ਇੱਕ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਇਹੋ ਜਿਹਾ ਸੁਪਨਾ ਬੀਜਦੇ ਸੀ ਕਿ ਆ ਜੋ ਤੁਸੀਂ ਸੋਚ ਰਹੇ ਕਿ ਨਹੀਂ ਹੋ ਸਕਦਾ, ਇਹ ਹੋ ਸਕਦਾ। ਫਿਰ ਇੱਕ ਨਾਟਕ ਅਸੀਂ ਭਾਜੀ ਨਾਲ ਕਰਦੇ ਹੁੰਦੇ ਸੀ, ਕਮੀਆਂ ਦਾ ਵਿਹੜਾ। ਉਹਦੇ ਵਿੱਚ ਹੈ ਕਿ ਇੱਕ ਬਦਮਾਸ਼ ਕਿਸਮ ਦਾ ਬੰਦਾ ਹੈ ਜਿਹੜਾ ਕਿ ਇੱਕ ਦੇਸ਼ ਭਗਤ ਦਾ ਪੁੱਤਰ ਹੈ। ਦੇਸ਼ ਭਗਤ ਇਹੋ ਜਿਹਾ ਹੈ ਕਿ ਜਿਹਨੇ ਜ਼ਿੰਦਗੀ 'ਚ ਕਦੇ ਬੇਈਮਾਨੀ ਨਹੀਂ ਕੀਤੀ, ਉਹ ਅੱਛੀਆਂ ਗੱਲਾਂ ਕਰਦਾ, ਆਦਰਸ਼ਕ ਗੱਲਾਂ ਕਰਦਾ, ਪਰ ਪੁੱਤ ਜਿਹੜਾ ਵਿਗੜਿਆ ਆਪਦਾ ਧੰਦਾ ਕਰਦਾ ਹੈ ਔਰ ਉਹ ਪਿੰਡ ਦਾ ਸਰਪੰਚ ਬਣਨਾ ਚਾਹੁੰਦਾ। ਉਹ ਕਹਿੰਦਾ ਮੈਂ ਸਰਪੰਚ ਬਣੂੰਗਾ ਤੇ ਮੇਰੇ ਗਲ 'ਚ ਫੁੱਲਾਂ ਦਾ ਹਾਰ ਪਊਗਾ। ਉਹ ਦਲਿਤ ਲੋਕਾਂ ਨੂੰ ਤੰਗ ਕਰਦਾ, ਲੁੱਟ ਮਾਰ ਵੀ ਕਰਦਾ ਹੈ, ਲੇਕਿਨ ਉਹ ਬਾਪ ਦੇ ਨਾਲ ਇੱਕ ਟੱਕਰ ਹੁੰਦੀ ਹੈ। ਤੇ ਲੇਕਿਨ ਬਾਪ ਇੱਕ ਡਾਇਲੋਗ ਬੋਲਦਾ, ਕਹਿੰਦਾ ਮੈਂ ਉਸ ਗੱਲ ਦਿਨ ਦਾ ਇੰਤਜ਼ਾਰ ਕਰ ਰਿਹਾ ਜਦੋਂ ਤੇਰੇ ਗਲ 'ਚ ਫੁੱਲਾਂ ਦਾ ਨਹੀਂ ਜੁੱਤੀਆਂ ਦਾ ਹਾਰ ਪਾਏਗਾ। ਤੇ ਉਸ ਨਾਟਕ ਦੇ ਅਖੀਰ ਦੇ ਵਿੱਚ ਭਾਜੀ ਇੱਕ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕਰਦੇ ਨੇ ਕਿ ਉਹ ਜੁੱਤੀਆਂ ਦਾ ਹਾਰ ਉਹਦੇ ਗਲ ਵਿੱਚ ਪੈਂਦਾ, ਜਿਹੜਾ ਸਰਪੰਚੀ ਤੇ ਉਸ ਤੋਂ ਬਾਅਦ MLA ਬਣਨ ਦਾ ਸੁਪਨਾ ਲੈ ਰਿਹਾ ਸੀ। ਔਰ ਉਹ ਜੁੱਤੀਆਂ ਦਾ ਹਾਰ ਕੌਣ ਪਾਉਂਦਾ? ਉਹ ਦੋ ਦਲਿਤ ਮੁੰਡੇ ਜਗੀਰ ਤੇ ਜੱਗਾ ਉਹਨੂੰ ਫੜਦੇ ਨੇ ਤੇ ਜਗੀਰ ਦੀ ਜਿਹੜੀ ਬਿਸ਼ਨੀ ਪਤਨੀ ਹੈ ਉਹ ਉਹਦੇ ਜੁੱਤੀਆਂ ਦਾ ਹਾਰ ਗਲ ਦੇ ਵਿੱਚ ਪਾਉਂਦੀ ਹੈ। ਔਰ ਮੈਂ ਤੁਹਾਨੂੰ ਉਹ ਦ੍ਰਿਸ਼ ਦੱਸ ਨਹੀਂ ਸਕਦਾ, ਜਿਨ੍ਹਾਂ ਨੇ ਦੇਖਿਆ ਉਹ ਦੇਖਿਆ ਹੋਏਗਾ ਕਿ ਪਿੰਡਾਂ ਦੇ ਲੋਕ ਕਿਵੇਂ ਉੱਚੀ ਉੱਚੀ ਤਾੜੀਆਂ ਮਾਰਦੇ ਸੀ, ਕਿਵੇਂ ਹੱਸਦੇ ਸੀ। ਐਂ ਲੱਗਦਾ ਸੀ ਜਿਵੇਂ ਉਹਨਾਂ ਦੇ ਅੰਦਰ ਕਿਤੇ ਉਹ ਖਾਹਿਸ਼ ਦੱਬੀ ਪਈ ਹੈ ਕਿ ਇਸ ਤਰ੍ਹਾਂ ਇਹਨਾਂ ਲੋਕਾਂ ਨਾਲ ਹੋਣਾ ਚਾਹੀਦਾ। ਉਹ ਭਾਜੀ ਨੇ ਕਰ ਵਿਖਾਇਆ ਸੀ। ਤੇ ਤੁਸੀਂ ਭਾਜੀ ਦੇ ਉਹਨਾਂ ਤਤਕਾਲੀ ਨਾਟਕਾਂ ਦੀ ਚਿਰਕਾਲਤਾ ਦਾ ਜਰਾ ਅੰਦਾਜ਼ਾ ਲਗਾ ਕੇ ਦੇਖੋ ਕਿ ਅੱਜ ਪੰਜਾਬ ਦੇ ਵਿੱਚ ਉਹ ਹਾਲਾਤ ਬਣੇ ਹੋਏ ਨੇ ਕਿ ਜੁੱਤੀਆਂ ਦੇ ਹਾਰ ਲੋਕਾਂ ਨੇ ਤਿਆਰ ਕੀਤੇ ਹੋਏ ਨੇ ਉਹਨਾਂ ਪੋਲੀਟੀਕਲ ਲੋਕਾਂ ਲਈ, ਜਿਨ੍ਹਾਂ ਨੇ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ, ਲੋਕਾਂ ਦੇ ਹੱਕ ਖੋਏ
ਤੇ ਆਪਣੀਆਂ ਜਿਹੜੀਆਂ ਜੇਬਾਂ ਭਰੀਆਂ। ਅੱਜ ਲੋਕੀ ਉਹਨਾਂ ਨੂੰ ਸਵਾਲ ਕਰ ਰਹੇ ਨੇ, ਅੱਜ ਲੋਕੀ ਉਹਨਾਂ ਨੂੰ ਧੱਕੇ ਮਾਰ ਰਹੇ ਨੇ, ਅੱਜ ਲੋਕੀ ਉਹਨਾਂ ਨੂੰ ਪਿੰਡ 'ਚ ਵੜਨ ਨਹੀਂ ਦੇ ਰਹੇ। ਇਹ ਭਾਜੀ ਦਾ ਇੱਛਤ ਯਥਾਰਥ ਸੀ ਜਿਹੜਾ ਸੱਚ ਹੋਣ ਵੱਲ ਵੱਧ ਰਿਹਾ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੇਣਾ ਭਾਜੀ ਦੀਆਂ ਇਸੇ ਕਰਕੇ ਹੈਗਾ ਕਿ ਭਾਜੀ ਨੇ ਰੰਗਮੰਚ ਨੂੰ ਇੱਕ ਲਗਾਤਾਰਤਾ ਦਿੱਤੀ। ਭਾਜੀ ਭਾਵੇਂ ਸਰੀਰਕ ਤੌਰ ਤੇ ਚਲੇ ਗਏ ਨੇ, ਲੇਕਿਨ ਭਾਜੀ ਦਾ ਰੰਗਮੰਚ, ਭਾਜੀ ਦੀ ਅਪਰੋਚ, ਭਾਜੀ ਦੀ ਸੋਚ, ਭਾਜੀ ਦਾ ਮੈਥਡ ਆਫ ਐਕਟਿੰਗ, ਭਾਜੀ ਦਾ ਮੈਥਡ ਆਫ ਪਲੇ ਰਾਈਟਿੰਗ ਐਂਡ ਮੈਥਡ ਆਫ ਡਾਇਰੈਕਟਿੰਗ ਦਾ ਪਲੇ ਐਂਡ ਲੋਕਾਂ ਦੇ ਨਾਲ ਕਿਵੇਂ ਇੰਟਰੈਕਟ ਕਰਨਾ, ਕਿੱਥੋਂ ਵਿਸ਼ੇ ਚੂਜ਼ ਕਰਨੇ ਆ, ਪਿਕ ਕਰਨੇ ਆ, ਉਸ ਵਿਸ਼ੇ ਨੂੰ ਡਿਵੈਲਪ ਕਿਵੇਂ ਕਰਨਾ, ਫਿਰ ਉਸ ਵਿਸ਼ੇ ਦੀ ਕਿਹੜੀ ਤੰਦ, ਕਿਹੜਾ ਐਂਗਲ ਤੁਸੀਂ ਸਟ੍ਰੈਸ ਦੇਣਾ, ਕਿਹੜੇ ਨੂੰ ਤੁਸੀਂ ਟੱਚ ਐਂਡ ਗੋ ਕਰਕੇ ਲੰਘ ਜਾਣਾ ਆ, ਕਿੱਥੇ ਤੁਸੀਂ ਫੋਕਸ ਕਰਨਾ, ਇਹ ਸਾਰੀਆਂ ਚੀਜ਼ਾਂ ਭਾਜੀ ਤੋਂ ਸਿੱਖਣ ਦੀ ਲੋੜ ਹੈ। ਭਾਜੀ ਆਪਣੇ ਆਪ ਦੇ ਵਿੱਚ ਜਿਹੜੀ ਲੋਕ ਕਲਾ ਹੈ, ਲੋਕ ਰੰਗਮੰਚ ਹੈ, ਉਹਦਾ ਆਪਣੇ ਆਪ ਵਿੱਚ ਭਾਜੀ ਇੱਕ ਬਹੁਤ ਵੱਡਾ ਥੀਸਿਸ ਨੇ। ਉਸ ਥੀਸਿਸ ਨੂੰ ਜਿਹਨੇ ਵੀ ਰੰਗਮੰਚ ਵਿੱਚ ਆਉਣਾ ਹੈ ਜਾਂ ਜਿਹਨੇ ਵੀ ਸਮਾਜਿਕ ਕੰਮਾਂ ਦੇ ਵਿੱਚ ਆਉਣਾ ਹੈ, ਜਿਹਨੇ ਲੋਕਾਂ ਦੇ ਲਈ ਕੁਝ ਕਰਨਾ ਹੈ, ਉਹਨੂੰ ਉਹ ਥੀਸਿਸ ਬਾਰ-ਬਾਰ ਪੜ੍ਹਨਾ ਚਾਹੀਦਾ ਹੈ। ਉਸ ਥੀਸਿਸ ਦੀਆਂ ਸਾਰੀਆਂ ਜਿਹੜੀਆਂ ਡਾਇਮੈਂਸ਼ਨਸ ਨੇ ਉਹ ਸਿੱਖਣ ਦੀ ਲੋੜ ਹੈ ਕਿ ਉਹ ਗੁਰਸ਼ਰਨ ਸਿੰਘ ਕਿਉਂ ਮਹਾਸਦੀ ਦਾ ਨਾਇਕ ਬਣ ਗਿਆ, ਕਿਉਂ ਪੰਜਾਬੀ ਟ੍ਰਿਬਿਊਨ ਜਦੋਂ ਇੱਕ ਕਰਵਾਉਂਦੀ ਹੈ, ਸਰਵੇਖਣ ਕਰਵਾਉਂਦੀ ਹੈ ਕਿ ਤੁਸੀਂ ਵੋਟਾਂ ਪਾਓ, ਦੱਸੋ ਕਿਹੜਾ ਤੁਹਾਨੂੰ ਸਦੀ ਦਾ ਮਹਾਨਾਇਕ ਲੱਗਦਾ ਹੈ, ਤੇ ਲੋਕੀ ਸਾਰੇ ਪੋਲੀਟੀਕਲ ਲੀਡਰਾਂ ਨੂੰ ਵੱਡੇ ਵੱਡਿਆਂ ਨੂੰ ਛੱਡ ਕੇ, ਜਿਹੜੇ ਕਹਿੰਦੇ ਸਾਨੂੰ ਲੱਖਾਂ ਵੋਟਾਂ ਪੈਂਦੀਆਂ, ਕੋਈ ਕਹਿੰਦਾ ਮੈਨੂੰ ਇੰਨੇ ਲੱਖ ਵੋਟਾਂ ਪੈਂਦੀਆਂ, ਜਾਂ ਸਮਾਜਿਕ ਕਾਰਕਰਤਾ, ਸਾਰਿਆਂ ਨੂੰ ਛੱਡ ਕੇ ਪੰਜਾਬ ਗੁਰਸ਼ਰਨ ਸਿੰਘ ਦੇ ਉੱਤੇ ਮੋਹਰ ਲਾਉਂਦਾ, ਗੁਰਸ਼ਰਨ ਸਿੰਘ ਨੂੰ ਚੁਣਦਾ, ਗੁਰਸ਼ਰਨ ਸਿੰਘ ਨੂੰ ਮਹਾਸਦੀ ਦਾ ਨਾਇਕ ਚੁਣਦਾ। ਉਹ ਕਿਉਂ ਚੁਣਦਾ? ਇੱਕ ਤਾਂ ਉਹ ਸਿਰਫ ਇਸ ਕਰਕੇ ਨਹੀਂ ਚੁਣਦਾ ਕਿ ਭਾਜੀ ਦੇ ਵਿਚਾਰ ਬਹੁਤ ਵਧੀਆ ਸੀ, ਉਹ ਇਸ ਕਰਕੇ ਨਹੀਂ ਸਿਰਫ ਚੁਣਦਾ ਕਿ ਭਾਜੀ ਇਨਕਲਾਬੀ ਸੀ, ਉਹ ਸਿਰਫ ਇਸ ਕਰਕੇ ਨਹੀਂ ਚੁਣਦਾ ਕਿ ਭਾਜੀ ਪ੍ਰਤੀਬੱਧ ਸੀ, ਉਹ ਸਿਰਫ ਇਸ ਕਰਕੇ ਨਹੀਂ ਚੁਣਦਾ ਕਿ ਭਾਜੀ ਸਾਰੀ ਜ਼ਿੰਦਗੀ ਲੋਕਾਂ 'ਚ ਰਹੇ ਹੈ, ਉਹ ਇਸ ਕਰਕੇ ਵੀ ਚੁਣਦਾ ਕਿ ਭਾਜੀ ਜਿਸ ਕਲਾ ਨਾਲ ਜੁੜੇ ਹੋਏ ਸੀ ਉਸ ਕਲਾ ਦੀ ਬਾਰੀਕੀ ਨੂੰ ਸਮਝਦੇ ਸੀ ਤੇ ਜਾਣਦੇ ਸੀ। ਵਿਸ਼ਵ ਪੱਧਰ ਦਾ ਸਾਹਿਤ ਤੇ ਰੰਗਮੰਚ ਭਾਜੀ ਦੇ ਪੋਟਿਆਂ ਤੇ ਸੀ, ਪਰ ਉਹ ਸਭ ਕੁਛ ਨੂੰ ਕਸ਼ੀਦ ਕੇ ਭਾਜੀ ਨੇ ਆਪਣੇ ਲਈ ਜੋ ਤੱਤ ਕੱਢਿਆ ਸੀ ਉਹ ਇਹ ਕੱਢਿਆ ਸੀ ਕਿ ਮੈਂ ਜਿਨ੍ਹਾਂ ਲੋਕਾਂ ਨੂੰ ਸੰਬੋਧਨ ਹੋ ਰਿਹਾ, ਮੈਂ ਜਿਨ੍ਹਾਂ ਲੋਕਾਂ ਲਈ ਰੰਗਮੰਚ ਕਰ ਰਿਹਾ, ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਤੇ ਕਿਹੜੀ ਚੀਜ਼ ਦੀ ਨਹੀਂ ਲੋੜ ਹੈ, ਉਹ ਭਾਜੀ ਨੇ ਸਾਡੇ ਸਾਹਮਣੇ ਰੱਖਿਆ। ਸੋ ਮੈਂ ਸਮਝਦਾ ਸਾਡੇ ਵਾਲੀ ਪੀੜ੍ਹੀ ਜਾਂ ਸਾਡੇ ਤੋਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਾਂ ਹੋਰ ਅੱਗੇ ਜੋ ਵੀ ਰੰਗਮੰਚ ਨਾਲ ਲੋਕੀ ਆਉਣਗੇ, ਭਾਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਭਾਜੀ ਦੀ ਦੇਣ ਕਿਸੇ ਇੱਕ ਵੈਬੀਨਾਰ ਦੇ ਵਿੱਚ ਬੰਨੀ ਨਹੀਂ ਜਾ ਸਕਦੀ, ਕਿਸੇ ਇੱਕ ਸੈਮੀਨਾਰ 'ਚ, ਕਿਸੇ ਇੱਕ ਬੁਲਾਰੇ ਦੇ ਬੋਲਣ ਦੇ ਵਿੱਚ ਨਹੀਂ ਬੰਨੀ ਜਾ ਸਕਦੀ। ਅਸੀਂ ਸਾਰਾ ਸਾਲ ਭਾਜੀ ਦੀਆਂ ਗੱਲਾਂ ਕਰਦੇ ਰਹੀਏ, ਭਾਜੀ ਤੋਂ ਸਿੱਖਦੇ ਰਹਾਂਗੇ, ਭਾਜੀ ਤੋਂ ਸਿੱਖਦੇ ਰਹੇ ਹਾਂ ਤੇ ਹਮੇਸ਼ਾ ਸਿੱਖਦੇ ਰਹਾਂਗੇ। ਸਿਰਫ ਰੰਗਮੰਚ ਦੇ ਲੋਕ ਨਹੀਂ, ਸਾਹਿਤ ਵਾਲੇ ਵੀ, ਸਮਾਜਿਕ ਤੌਰ ਤੇ ਕੰਮ ਕਰਨ ਵਾਲੇ ਕਾਰਜਸ਼ੀਲ ਲੋਕੀ ਵੀ, ਪੋਲਿਟਿਕਸ ਵਿੱਚ ਵਿਚਰਦੇ ਹੋਏ ਲੋਕ ਵੀ, ਸਾਰੇ ਲੋਕੀ ਭਾਜੀ ਤੋਂ ਸਿੱਖ ਸਕਦੇ ਨੇ। ਇਹ ਭਾਜੀ ਦੀ ਹੀ ਵੱਡੀ ਦੇਣ ਹੈ ਕਿ ਅੱਜ ਜਿਹੜਾ ਏਡਾ ਵੱਡਾ ਅੰਦੋਲਨ ਚੱਲ ਰਿਹਾ ਉਸ ਦੇ ਵਿੱਚ ਔਰਤਾਂ ਮੋਹਰੀ ਭੂਮਿਕਾ ਅਦਾ ਕਰ ਰਹੀਆਂ ਨੇ। ਇਹ ਸਿਰਫ ਤੇ ਸਿਰਫ ਭਾਜੀ ਦੀ ਦੇਣ ਹੈ। ਭਾਜੀ ਨੇ ਪਿੰਡਾਂ ਦੀਆਂ ਕੁੜੀਆਂ ਨੂੰ, ਔਰਤਾਂ ਨੂੰ, ਵਿਹੜਿਆਂ ਵਿੱਚ ਰਹਿੰਦੀਆਂ ਔਰਤਾਂ ਨੂੰ ਕੱਢ ਕੇ ਬਾਹਰ ਲਿਆਂਦਾ ਸੀ ਕਿ ਤੁਸੀਂ ਖੜੋ, ਤੁਸੀਂ ਇੱਥੇ ਅੱਗੇ ਆਓ, ਪਿੱਛੇ ਪਿੱਛੇ ਨਾ ਖੜੋ, ਅੱਗੇ ਆ ਕੇ ਖੜੋ, ਬੋਲੋ, ਗੱਲ ਕਰੋ, ਆਪਣੇ ਮਨ ਦੇ ਵਲਵਲੇ ਦੱਸੋ, ਸਟੇਜ ਤੇ ਆਓ। ਅੱਜ ਉਹ ਆਈਆਂ ਨੇ, ਵੱਡੇ ਵੱਡੇ ਆਗੂ ਵੀ ਬਣੇ ਨੇ ਉਹਨਾਂ ਔਰਤਾਂ ਦੇ ਵਿੱਚੋਂ। ਸੋ ਭਾਜੀ ਦੀ ਸਾਰੀ ਦੇਣ ਨੂੰ ਯਾਦ ਕਰਦਾ ਹੋਇਆ ਮੈਂ ਭਾਜੀ ਨੂੰ ਭਾਜੀ ਦੇ ਜਨਮ ਦਿਵਸ ਤੋਂ ਇੱਕ ਦਿਨ ਪਹਿਲਾਂ ਫਿਰ ਇੱਕ ਵਾਰੀ ਸਜਦਾ ਕਰਦਾ, ਨਮਨ ਕਰਦਾ ਕਿ ਅੱਜ ਜੇ ਸਾਹਿਬ ਸਿੰਘ ਕੁਛ ਵੀ ਹੈ ਉਹ ਸਿਰਫ ਤੇ ਸਿਰਫ ਭਾ ਗੁਰਸ਼ਰਨ ਸਿੰਘ ਕਰਕੇ ਹੈ। ਭਾ ਅਸੀਂ ਤੇਰੀ ਬਹੁਤ ਇੱਜ਼ਤ ਕਰਦੇ ਹਾਂ, ਤੈਨੂੰ ਬਹੁਤ ਪਿਆਰ ਕਰਦੇ ਹਾਂ ਤੇ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਤੁਸੀਂ ਮਿਊਟ ਹੋਏ ਹੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਸਰ ਹੁਣ ਆ ਰਹੀ ਹੈ ਜੀ? ਹੁਣ ਆਈਏ। ਹਾਂ ਸੌਰੀ ਸਰ। ਡਾਕਟਰ ਸਾਹਿਬ ਦਾ ਮੈਂ ਬਹੁਤ ਡਾਕਟਰ ਸਾਹਿਬ ਸਿੰਘ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰਸ਼ਰਨ ਭਾਜੀ ਦੇ ਜੀਵਨ ਜਾਂਚ ਬਾਰੇ, ਉਹਨਾਂ ਦੀ ਰੰਗਮੰਚ ਨੂੰ ਦੇਣ, ਉਹਨਾਂ ਦੀ ਪਹਿਲੇ ਸਾਡੇ ਸਪੀਕਰ ਵਾਂਗੂ ਜੋ ਅੱਜ ਦਿੱਲੀ ਦੀ ਬਰੂਹਾਂ ਤੇ ਕਿਸਾਨੀ ਬੈਠੀ ਹੈ, ਉਹ ਕਿਉਂ ਬੈਠੀ ਹੈ, ਉਹਦੇ ਪਿੱਛੇ ਉਹਨਾਂ ਦੀਆਂ ਨਾਟ ਰੰਗ ਦੀਆਂ ਜਿਹੜੀਆਂ ਕਦਰਾਂ ਕੀਮਤਾਂ, ਉਹ ਗੱਲਾਂ, ਉਹ ਅੱਜ ਸਾਨੂੰ ਸਹਿਲਾ ਰਹੀਆਂ, ਉੱਥੇ ਪਹੁੰਚਾ ਰਹੀਆਂ। ਬਹੁਤ ਧੰਨਵਾਦ ਡਾਕਟਰ ਸਾਹਿਬ ਸਿੰਘ ਜੀ। ਇਸ ਤੋਂ ਪਹਿਲਾਂ ਕਿ ਮੈਂ ਅਗਲੇ ਸਾਡੇ ਸਪੀਕਰ ਪ੍ਰੋਫੈਸਰ ਗੁਰਭਜਨ ਗਿੱਲ
ਜੀ ਨੂੰ ਬੇਨਤੀ ਕਰਾਂ। ਇਹ ਮੈਂ ਕਹਿਣਾ ਚਾਹਾਂਗਾ ਕਿ ਸੁਰਜੀਤ ਪਾਤਰ ਨੇ ਬਹੁਤ ਖੂਬ ਕਿਹਾ ਕਿ ਮੈਂ ਉਹਨਾਂ ਲੋਕਾਂ ਚੋਂ ਹਾਂ ਜੋ ਸਦਾ ਸਫ਼ਰ ਤੇ ਰਹੇ, ਜਿਨ੍ਹਾਂ ਦੇ ਸਿਰ ਤੇ ਸਦਾ ਤਾਰਿਆਂ ਦਾ ਥਾਲ ਰਿਹਾ। ਇਹ ਗੁਰਭਜਨ ਆਪਣੇ ਭਾਜੀ ਬਾਰੇ, ਗੁਰਸ਼ਰਨ ਭਾਜੀ ਬਾਰੇ ਇਹ ਉਹਨਾਂ ਦੇ ਕਹੇ ਹੋਏ ਸ਼ਬਦ ਹੈ। ਮੈਂ ਹੁਣ ਪ੍ਰੋਫੈਸਰ ਗੁਰਭਜਨ ਗਿੱਲ ਜੀ ਨੂੰ ਬੇਨਤੀ ਕਰਦਾ ਹਾਂ। ਮੇਰੀ ਆਵਾਜ਼ ਆ ਰਹੀ ਹੈ ਸਰ? ਪ੍ਰੋਫੈਸਰ ਗੁਰਭਜਨ ਗਿੱਲ ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂ ਗੁਰਪ੍ਰੀਤ, ਆ ਰਹੀ ਹੈ ਜੀ। ਹਾਂਜੀ ਸਰ। ਹਾਂ, ਪਰ ਮੇਰੀ ਬਾਤ ਪਹਿਲਾਂ ਹਾਂਜੀ, ਇਸ ਤੋਂ ਪਹਿਲਾਂ ਕਿ ਸਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ, ਮੈਂ ਗਿੱਲ ਸਾਹਿਬ ਬਾਰੇ ਉਹ ਦੋ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ। ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਪ੍ਰਧਾਨ, ਪ੍ਰਸਿੱਧ ਸਾਹਿਤਕਾਰ, ਸ਼ੁਰਮਨੀ ਕਵੀ ਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਗਿੱਲ ਦੀ ਰਹਿਣੀ ਸਹਿਣੀ, ਕਹਿਣੀ ਕਥਨੀ ਅਤੇ ਲੇਖਣੀ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਕੁਝ ਸਮਾਂ ਵੱਖ-ਵੱਖ ਕਾਲਜਾਂ ਵਿੱਚ ਅਧਿਆਪਨ ਵਜੋਂ ਕਾਰਜਸ਼ੀਲ ਰਹੇ ਤੇ ਫਿਰ ਕਾਫੀ ਲੰਮਾ ਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀਨੀਅਰ ਸੰਪਾਦਕ ਵਜੋਂ ਕਾਰਜਸ਼ੀਲ ਰਹਿ ਕੇ ਸੇਵਾ ਮੁਕਤ ਹੋਏ। ਗੁਰਭਜਨ ਗਿੱਲ ਵਿਸ਼ਵ ਭਰ ਦੀਆਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਸੰਬੰਧਿਤ ਸੰਸਥਾਵਾਂ ਨਾਲ ਜੁੜੇ ਹੋਏ ਹਨ। ਗਿੱਲ ਸਾਹਿਬ ਦੀ ਰਗ-ਰਗ ਵਿੱਚ ਪੰਜਾਬੀਅਤ ਸਮਾਈ ਹੋਈ ਹੈ। ਪ੍ਰੋਫੈਸਰ ਗੁਰਭਜਨ ਗਿੱਲ ਜੀ ਦੀਆਂ 18 ਕਾਵਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਾਵਿ ਸੰਗ੍ਰਹਿ, ਗਜ਼ਲ ਸੰਗ੍ਰਹਿ, ਗੀਤ ਸੰਗ੍ਰਹਿ ਸ਼ਾਮਿਲ ਹਨ। ਇਹਨਾਂ ਕਾਵਿ ਪੁਸਤਕਾਂ ਵਿੱਚੋਂ ਸ਼ੀਸ਼ਾ ਝੂਠ ਬੋਲਦਾ ਹੈ, ਬੋਲ ਮਿੱਟੀ ਦੇ ਅਬਾਵਿਆ, ਅਗਨ ਕਥਾ, ਖੈਰ ਪੰਜਾਂ ਪਾਣੀਆਂ ਦੀ, ਫੁੱਲਾਂ ਦੀ ਝਾਜਰ, ਪਾਰਦਰਸ਼ੀ, ਮੋਰ ਪੰਖ, ਸੁਰਤਾਲ, ਚੜਖੜੀ ਆਦਿ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ। ਇਸ ਤੋਂ ਇਲਾਵਾ ਇੱਕ ਵਾਰਤਕ ਪੁਸਤਕ ਤੇ 5 ਸੰਪਾਦਕ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ ਹਨ। ਉਹਨਾਂ ਦੀ ਕਵਿਤਾ 21ਵੀਂ ਸਦੀ ਲਈ ਇੱਕ ਅਜਿਹਾ ਪੈਗਾਮ ਹੈ ਜੋ ਹਮੇਸ਼ਾ ਹੀ ਸਵੇਰੇ ਦੀ ਉਡੀਕ ਕਰਦਾ ਹੈ। ਨਵੀਂ ਨਸਲ ਲਈ ਉਹ ਰਾਹ ਦਸੇਰਾ ਹਨ ਤੇ ਰੋਸ਼ਨੀ ਦਾ ਮੀਨਾਰ। ਮੈਂ ਹੁਣ ਬੇਨਤੀ ਕਰਦਾ ਹਾਂ ਪ੍ਰੋਫੈਸਰ ਗੁਰਭਜਨ ਗਿੱਲ ਨੂੰ ਕਿ ਉਹ ਆਪਣੇ ਸਾਰੇ ਜੋ ਸਾਡੇ ਅੱਜ ਵਰਤਾਰਾ ਹੋਇਆ, ਜੋ ਸਾਡੇ ਸ਼ਬਦ ਕਹੇ ਗਏ ਹੈ ਮੁੱਖ ਵਕਤਾਵਾਂ ਦੁਆਰਾ, ਉਹਨਾਂ ਬਾਰੇ ਆਪਣੇ ਕਮੈਂਟ ਤੇ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। ਪ੍ਰੋਫੈਸਰ ਗੁਰਭਜਨ ਗਿੱਲ ਜੀ। ਬਹੁਤ ਸਤਿਕਾਰਯੋਗ ਗੁਰੂਦੇਵ ਡਾਕਟਰ ਐਸਪੀ ਸਿੰਘ ਜੀ, ਅੱਜ ਦੇ ਬਹੁਤ ਚੰਗੇ ਬੁਲਾਰੇ ਮੇਰੇ ਪਿਆਰੇ ਵੀਰ ਕੇਵਲ ਧਾਲੀਵਾਲ, ਮਾਸਟਰ ਤਰਲੋਚਨ ਸਿੰਘ ਜੀ, ਸਾਹਿਬ ਸਿੰਘ ਜੀ, ਔਰ ਉਦਘਾਟਨੀ ਸ਼ਬਦ ਬੋਲਦੇ ਆ ਡਾਕਟਰ ਐਸਪੀ ਸਿੰਘ ਉਹਨਾਂ ਨੇ ਕੁਝ ਜਿਹੜੀਆਂ ਗੱਲਾਂ ਕੀਤੀਆਂ, ਮੈਂ ਉਹਨਾਂ ਵਿੱਚ ਸਿਰਫ ਉਹ ਗੱਲਾਂ ਕਰ ਸਕਾਂਗਾ ਜਿਹੜੀਆਂ ਗੱਲਾਂ ਹੁਣ ਤੱਕ ਉਹਨਾਂ ਬਾਰੇ ਨਹੀਂ ਹੋਈਆਂ, ਕਿਉਂਕਿ ਮੈਂ ਕੇਵਲ ਵਾਲੀਆਂ, ਸਾਹਿਬ ਸਿੰਘ ਜੀ ਵਾਲੀਆਂ ਜਾਂ ਤਰਲੋਚਨ ਜੀ ਵਾਲੀਆਂ ਗੱਲਾਂ ਰਿਪੀਟ ਕਰਾਂ ਕੋਈ ਅਕਲਮੰਦੀ ਨਹੀਂ ਹੋਏਗੀ। ਡਾਕੂਮੈਂਟਰੀ ਫਿਲਮ ਦਾ ਕੁਝ ਹਿੱਸਾ ਜਿਹੜਾ ਵਿਖਾਇਆ ਗਿਆ ਉਹ ਸਾਡੇ ਵਾਸਤੇ ਬਹੁਤ ਸਾਰੀਆਂ ਐਸੀਆਂ ਨਿਸ਼ਾਨਦੇਹੀਆਂ ਕਰ ਜਾਂਦਾ ਕਿ ਗੁਰਸ਼ਰਨ ਸਿੰਘ ਕਿਵੇਂ ਬਣਦਾ। ਇਹ ਬੜੀ ਮਹੱਤਵਪੂਰਨ ਗੱਲ ਹੈ ਕਿ ਜਿਸ ਗੁਰਸ਼ਰਨ ਸਿੰਘ ਦੇ ਫਲ ਦੀਆਂ ਗੱਲਾਂ ਅਸੀਂ ਸਾਰਿਆਂ ਨੇ ਕੀਤੀਆਂ ਨੇ, ਉਹਦੀ ਜੜ ਜਿਹੜੀ ਉਹ ਕਿਸ ਕਿਸਮ ਦੀ ਸੀ, ਉਹਦੇ ਬਾਰੇ 'ਚ ਬਹੁਤ ਖੂਬਸੂਰਤ ਅੰਦਾਜ਼ ਦੇ ਵਿੱਚ ਭਾਜੀ ਗੁਰਸ਼ਰਨ ਸਿੰਘ ਆਪ ਹੀ ਡਾਕੂਮੈਂਟਰੀ 'ਚ ਕਹਿੰਦੇ ਨੇ ਕਿ ਮੇਰੇ ਲਈ ਗੁਰੂ ਨਾਨਕ ਦਾ ਫਲਸਫਾ ਤੇ ਮਾਰਕਸਿਜ਼ਮ ਦੋ ਐਸੇ ਬਿੰਦੂ ਨੇ ਜਿਨ੍ਹਾਂ ਦਾ ਸੁਮੇਲ ਕਰਕੇ ਹੀ ਅਸੀਂ ਲੋਕ ਮੁਕਤੀਆਂ ਦੀ ਗੱਲ ਕਰ ਸਕਦੇ ਹਾਂ। ਉਹ ਵਿਰਸੇ ਨੂੰ ਵਰਤਮਾਨ ਦੀ ਸੋਚ ਧਾਰਾ ਦੇ ਨਾਲ ਜੁੜ ਕੇ, ਗੁੰਨ ਕੇ ਜਿਵੇਂ ਉਹ ਪੇਸ਼ ਕਰਦੇ ਨੇ, ਸ਼ਾਇਦ ਉਹ ਆਪਣੇ ਆਪ ਦੇ ਵਿੱਚ ਇੱਕ ਇਨਕਲਾਬੀ ਪਹਿਲਕਦਮੀ ਮੰਨੀ ਜਾ ਸਕਦੀ ਹੈ। ਮੈਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਜਿਸ ਵੱਡੇ ਭਰਾ ਨੇ ਸਰਦਾਰ ਗੁਰਸ਼ਰਨ ਸਿੰਘ ਦੀ ਬਚਪਨ ਤੋਂ ਲੈ ਕੇ ਉਹਨਾਂ ਦੀ ਸਿਆਸੀ ਸ਼ਕਤੀ, ਸ਼ਬਦ ਸ਼ਕਤੀ ਵਧਾਉਣ ਦੇ ਵਿੱਚ ਕੰਟਰੀਬਿਊਟ ਕੀਤਾ, ਮੈਂ ਉਹਨਾਂ ਦੇ ਦਰਸ਼ਨ ਕੀਤੇ ਹੋਏ ਨੇ, ਮਿਲਿਆ ਉਹਨਾਂ ਨੂੰ ਮੈਂ। ਡਾਕਟਰ ਇੰਦਰਜੀਤ ਸਿੰਘ ਇਹਨਾਂ ਦੇ ਵੱਡੇ ਭਰਾਤਾ ਸਨ, ਔਰ ਪਾਰਟੀਸ਼ਨ ਤੋਂ ਪਹਿਲਾਂ ਇਕੱਲਾ ਮੁਲਤਾਨ ਵਿੱਚ ਹੀ ਨਹੀਂ, ਪੂਰੇ ਪੰਜਾਬ ਦੀ ਜਿਹੜੀ ਵਿਦਿਆਰਥੀ ਸਿਆਸਤ ਸੀ ਉਸ ਵਿੱਚ ਵੱਡਾ ਨਾਮ ਸਨ। ਜਿਵੇਂ ਪ੍ਰਿੰਸੀਪਲ ਸਰਦੂਲ ਸਿੰਘ ਜਿਹੜੇ GGN ਖਾਲਸਾ ਕਾਲਜ ਦੇ ਪ੍ਰਿੰਸੀਪਲ ਰਹੇ ਨੇ, ਪ੍ਰੋਫੈਸਰ ਦੀਦਾਰ ਸਿੰਘ ਸਨ ਜਾਂ ਕਰਨਲ ਹਰਬੰਸ ਸਿੰਘ ਸਨ, ਜਿਨ੍ਹਾਂ ਦਾ ਆਪਣੇ ਆਪ ਦੇ ਵਿੱਚ ਹੀ ਜੋੜ ਫਲ ਐਸਾ ਸੀ ਕਿ ਪੂਰੇ ਦਾ ਪੂਰਾ ਨੈਟਵਰਕ ਸੀ ਉਹਨਾਂ ਦਾ ਸੋਚ ਧਾਰਾ ਦਾ,
ਔਰ ਲੈਫਟਿਸਟ ਲੀਨਿੰਗਸ ਜਿਹਨੂੰ ਆਪਾਂ ਕਹਿ ਸਕਦੇ ਖੱਬੇ ਪੱਖੀ ਸੋਚ ਧਾਰਾ ਦੇ ਸਵਾਮੀ ਸਨ ਸਾਰੇ ਇਹ। ਔਰ ਡਾਕਟਰ ਇੰਦਰਜੀਤ ਸਿੰਘ ਤਾਂ ਬਾਅਦ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵਿੱਚ ਵੀ ਲੰਬਾ ਸਮਾਂ ਉਹਨਾਂ ਨੇ ਕੰਮ ਕੀਤਾ, ਦਿੱਲੀ 'ਚ ਨਿਵਾਸ ਰੱਖਦੇ ਸਨ। ਔਰ ਗੁਰਸ਼ਰਨ ਸਿੰਘ ਉਸ ਸੋਚ ਧਾਰਾ ਦੇ ਵਿੱਚ ਗੁੰਨਦਾ ਹੈ ਖਾਲਸਾ ਕਾਲਜ ਅੰਮ੍ਰਿਤਸਰ ਦੀ ਉਸ ਵਿਰਾਸਤ ਨੂੰ ਜਿੱਥੇ ਉਹਨਾਂ ਦੇ ਦਾਦਾ ਜੀ ਵਾਈਸ ਪ੍ਰਿੰਸੀਪਲ ਸਨ। ਮੈਂ ਉਹ ਘਰ ਵੀ ਵੇਖਿਆ, ਬਿਲਕੁਲ ਗੁਰੂ ਨਾਨਕ ਵਾੜਾ ਦੇ ਵਿੱਚ ਬਣਿਆ ਹੋਇਆ ਪ੍ਰਿੰਸੀਪਲ ਨਰੈਣ ਸਿੰਘ ਹੋਰਾਂ ਦਾ ਜਿਹੜਾ ਜੱਦੀ ਘਰ ਜਿਸ 'ਚ ਸਾ ਗੁਰਸ਼ਰਨ ਸਿੰਘ ਦਾ ਵਾਸ ਸੀ, ਔਰ ਜਿੱਥੇ ਹਮੇਸ਼ਾ ਹੀ ਸਦਾਵਰਤ ਲੱਗਿਆ ਰਹਿੰਦਾ ਸੀ। ਕੋਈ ਮਹਿਮਾਨ ਲੇਖਕ ਆ ਰਿਹਾ, ਕੋਈ ਨਾਟਕਕਾਰ ਰੰਗਕਰਮੀ ਜਾ ਰਿਹਾ, ਔਰ ਭੈਣ ਜੀ ਕੈਲਾਸ਼ ਕੌਰ ਉਹਨਾਂ ਦੀ ਸਾਰਿਆਂ ਦੀ ਖਾਤਰ ਤਵਾਜ਼ਾ 'ਚ ਲੱਗੇ ਹੋਏ ਨੇ। ਨਿੱਕੀਆਂ ਨਿੱਕੀਆਂ ਧੀਆਂ ਦੋਵੇਂ ਨਵਸ਼ਰਨ ਔਰ ਅਰੀਤ ਹਰ ਇੱਕ ਨੂੰ ਮੁਹੱਬਤ ਨਾਲ ਰਿਸੀਵ ਕਰ ਰਹੀਆਂ ਨੇ, ਤੁਰ ਰਹੀਆਂ ਨੇ। ਇੱਕ ਮਾਹੌਲ ਸੀ ਪੂਰੇ ਦਾ ਪੂਰਾ ਕਮਿਊਨ ਵਾਲਾ ਜਿਹੜਾ ਉਸ ਘਰ 'ਚ ਮੈਂ ਵੇਖਿਆ। ਸਰ ਗੁਰਸ਼ਰਨ ਸਿੰਘ ਦੀ ਖੂਬਸੂਰਤੀ ਇਸ ਗੱਲ 'ਚ ਉਸ ਅਥਰੂ 'ਚ ਹੈ ਜਿਹੜੀ ਆਪਣੇ ਜਮਾਤੀ ਬੁੱਧ ਨੂੰ ਝਾੜੂ ਲਾਉਂਦਿਆਂ ਤੋਂ ਲੈ ਕੇ ਭਾਖੜਾ ਡੈਮ ਦੇ ਉਹਨਾਂ ਕਾਮਿਆਂ ਤੀਕ ਪੀੜ ਦੀ ਲੰਮੀ ਕਤਾਰ ਜਾਂਦੀ ਹੈ, ਜਿਹੜੇ ਕਾਮਿਆਂ ਨੂੰ ਉਸ ਦੇ ਉਦਘਾਟਨ ਮੌਕੇ ਵਿਰਵਾ ਕੀਤਾ ਗਿਆ। ਉਸ ਖੁਸ਼ੀ ਤੋਂ ਜਿਹੜੀ ਖੁਸ਼ੀ ਅਫਸਰਾਂ ਨੇ ਤਾਂ ਮਾਣੀ, ਉਦਘਾਟਨੀ ਸਮਾਗਮ ਦੇ ਵਿੱਚ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਬੁਲਾਇਆ ਗਿਆ, ਹੋਰ ਸਿੰਗਰਸ ਨੂੰ ਬੁਲਾਇਆ ਗਿਆ, ਪਰ ਵਰਕਰਸ ਦੀ ਉੱਥੇ ਐਂਟਰੀ ਨਹੀਂ ਸੀ। ਸਾ ਗੁਰਸ਼ਰਨ ਸਿੰਘ ਉਹਨਾਂ ਅਫਸਰਾਂ 'ਚ ਨਹੀਂ ਬੈਠੇ, ਉਹਨਾਂ ਨੇ ਉਹਨਾਂ ਵਾਸਤੇ ਇੱਕ ਵੱਖਰਾ ਪ੍ਰਬੰਧ ਕੀਤਾ ਔਰ ਸ਼ਾਇਦ ਉਹੀ ਆਦਿ ਬਿੰਦੂ ਬਣਿਆ। ਔਰ ਮੈਂ ਉਸ ਮੰਚ ਨੂੰ ਵੀ ਦੇਖਿਆ ਜਿਹੜੇ ਮੰਚ ਦੇ ਉੱਤੇ ਪਹਿਲੀ ਵਾਰ ਸਦਾ ਗੁਰਸ਼ਰਨ ਸਿੰਘ ਦਾ ਨਾਟਕ ਕੀਤਾ, ਜਿਸ ਦਾ ਜ਼ਿਕਰ ਮੇਰੇ ਪਿਆਰੇ ਵਿਛੜੇ ਵੀਰ ਫੁਲਵੰਤ ਸਿੰਘ ਮਨੋਚਾ ਕਰਕੇ ਗਏ ਨੇ, ਜਿਸ ਦਾ ਡਾਕੂਮੈਂਟਰੀ 'ਚ ਹਵਾਲਾ ਆਉਂਦਾ। ਮੈਂ ਕੇਵਲ ਕਿਉਂਕਿ ਇਸ ਵੇਲੇ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਚੇਅਰਮੈਨ ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਨਾਟਕ ਦਾ ਦਿਹਾੜਾ ਇੰਟਰਨੈਸ਼ਨਲ ਲੈਵਲ ਤੇ ਮਨਾਇਆ ਜਾਂਦਾ, ਬਹੁਤ ਚੰਗੀ ਗੱਲ ਹੈ, ਪਰ ਅਸੀਂ ਪੰਜਾਬੀ ਲੋਕ ਨਾਟਕ ਦਾ ਦਿਹਾੜਾ ਉਹ ਤਰੀਕ ਲੱਭ ਲਈਏ ਕਿ ਕਦੋਂ ਸਦਾ ਗੁਰਸ਼ਰਨ ਸਿੰਘ ਹੋਰਾਂ ਨੇ ਉੱਥੇ ਪਹਿਲੀ ਵਾਰ ਪਲੇ ਕੀਤਾ, ਨਾਟਕ ਕੀਤਾ। ਉਸ ਦਿਹਾੜੇ ਤੇ ਅਸੀਂ ਉਸ ਦਿਨ ਨੂੰ ਪੰਜਾਬੀ ਲੋਕ ਨਾਟਕ ਮੇਲਾ ਦੇ ਰੂਪ ਦੇ ਵਿੱਚ ਉਸ ਦਿਹਾੜੇ ਨੰਗਲ ਦੇ ਵਿੱਚ ਜਾ ਕੇ ਉਸ ਮੰਚ ਦੇ ਉੱਤੇ ਜਾ ਕੇ ਆਪਣੇ ਟ੍ਰਿਬਿਊਟ ਦਿਆ ਕਰੀਏ, ਤਾਂ ਕਿ ਅਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਸਕੀਏ ਕਿ ਆਖਰ ਗੁਰਸ਼ਰਨ ਸਿੰਘ ਦੀ ਜਿਹੜੀ ਸਾਰੀ ਦੀ ਸਾਰੀ ਸੋਚ ਧਾਰਾ ਸੀ, ਵਿਸ਼ਵਾਸ ਧਾਰਾ ਸੀ, ਉਸ ਦਾ ਆਰੰਭ ਬਿੰਦੂ ਜਿਹੜਾ ਹੈਗਾ ਉਸ ਤੇ ਜਾ ਕੇ ਅਸੀਂ ਉਸ ਨੂੰ ਨਮਨ ਕਰ ਸਕੀਏ, ਸਿਰ ਝੁਕਾ ਸਕੀਏ। ਗੁਰਸ਼ਰਨ ਸਿੰਘ ਨਾਲ ਮੇਰਾ ਰਿਸ਼ਤਾ ਕੀ ਸੀ? ਗੁਰਸ਼ਰਨ ਸਿੰਘ ਨਾਲ ਮੇਰਾ ਰਿਸ਼ਤਾ ਬੜਾ ਪਵਿੱਤਰ ਰਿਸ਼ਤਾ ਸੀ। ਮੈਂ 1971 ਤੀਕ ਸਾ ਗੁਰਸ਼ਰਨ ਸਿੰਘ ਨੂੰ ਬਿਲਕੁਲ ਨਹੀਂ ਸੀ ਫਿਜ਼ੀਕਲੀ ਮਿਲਿਆ, ਪਰ ਉਹਨਾਂ ਨਾਟਕ ਪੜ੍ਹਦਾ ਹੁੰਦਾ ਸੀ। ਪ੍ਰੀਤਲੜੀ ਜਦੋਂ ਕਦੇ ਵੀ ਉਹਨਾਂ ਨੂੰ ਭਾਈ ਮੰਨਾ ਸਿੰਘ ਚੁਰਾਹੇ ਤੇ, ਭਾਈ ਮੰਨਾ ਸਿੰਘ ਫਲਾਣੀ ਥਾਂ ਤੇ, ਭਾਈ ਮੰਨਾ ਸਿੰਘ ਫਲਾਣੀ ਥਾਂ ਦੇ ਉੱਤੇ, ਤਾਂ ਉਡੀਕ ਹੁੰਦੀ ਸੀ। ਉਹ ਕਿਰਦਾਰ ਸਾਡੇ ਸਵਾਸਾਂ 'ਚ ਰਮ ਗਿਆ ਸੀ, ਅਸੀਂ ਉਸ ਕਿਰਦਾਰ ਨੂੰ ਜਾਣਨ ਲੱਗ ਗਏ ਸਾਂ। ਔਰ ਜਦੋਂ ਪਹਿਲੀ ਵਾਰ ਸਾ ਗੁਰਸ਼ਰਨ ਸਿੰਘ ਦੇ ਦੂਰੋਂ ਦਰਸ਼ਨ ਕੀਤੇ, ਉਹ ਸ਼ਾਇਦ 71 ਦਾ ਕੋਈ ਦਿਹਾੜਾ ਸੀ ਜਦੋਂ ਗਾਂਧੀ ਗਰਾਊਂਡ ਦੇ ਵਿੱਚ ਕੋਈ ਨਾਟਕ ਉਹਨਾਂ ਦਾ ਵੇਖਣ ਦਾ ਸੁਭਾਗ ਹਾਸਲ ਹੋਇਆ। ਉਸ ਤੋਂ ਬਾਅਦ ਵਿੱਚ 1971 ਦੇ ਵਿੱਚ ਹੀ ਪਹਿਲੀ ਵਾਰ ਮੈਂ ਉਹਨਾਂ ਨੂੰ ਜਾ ਕੇ, ਜਿਹੜਾ ਸਿੰਜਾਈ ਮਹਿਕਮੇ ਦਾ ਰਿਸਰਚ ਕੇਂਦਰ ਸੀ ਅੰਮ੍ਰਿਤਸਰ ਵਾਲਾ GT ਰੋਡ ਤੇ, ਛਾਟੇ ਨੂੰ ਜਾਂਦੀ ਸੜਕ ਤੇ, ਖਾਲਸਾ ਕਾਲਜ ਨੂੰ ਜਾਂਦੀ ਸੜਕ ਤੇ, ਉੱਥੇ ਜਾ ਕੇ ਦਰਸ਼ਨ ਕੀਤੇ ਔਰ ਕੰਬਦੀਆਂ ਲੱਤਾਂ ਨਾਲ ਜਾ ਕੇ ਮਿਲੇ ਕਿ ਗੁਰਸ਼ਰਨ ਸਿੰਘ ਨੂੰ ਮਿਲਣ ਜਾ ਰਹੇ ਹਾਂ। ਇੰਝ ਲੱਗਦਾ ਸੀ ਜਿਵੇਂ ਅਸੀਂ ਬਹੁਤ ਵੱਡੇ ਮੀਨਾਰ ਨੂੰ ਮਿਲਣ ਜਾ ਰਹੇ ਹਾਂ। ਪਰ ਜਿਸ ਮੁਹੱਬਤ ਨਾਲ ਉਹਨਾਂ ਨੇ ਸਾਨੂੰ ਪਿਆਰ ਕੀਤਾ, ਵਿਸ਼ਵਾਸ ਦਿੱਤਾ, ਲਿਖਤ ਸੁਣੀ, ਲਿਖਤ ਨੂੰ ਬਾਅਦ ਵਿੱਚ ਸਰਦਲ 'ਚ ਪਬਲਿਸ਼ ਕੀਤਾ, ਔਰ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਹੀ ਉਹ ਬੜੀ ਵੱਡੀ ਇੱਕ ਕਰਾਮਾਤ ਵਰਗੀ ਗੱਲ ਸੀ। ਗੁਰਸ਼ਰਨ ਸਿੰਘ ਉਹਨੇ ਦਿਨੀ ਅੰਮ੍ਰਿਤਸਰ ਜਿਹੜੀ ਅਦਬੀ ਇੱਕ ਟਿਕਾਣੇ ਦੀ ਥਾਂ ਸੀ, ਤੇਜ ਪ੍ਰਿੰਟਿੰਗ ਪ੍ਰੈਸ, ਉੱਥੇ ਅਕਸਰ ਆਇਆ ਜਾਇਆ ਕਰਦੇ ਸਨ। ਔਰ ਉਹਨਾਂ ਨੇ ਹੀ ਪਹਿਲੀ ਵਾਰ ਗੁਰਦਿਆਲ ਸਿੰਘ ਫੁੱਲ ਹੋਰਾਂ ਦੇ ਨਾਟਕਾਂ ਨੂੰ ਇੱਕ ਉਹ ਅੰਦਾਜ਼ ਦਿੱਤਾ ਜਿਹੜਾ ਸ਼ਾਇਦ ਫੁੱਲ ਸਾਹਿਬ ਆਪਣੇ ਰਾਹੀਂ ਆਪ ਖੁਦ ਨਹੀਂ ਸੀ ਦੇ ਸਕੇ, ਜਦ ਕਿ ਬੜੀ ਵੱਡੀ ਸੰਸਥਾ ਸਨ। ਗੁਰਦਿਆਲ ਸਿੰਘ ਫੁੱਲ ਹੋਰਾਂ ਦੀ ਅਜ਼ਮਤ ਬਾਰੇ ਅਸੀਂ ਬਹੁਤ ਲੋਕ ਘੱਟ ਜਾਣਦੇ ਹਾਂ, ਜਿੱਡੀ ਵੱਡੀ ਉਹ ਅਜ਼ੀਮ ਹਸਤੀ ਸਨ, ਨਾਟਕ ਖੇਤਰ ਦੇ ਵੀ, ਜ਼ਿੰਦਗੀ ਦੇ ਸ਼ਾਹਸਵਾਰ ਵੀ। ਔਰ ਡਾਕਟਰ ਆਤਮਜੀਤ ਵਰਗੇ ਬੰਦੇ ਜਦੋਂ ਗੱਲ ਕਰਦੇ ਨੇ ਗੁਰਦਿਆਲ ਸਿੰਘ ਫੁੱਲ ਦੀ, ਇਮੋਸ਼ਨਲ ਹੋ ਜਾਂਦੇ ਨੇ ਕਿ ਅਸੀਂ ਕਿੱਡੇ ਵੱਡੇ ਲੋਕਾਂ ਨੂੰ ਕਿੰਨੀ ਅਣਗਹਿਲੀ ਨਾਲ ਵਿਸਾਰਿਆ ਹੋਇਆ। ਉਹਨਾਂ ਨੂੰ ਕਦਰਦਾਨੀ ਪਹਿਲੀ ਵਾਰ ਜੇ ਕੀਤੀ ਕਿਸੇ ਵਿਅਕਤੀ ਨੇ ਤਾਂ ਸਦਾ ਗੁਰਸ਼ਰਨ ਸਿੰਘ ਸਨ, ਕਿਉਂਕਿ ਗੁਰਦਿਆਲ ਸਿੰਘ ਫੁੱਲ ਦੇ ਲਿਖੇ ਨੂੰ, ਉਹਨਾਂ ਦੇ ਵਿਹਾਰ ਨੂੰ, ਉਹਨੇ ਸੋਚ ਧਾਰਾ ਨੂੰ ਅੱਗੇ ਲੈ ਕੇ ਜਾਣ ਵਾਸਤੇ ਉਹਨਾਂ ਨੇ ਜਿਹੜੇ ਪਹਿਲੇ ਨਾਟਕ ਸੀ, ਜਿਹੜੇ ਜਿਨ੍ਹਾਂ ਚੋਂ ਜਨ ਸੱਚ ਪੱਲੇ ਹੋਏ ਦਾ ਜ਼ਿਕਰ ਕੀਤਾ ਗਿਆ, ਇਹ ਲਹੂ ਕਿਸਦਾ ਹੈ ਜ਼ਿਕਰ ਕੀਤਾ ਗਿਆ, ਜਾਂ ਹੋਰ ਨਾਟਕ ਵੀ ਜਿਹੜੇ ਸੀ, ਉਹ ਸਾਰੇ ਨਾਟਕ ਗੁਰਦਿਆਲ ਸਿੰਘ ਫੁੱਲ ਹੋਰਾਂ ਦੇ ਲਿਖੇ ਹੋਏ ਜਿਹੜੇ ਸੀ ਉਹ ਪੇਸ਼ ਕੀਤੇ ਗਏ। ਤੁਸੀਂ ਸਾਰੇ ਇਸ ਗੱਲ ਤੇ ਬੜੇ ਆਨੰਦਿਤ ਹੋਵੋਗੇ ਜਾਣ ਕੇ
ਕਿ ਸਰ ਗੁਰਸ਼ਰਨ ਸਿੰਘ ਨੇ ਇੱਕ ਪੂਰੀ ਟੀਮ ਜਿਹੜੀ ਤਿਆਰ ਕੀਤੀ, ਉਹ 'ਚ ਕੋਈ ਵੀ ਪਹਿਲਾ ਥੀਏਟਰ ਦਾ ਕੋਈ ਵਰਗੀਕ੍ਰਿਤ ਕੰਮ ਨਹੀਂ ਸੀ। ਦਲਜੀਤ ਕੌਰ ਫਰੈਸ਼, ਹਰਭਜਨ ਸਿੰਘ ਜੱਬਲ ਬਿਲਕੁਲ ਤਾਜ਼ਾ ਤਰੂ, ਬਿਲਕੁਲ ਜਤਿੰਦਰ ਕੌਰ ਬਾਅਦ ਚ ਆਈ, ਉਹਨਾਂ ਦੀ ਨਿੱਕੀ ਭੈਣ ਜਤਿੰਦਰ ਤੋਂ ਬਾਅਦ ਸਤਿੰਦਰ ਆਈ, ਜਾਂ ਹੋਰ ਬੜੇ ਆਰਟਿਸਟ ਆਏ। ਉਹ ਸਾਰੇ ਆਰਟਿਸਟ ਜਿਹੜੇ ਨੇ ਉਹ ਉਹਨਾਂ ਦੇ ਨਾਲ ਉਹ ਜੁੜੇ ਜਿਨ੍ਹਾਂ ਨੇ ਥੀਏਟਰ ਪਹਿਲੀ ਵਾਰ ਇੱਕ ਵਿਸ਼ਵਾਸਵੰਤ ਕੀਤਾ ਕਿ ਗੁਰਸ਼ਰਨ ਸਿੰਘ ਨੇ ਕਿਹਾ ਕੁਝ ਨਹੀਂ ਹੁੰਦਾ, ਤੁਸੀਂ ਇੱਕ ਵਾਰੀ ਮੰਚ ਤੇ ਚਲੇ ਗਏ, ਆਪਣੀ ਗੱਲ ਆਖੋ, ਤੁਸੀਂ ਗੱਲ ਕਹਿਣ ਦੀ ਜਾਚ ਸਿੱਖੋ। ਜਦੋਂ ਕਦੇ ਇੰਟਰਵਿਊ ਸੁਣਦਾ ਮੈਂ ਜਤਿੰਦਰ ਕੌਰ ਦੀ, ਤਾਂ ਉਹ ਦੱਸਦੀ ਕਲੀਅਰ ਕੱਟ ਗੱਲ ਸਾਨੂੰ ਕਿ ਅੰਮ੍ਰਿਤਸਰ ਦੀਆਂ ਧੀਆਂ ਤੋਂ ਲੈ ਕੇ ਵਿਸ਼ਵ ਦੀਆਂ ਧੀਆਂ ਤੱਕ ਦਾ ਜਿਹੜਾ ਸੁਨੇਹਾ ਗੁਰਸ਼ਰਨ ਸਿੰਘ ਨੇ ਆਤਮ ਬਲ ਦਾ ਦਿੱਤਾ, ਉਹ ਬੜੀ ਵੱਡੀ ਗੱਲ ਸੀ ਆਪਣੇ ਆਪ ਦੇ ਵਿੱਚ। ਸਰ ਗੁਰਸ਼ਰਨ ਸਿੰਘ ਹੋਰਾਂ ਦੀ ਜਦੋਂ ਪਹਿਲੀ ਨਜ਼ਮ ਮੇਰੀ ਛਾਪੀ ਸਰਦਤ, ਮੈਨੂੰ ਯਾਦ ਆਉਂਦਾ ਕਿ ਮੈਂ ਉਹਦੀਆਂ 5 ਕਾਪੀਆਂ ਬਟਾਲੇ ਬੱਸ ਸਟੈਂਡ ਤੋਂ ਖਰੀਦੀਆਂ, ਔਰ ਮੇਰਾ ਖਿਆਲ ਹੈ ਕਿ ਕੋਈ ਰਿਸ਼ਤੇਦਾਰ ਐਸਾ ਨਹੀਂ ਹੋਣਾ ਜਿਹਨੂੰ ਮੈਂ ਉਹਦੀ ਕਾਪੀ ਨਾ ਵੰਡੀ ਹੋਵੇ, ਇਸ ਚਾਅ ਦੇ ਨਾਲ ਕਿ ਮੈਨੂੰ ਗੁਰਸ਼ਰਨ ਸਿੰਘ ਨੇ ਪ੍ਰਵਾਨਗੀ ਦਿੱਤੀ ਹੈ। ਫਿਰ ਉਹ ਵੀ ਦਿਨ ਯਾਦ ਆਉਂਦਾ ਜਦੋਂ ਪਹਿਲੀ ਵਾਰ ਸ਼ਿਵ ਕੁਮਾਰ ਦੀ ਮੌਤ ਤੋਂ ਬਾਅਦ ਚ ਬਟਾਲੇ ਦੇ ਖਾਲਸਾ ਸਕੂਲ ਦੇ ਵਿੱਚ ਇੱਕ ਨਾਟਕ ਖੇਡਿਆ ਗਿਆ ਗੁਰਸ਼ਰਨ ਸਿੰਘ ਦੇ ਨਿਰਦੇਸ਼ਨ ਦੇ ਥੱਲੇ, ਸ਼ਿਵ ਕੁਮਾਰ ਦੀ ਨਜ਼ਮ ਲੂਣਾ ਜਿਹੜੀ ਸੀ, ਲੰਮੀ ਕਵਿਤਾ ਉਹਨਾਂ ਦੀ, ਮਹਾਕਾਵ ਕਹਿ ਲਓ, ਉਸ ਦੇ ਬਾਰੇ ਚ ਉਸ ਦਲਜੀਤ ਕੌਰ ਦਾ ਰੋਲ, ਉਸ ਸਲਮਾਨ ਦਾ ਰੋਲ, ਉਸ ਪੂਰਨ ਦਾ ਰੋਲ ਕਰਦੇ ਕਿਰਦਾਰ ਹੁਣ ਵੀ ਮੇਰੇ ਸਾਹਾਂ ਸਵਾਸਾਂ ਦੇ ਵਿੱਚ ਅੱਗੇ ਜਾ ਕੇ ਤੇ ਪੂਰੀ ਤਰ੍ਹਾਂ ਨਾਲ ਹਾਜ਼ਰ ਨਾਜ਼ਰ ਨੇ। ਮੈਂ ਇਸ ਗੱਲ ਦਾ ਬੜਾ ਚਾਅ ਲੈਣਾ ਕਿ ਸਰ ਗੁਰਸ਼ਰਨ ਸਿੰਘ ਨੂੰ ਮੈਂ ਬਹੁਤ ਜ਼ਿਆਦਾ ਮੁਹੱਬਤ ਨਾਲ ਚੇਤੇ ਕੀਤਾ, ਔਰ ਮੇਰੇ ਅੱਜ ਦੀ ਸੋਚਧਾਰਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਗੁਰਸ਼ਰਨ ਸਿੰਘ ਇਕੱਲੇ ਨਾਟਕਕਾਰ ਨਹੀਂ ਸਨ, ਉਹ ਚੰਗੀ ਸ਼ਾਇਰੀ ਨੂੰ ਪ੍ਰਮੋਟ ਕਰਨ 'ਚ ਬਹੁਤ ਕੰਟਰੀਬਿਊਟ ਕਰਦੇ ਸੀ। ਮੈਨੂੰ ਯਾਦ ਆਉਂਦਾ ਕਿ ਪਹਿਲੀ ਵਾਰ ਜਦੋਂ ਉਹਨਾਂ ਨੇ ਛੱਟਾ ਚਾਨਣਾ ਦਾ ਦਈ ਜਾਣਾ ਸੁਰਿੰਦਰ ਗਿੱਲ ਹੋਰਾਂ ਦਾ ਗੀਤ ਲੋਕਾਂ 'ਚ ਲੈ ਕੇ ਗਏ ਇੱਕ ਐਕਸ਼ਨ ਸੰਗ ਦੇ ਰੂਪ 'ਚ, ਜਾਂ ਕੇਵਲ ਨੂੰ ਯਾਦ ਹੋਣਾ ਕਿ ਗਲੀ ਗਲੀ ਵਿੱਚ ਹੋਕਾ ਜਾਗ ਜਾਗ ਵੇ ਲੋਕਾ, ਇੱਕ ਉਹਨਾਂ ਦਾ ਗੀਤ ਸੁਰਿੰਦਰ ਗਿੱਲ ਦਾ ਨੇ ਪੇਸ਼ ਕੀਤਾ, ਜਾਂ ਮਿੰਦਰ ਸਾਥੀ ਦਾ ਵਿਸ਼ਾਲਾ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਜਾਂ ਜਗਮੋਹਨ ਜੋਸ਼ੀ ਦੀ ਨਜ਼ਮ ਜਿਹੜੀ ਸੀ, ਜਾਂ ਬਹੁਤ ਸਾਰੀਆਂ ਰਚਨਾਵਾਂ ਦੇ ਰਿਕਾਰਡ ਬੰਬੇ ਜਾ ਕੇ ਕੀਤੀਆਂ। ਗੁਰਸ਼ਰਨ ਸਿੰਘ ਹੋਰਾਂ ਦੀ ਜ਼ਿੰਦਗੀ ਦੇ ਕਲਾਵੇ ਦੇ ਵਿੱਚ ਬਹੁਤ ਕੁਝ ਸੀ। ਜੋਗਾ ਸਿੰਘ ਨਜ਼ਮ ਦਾ ਜ਼ਿਕਰ ਕੀਤਾ ਬੜਾ ਸੋਹਣਾ ਸਾਹਿਬ ਸੋਹਰਾ ਨੇ, ਮੈਨੂੰ ਚੇਤਾ ਆ ਰਿਹਾ ਸੀ ਕਿ ਜਦੋਂ ਆਪਣੀ ਮਿੱਟੀ ਕਵਿਤਾ ਦੀ ਕਿਤਾਬ ਉਹਨਾਂ ਦੀ ਆਈ ਜਿਹਦੇ 'ਚ ਰੇਖਾ ਚਿੱਤਰ ਸਨ ਸਧਾਰਨ ਲੋਕਾਂ ਦੇ, ਤੇ ਉਹਨਾਂ 'ਚੋਂ ਮੁਨਸ਼ੀ ਖਾਂ ਦਾ ਕਿਰਦਾਰ ਜਿਹੜਾ ਸੀ ਉੱਤੇ ਨਾਟਕ ਜਦੋਂ ਉਸਾਰਿਆ ਭਾਈ ਗੁਰਸ਼ਰਨ ਸਿੰਘ ਹੋਰਾਂ ਨੇ, ਤਾਂ ਉਹ ਆਪਣੇ ਆਪ ਦੇ ਵਿੱਚ ਕਰਾਮਾਤ ਸੀ। ਇੱਕ ਨਜ਼ਮ ਨੂੰ ਥੀਏਟਰੀਕਲ ਪ੍ਰੈਜੈਂਟੇਸ਼ਨ ਕਰਨਾ ਇਹ ਕੋਈ ਨਿੱਕੀ ਗੱਲ ਨਹੀਂ ਹੁੰਦੀ, ਪਰ ਲੋਕਾਂ ਦੇ ਸਾਹਾਂ ਸਵਾਸਾਂ ਤੱਕ ਪਹੁੰਚਾ ਦੇਣਾ ਵੱਡੀ ਗੱਲ ਸੀ। ਇੱਕ ਗੱਲ ਹੋਰ ਜਿਹੜੀ ਇਹ ਸਾਰੇ ਸੈਮੀਨਾਰ 'ਚ ਨਹੀਂ ਹੋ ਸਕੀ, ਉਹ ਸੀ ਗੁਰਸ਼ਰਨ ਸਿੰਘ ਹੋਰਾਂ ਦਾ ਦੋਸਤੀ ਪਕਾਉਣ ਦਾ ਅੰਦਾਜ਼। ਬਲਾਸਾਨੀ ਹੋਰੀ ਅਕਸਰ ਗੁਰਸ਼ਰਨ ਸਿੰਘ ਹੋਰਾਂ ਨਾਲ ਵਕਤ ਗੁਜ਼ਾਰਦੇ ਹੁੰਦੇ ਸੀ ਪੰਜਾਬ 'ਚ ਆ ਕੇ, ਔਰ ਗੁਰਸ਼ਰਨ ਸਿੰਘ ਹੋਰਾਂ ਨੂੰ ਉਹਨਾਂ ਨੇ ਆਖਿਆ ਹੋਇਆ ਸੀ ਕਿ ਕੁਝ ਨਾਟਕ ਐਸੇ ਤਿਆਰ ਕਰੋ ਜਿਸ ਮੇਰਾ ਰੋਲ ਹੋਵੇ, ਔਰ ਰੋਲ ਕਰਦੇ ਰਹੇ ਨੇ ਆ ਕੇ। ਫਿਰ ਜਦੋਂ ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ 5000 ਰੁਪਏ ਦਾ ਪੁਰਸਕਾਰ ਦਿੱਤਾ, ਬਲਾਸਾਨੀ ਹੋਰਾਂ ਨੂੰ ਉਹਨਾਂ ਦੇ ਕੀਤੇ ਕੰਮ ਬਦਲੇ, ਤਾਂ ਉਹਨਾਂ ਨੇ 5000 ਰੁਪਏ ਦੀ ਜਿਹੜੀ ਕੋਟਲੀ ਸੀ ਉਹ ਗੁਰਸ਼ਰਨ ਸਿੰਘ ਹੋਰਾਂ ਨੂੰ ਸੌਂਪ ਦਿੱਤੀ ਕਿ ਇਨਾਮ ਦੇ ਪੈਸੇ ਜਿਹੜੇ ਨੇ ਇਹ ਲੋਕ ਸਾਹਿਤ ਦੀ ਪ੍ਰਮੋਸ਼ਨ ਵਾਸਤੇ ਗੁਰਸ਼ਰਨ ਸਿੰਘ ਤੈਨੂੰ ਮੈਂ ਦੇ ਰਿਹਾ। ਉਹ 5000 ਦੀ ਜਿਹੜੀ ਪੋਟਲੀ ਸੀ ਉਹਦੇ ਨਾਲ ਉਹਨਾਂ ਨੇ ਬਲਰਾਜ-ਸਾਨੀ ਘਰੇਲੂ ਪੁਸਤਕ ਯੋਜਨਾ ਸ਼ੁਰੂ ਕੀਤੀ, ਜਿਹਦੇ ਰਾਹੀਂ ਉਹਨਾਂ ਨੇ ਬਹੁਤ ਸਾਰੀਆਂ ਚੰਗੀਆਂ ਕਿਤਾਬਾਂ ਉਹਨਾਂ ਵਕਤਾਂ ਦੀਆਂ ਜਿਹੜੀਆਂ ਸੀ ਉਹ ਪਬਲਿਸ਼ ਕੀਤੀਆਂ। ਇਹ ਗੱਲ ਵੱਖਰੀ ਹੈ ਕਿ ਲੋਕ ਕਥਾ, ਸੀਸ ਤਲੀ ਤੇ ਇਹ ਦੋਵੇਂ ਪਹਿਲਾਂ ਛਪ ਚੁੱਕੀਆਂ ਸੀ, ਦਸਤਾਵੇਜ਼ ਪਹਿਲਾਂ ਛਪ ਚੁੱਕੀ ਸੀ, ਤੁਹਾਡਾ ਰੱਬ ਭਲਾ ਕਰੇ ਹੋਰ ਕਈ ਕਿਤਾਬਾਂ ਸੀ ਪਹਿਲਾਂ ਛਪ ਚੁੱਕੀਆਂ ਸੀ, ਪਰ ਉਦੋਂ ਬਾਅਦ ਵਿੱਚ ਇੱਕ ਪੂਰੀ ਲੰਮੀ ਕਤਾਰ ਚੱਲੀ, ਉੜਦੇ ਬਾਜਾ ਮਗਰ, ਜਾਂ ਸੰਗੀ ਸਾਥੀ ਦਰਸ਼ਨ ਖਟਕਟ ਭਾਜੀ ਦੀ, ਜਾਂ ਉਹਦੇ 'ਚ ਈਵਨ ਸਾਡੇ ਕਹਾਣੀਕਾਰਾਂ ਦੇ ਵਿੱਚੋਂ ਬਰਿਆਮ ਦੀ ਲੋਹੇ ਦੇ ਹੱਥ, ਸਰਵਣ ਰਾਹੀ ਦੀ ਰੰਗ ਹੱਸੇ ਰੰਗ ਰੋਏ, ਜਾਂ ਕੁਲਵੰਤ ਜਗਰਾਉਂ ਦੀ ਕਿਤਾਬ ਸਮੇਂ ਦੇ ਬੋਲ। ਉਸ ਤੋਂ ਬਾਅਦ ਮੈਨੂੰ ਯਾਦ ਆਉਂਦਾ ਉਹਦੇ 'ਚ ਸੁਖਵੰਤ ਕੌਰ ਮਾਨ ਦੀਆਂ ਕਹਾਣੀਆਂ ਤੇ ਨਾਵਲੇਟ, ਪਤਾ ਨਹੀਂ ਕਿਹੜੇ ਕਿਹੜੇ ਲੇਖਕ ਨੂੰ ਲੱਭ ਕੇ ਭਾਜੀ ਗੁਰਸ਼ਰਨ ਸਿੰਘ, ਪ੍ਰੀਤਮ ਬੇਲੀ ਦੀਆਂ ਕਿਤਾਬਾਂ, ਕੁਲਦੀਪ ਕਲਪਨਾ ਦੀਆਂ, ਕੁਲਦੀਪ ਆਪਣੇ ਦੀਆਂ, ਕੁਲਦੀਪ ਕੌਰ ਹੁੰਦੀ ਸੀ ਭੈਣ ਉਹਨਾਂ ਦੀ ਬੇਲੀ ਹੋਰਾਂ ਦੀ, ਉਹ ਸਾਰੇ ਲੋਕਾਂ ਦੀਆਂ ਲਿਖਤਾਂ ਨੂੰ ਲੱਭ ਕੇ ਉਹਨਾਂ ਨੇ ਪੇਸ਼ ਕੀਤਾ। ਔਰ ਗੁਰਸ਼ਰਨ ਸਿੰਘ ਨੇ ਇੱਕ ਕਲਚਰਲ ਮੂਵਮੈਂਟ ਬਿਲਡ ਕੀਤੀ। ਇੱਕ ਵਾਰ ਮੈਨੂੰ ਕਹਿਣ ਲੱਗੇ, ਕਹਿੰਦੇ ਗੁਰਭਜਨ ਮੇਰਾ ਜੀ ਕਰਦਾ ਕਿ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਦੇ ਨਾਟਕ ਪੇਸ਼ ਕਰਾਂ। ਮੈਂ ਕਿਹਾ ਭਾਜੀ ਜੇ ਮੈਂ ਆਪਣੇ ਜੀ ਦੀ ਦੱਸਦਾ, ਕਹਿੰਦੇ ਦੱਸ। ਮੈਂ ਕਿਹਾ ਮੇਰਾ ਜੀ ਕਰਦਾ ਵੀ ਤੁਸੀਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਨਾਟਕ ਖੇਡੋ। ਕਹਿੰਦੇ ਕੋਈ ਬੁਰੀ ਗੱਲ ਨਹੀਂ। ਮੈਂ ਕਿਹਾ ਵੀ ਮੈਨੂੰ ਤਾਂ ਇਹ ਦੱਸਿਆ ਗਿਆ ਕਿ ਤੁਸੀਂ ਇਸ ਕਿਸਮ ਦੇ ਵੱਡੇ ਜਿਹੜੇ ਖੇਡ ਮੇਲੇ ਨੂੰ ਤੇ ਜਾ ਕੇ ਰਾਜ਼ੀ ਨਹੀਂ। ਕਹਿੰਦੇ ਤੈਨੂੰ ਇਹ ਗੱਲ ਕਿਹਨੇ ਕਹਿਤੀ, ਤੂੰ ਇੱਕ ਵਾਰੀ ਮੈਨੂੰ ਆਖਿਆ। ਔਰ ਫਿਰ ਉਹਨਾਂ ਨੇ ਲਗਾਤਾਰ 2 ਸਾਲ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਉੱਤੇ ਹਜ਼ਾਰਾਂ ਦੇ ਇਕੱਠ ਦੇ ਵਿੱਚ ਸ਼ਾਮ ਨੂੰ ਨਾਟਕਾਂ ਦੀ ਪੇਸ਼ਕਾਰੀ ਕੀਤੀ। ਇਸੇ ਤਰ੍ਹਾਂ ਨਾਲ ਹੀ
ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਬਾਰੇ ਵੀ ਕਿਸੇ ਨੇ ਕਿਹਾ ਕਿ ਉਹ ਮੇਲੇ ਨੂੰ ਪਸੰਦ ਨਹੀਂ ਕਰਦੇ। ਮੈਂ ਕਿਹਾ ਭਾਜੀ ਪਤਾ ਲੱਗਾ ਤੁਸੀਂ ਮੇਲੇ ਨੂੰ ਪਸੰਦ ਨਹੀਂ ਕਰਦੇ, ਤੇ ਮੈਂ ਤੇ ਉੱਥੇ ਲੰਬੜਦਾਰ ਛੋਟਾ ਜਿਹਾ। ਕਹਿੰਦੇ ਤੈਨੂੰ ਇਹ ਗੱਲ ਕਿਹਨੇ ਕਹਿਤੀ? ਮੈਂ ਮੋਹਨ ਸਿੰਘ ਨੂੰ ਪਸੰਦ ਕਰਦਾ, ਮੋਹਨ ਸਿੰਘ ਦੀ ਯਾਦ ਵਿੱਚ ਚੰਗਾ ਕੰਮ ਹੋਵੇ ਉਹਨੂੰ ਸਾਰਿਆਂ ਨੂੰ ਪਸੰਦ ਕਰਦਾ, ਪਰ ਜੇ ਉਹਦੇ ਨਾਂ ਦੇ ਉੱਤੇ ਕੋਈ ਤਮਾਸ਼ਾ ਹੋਵੇ ਉਹਨੂੰ ਮੈਂ ਪਸੰਦ ਨਹੀਂ ਕਰਦਾ। ਮੈਂ ਕਿਹਾ ਭਾਜੀ ਸਾਡਾ ਜੀ ਕਰਦਾ ਵੀ ਵਿਚਕਾਰਲੇ ਦਿਨ ਤੁਸੀਂ ਨਾਟਕ ਖੇਡੋ ਆ ਕੇ। ਔਰ ਕਈ ਸਾਲ ਸਦਾ ਗੁਰਸ਼ਰਨ ਸਿੰਘ ਉਸ ਮੇਲੇ ਤੇ ਆ ਕੇ ਆਪਣੇ ਨਾਟਕ ਪੇਸ਼ਕਾਰੀਆਂ ਕਰਦੇ ਰਹੇ। ਬਾਅਦ ਵਿੱਚ ਕੇਵਲ ਧਾਲੀਵਾਲ ਵੀ ਕਰਦੇ ਰਹੇ, ਹੋਰ ਦੋਸਤ ਵੀ ਅਸੀਂ ਜਿਹੜੇ ਜਿਹੜੇ ਬੁਲਾਏ ਸਾਰੇ, ਜਗਦੀਸ਼ ਸਚਦੇਵਾ ਕਰਦਾ ਰਿਹਾ। ਇਹ ਸਾਰੀ ਇੱਕ ਆਪਣੇ ਆਪ ਦੇ ਵਿੱਚ ਇੱਕ ਲੰਮੀ ਕਤਾਰ ਹੈ। ਵਾਕਈ ਗੱਲ ਜਿਹੜੀ ਆਖੀ ਹੈ ਇਹਨੇ ਆਪਣੇ ਨੇ, ਕੇਵਲ ਨੇ ਵੀ ਕਹੀ ਹੈ, ਔਰ ਮੇਰੇ ਪਿਆਰੇ ਵੀਰ ਸਾਹਿਬ ਸਿੰਘ ਨੇ ਵੀ ਕਹੀ ਹੈ, ਤਰਲੋਚਨ ਨੇ ਵੀ ਕਹੀ ਹੈ ਕਿ ਗੁਰਸ਼ਰਨ ਸਿੰਘ ਇੱਕ ਵਰਤਾਰੇ ਦਾ ਨਾਂ ਹੈ, ਉਹ ਵਿਅਕਤੀ ਨਹੀਂ ਸੀ। ਔਰ ਜਦੋਂ ਸੱਚ ਜਾਣਿਓ ਮੈਨੂੰ 8 ਵਾਲੀਅਮ ਮਿਲੇ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ, ਕੇਵਲ ਦੇ ਭੇਜੇ ਹੋਏ, ਉਦੋਂ ਮੈਨੂੰ ਲੱਗਿਆ ਸੀ ਕਿ ਜੇ ਕੋਈ ਪਿਆਰ ਕਰੇ ਤਾਂ ਆਪਣੇ ਪੁਰਖੇ ਨੂੰ ਕੇਵਲ ਵਾਂਗ ਕਰੇ, ਨਹੀਂ ਤਾਂ ਨਾ ਕਰੇ। ਅੱਜ ਵੀ ਜਦੋਂ ਮੈਂ ਕਿਤਾਬਾਂ ਉਹ ਕਦੇ ਕਦੇ ਵਿੱਚੋਂ ਰੈਫਰੈਂਸ ਲਈ ਕੱਢਦਾ ਤੇ ਮੈਨੂੰ ਇੰਝ ਜਾਣਿਓ ਇੱਕ ਸਰੂਰ ਚੜ੍ਹਦਾ ਕਿ ਇੱਥੇ ਲੋਕੀ ਸਕੇ ਪਿਓ ਦੀਆਂ ਕਿਤਾਬਾਂ ਛਾਪਣ ਨੂੰ ਤਿਆਰ ਨਹੀਂ, ਈਵਨ ਰਾਈਟਸ ਦੇਣ ਨੂੰ ਤਿਆਰ ਨਹੀਂ। ਔਰ ਕੇਵਲ ਨੇ ਉਹ ਕੰਮ ਕੀਤਾ ਜਿਹੜਾ ਲੱਖਾਂ ਕਰੋੜਾਂ ਰੁਪਇਆ ਦੇ ਕੇ ਵੀ ਕੇਵਲ ਵੀਰ ਉਹ ਤੂੰ ਨਹੀਂ ਸੀ ਕਮਾਈ ਕਰ ਸਕਦਾ ਜਿੰਨੀ ਇਹ ਕਮਾਈ ਤੂੰ ਕਰ ਗਿਆ। ਗੁਰਸ਼ਰਨ ਸਿੰਘ ਦੀਆਂ ਲਿਖਤਾਂ ਨੂੰ ਸੰਭਾਲ ਕੇ ਸਦਾ ਵਾਸਤੇ ਸਾਡੇ ਸਾਹਮਣੇ ਇੱਕ ਤੂੰ ਉਹ ਲਕੀਰ ਵਾਹ ਗਿਆ, ਜਿਹਦੀ ਲਕੀਰ ਨੂੰ ਉਸ ਤੋਂ ਵੱਡੀ ਵਾਹੁਣਾ ਸ਼ਾਇਦ ਮੇਰੇ ਵਰਗੀਆਂ ਹਸਤੀਆਂ ਦੇ ਜਾਂ ਵਿਅਕਤੀਆਂ ਦੇ ਵੱਸ ਦੀ ਗੱਲ ਨਹੀਂ। ਗੁਰਸ਼ਰਨ ਸਿੰਘ ਦੇ ਦਿਹਾੜੇ ਨੂੰ ਚੇਤੇ ਕਰਨਾ, ਡਾਕਟਰ SP ਸਿੰਘ ਹੋਰਾਂ ਦਾ, ਪ੍ਰਿੰਸੀਪਲ ਸਾਹਿਬ ਦਾ, ਭੁਪਿੰਦਰ ਸਿੰਘ ਦਾ, ਗੁਰਪ੍ਰੀਤ ਵੀਰ ਦਾ, ਇਹਨਾਂ ਸਾਰਿਆਂ ਦਾ ਮੈਂ ਸ਼ੁਕਰਾਨਾ ਇਸ ਲਈ ਕਰਦਾ ਕਿ ਤੁਸੀਂ ਸਾਡੇ ਲਈ ਇੱਕ ਵਸੀਲਾ ਸਿਰਜਿਆ, ਬਹਾਨਾ ਸਿਰਜਿਆ ਕਿ ਅਸੀਂ ਭਾਜੀ ਨੂੰ ਯਾਦ ਕਰ ਸਕੀਏ। ਮੈਨੂੰ ਦਿਨ ਯਾਦ ਆਉਂਦਾ ਜਦੋਂ ਕੁੱਸੇ ਪਿੰਡ ਦੇ ਵਿੱਚ ਸਰਦਾਰ ਗੁਰਸ਼ਰਨ ਸਿੰਘ ਨੂੰ ਲੋਕ ਸਨਮਾਨ ਦਿੱਤਾ ਗਿਆ ਤੇ ਮੈਨੂੰ ਅਮੋਲਕ ਹੋਰੀ ਕਹਿਣ ਲੱਗੇ, ਕਹਿੰਦੇ ਉਹਨਾਂ ਬਾਰੇ ਤੁਸੀਂ ਕੁਝ ਲਿਖਿਆ? ਮੈਂ ਕਿਹਾ ਉਹਨਾਂ ਬਾਰੇ ਮੈਂ ਜਿਹੜਾ ਲਿਖਿਆ ਉਹ ਤੁਸੀਂ ਛਾਪ ਲਓਗੇ? ਕਹਿੰਦੇ ਹਾਂ ਛਾਪਾਂਗੇ। ਤੇ ਫਿਰ ਮੈਂ ਉਹਨਾਂ ਬਾਰੇ ਇੱਕ ਨਜ਼ਮ ਜਿਹੜੀ ਲਿਖੀ ਸੀ ਉਹ ਮੈਂ ਉਹਨਾਂ ਨੂੰ ਭੇਜੀ, ਉਹਨਾਂ ਨੇ ਸਲਾਮ ਦੇ ਵਿੱਚ ਉਹਨੂੰ ਪਬਲਿਸ਼ ਕੀਤਾ। ਬਾਅਦ ਵਿੱਚ ਉਹਨੂੰ ਜਦੋਂ ਡਾਕਟਰ ਅਨੂਪ ਸਿੰਘ ਨੇ ਉਹਨਾਂ ਦਾ ਅਭਿਨੰਦਨ ਗ੍ਰੰਥ ਪਬਲਿਸ਼ ਕੀਤਾ ਤਾਂ ਉਸ 'ਚ ਵੀ ਉਹਨੇ ਸ਼ਾਮਿਲ ਕੀਤਾ। ਹੋਰ ਦੋਸਤਾਂ ਨੇ ਵੀ, ਹਰ ਲਿਖਤ ਨੇ, ਜਿੱਥੇ ਕਿਤੇ ਗੁਰਸ਼ਰਨ ਸਿੰਘ ਦਾ ਜ਼ਿਕਰ ਚੱਲਦਾ ਉੱਥੇ ਉਹਨਾਂ ਦੀ ਵੀ ਸ਼ਾਮਿਲ ਹੁੰਦੀ ਹੈ। ਮੈਨੂੰ ਲੱਗਦਾ ਕਿ ਸਾ ਗੁਰਸ਼ਰਨ ਸਿੰਘ ਨੂੰ ਚੇਤੇ ਕਰਨਾ ਇੱਕ ਜ਼ਿੰਮੇਵਾਰੀ ਨਿਭਾਉਣ ਵਰਗਾ ਕਾਰਜ ਹੈ। ਔਰ ਅਖੀਰ 'ਚ ਫਿਰ ਕੇਵਲ ਨੂੰ ਆਖਾਂਗਾ, ਕੇਵਲ ਯਾਰ ਲੋਕ ਨਾਟਕ ਮੇਲਾ ਭਾਜੀ ਦੀ ਯਾਦ ਵਿੱਚ ਆਪਾਂ ਨੰਗਲ 'ਚ ਸ਼ੁਰੂ ਕਰੀਏ ਤਾਂ ਉਸ 'ਚ ਸਹਿਯੋਗ ਆਪਾਂ ਪਲਸ ਮੰਚ ਦਾ ਵੀ ਲਈਏ, ਜਿਹੜੀਆਂ ਬਾਕੀ ਅਗਾਂਹ ਜਥੇਬੰਦੀ ਉਹਨਾਂ ਦਾ ਵੀ ਲਈਏ, ਨੰਗਲ ਦੀਆਂ ਸੰਸਥਾਵਾਂ ਦਾ ਵੀ ਲਈਏ, ਔਰ ਅਸੀਂ ਉਸ ਨੂੰ ਇੱਕ ਐਸਾ ਨਿਜ਼ਾਮ ਉਸਾਰ ਦਈਏ ਕਿ ਅਸੀਂ ਹੋਈਏ ਨਾ ਹੋਈਏ ਉਹ ਨਾਟਕ ਮੇਲਾ ਉਵੇਂ ਚੱਲਦਾ ਰਹੇ ਜਿਵੇਂ ਗੁਰਸ਼ਰਨ ਸਿੰਘ ਹੋਰਾਂ ਦੀਆਂ ਜਗਾਈਆਂ ਜੋਤਾਂ ਜਿਹੜੀਆਂ ਨੇ ਅੱਜ ਵੀ ਹਨੇਰੀਆਂ ਗਲੀਆਂ ਰੁਸ਼ਨਾ ਰਹੀਆਂ ਨੇ। ਚਾਹੇ ਉਹ ਨੌਜਵਾਨ ਸਾਹਿਬ ਸਿੰਘ, ਡਾਕਟਰ ਸਾਹਿਬ ਸਿੰਘ ਨੇ, ਭਾਵੇਂ ਉਹ ਕੇਵਲ ਧਾਲੀਵਾਲ ਜੀ ਨੇ, ਜਗਦੀਸ਼ ਸਚਦੇਵਾ ਆ, ਜਾਂ ਅਨੀਤਾ ਸ਼ਬਦੀਸ਼ ਆ, ਅਨੀਤਾ ਸਾਡੀ ਦੂਸਰੀ ਹਰਦੀਪ ਦੀ ਵਾਈਫ, ਇਹ ਸਾਰੀਆਂ ਉਹਦੀਆਂ ਅੱਗੋਂ ਆਫਸ਼ੂਟਸ ਨੇ। ਹੀਰਾ ਸਿੰਘ ਰੰਧਾਵਾ ਵਰਗੇ ਨੌਜਵਾਨ ਵੀ ਗੁਰਸ਼ਰਨ ਭਾਜੀ ਨਾਲ ਨਾਟਕ ਖੇਡਦੇ ਰਹੇ ਨੇ। ਸੋ ਅਸੀਂ ਸਾਰਿਆਂ ਨੂੰ ਹੀ ਮੁਹੱਬਤ ਦੇ ਨਾਲ ਚੇਤੇ ਜਦੋਂ ਕਰਦੇ ਹਾਂ ਤਾਂ ਲੱਗਦਾ ਕਿ ਗੁਰਸ਼ਰਨ ਸਿੰਘ ਜੀ ਦਾ ਸਿਰਫ ਔਲਾਦ ਦਾ ਘੇਰਾ 2 ਧੀਆਂ ਨੇ, ਨਵਸ਼ਰਨ ਤੇ ਰੀਤੀ ਨਹੀਂ ਹੈਗੀਆਂ। ਅਸੀਂ ਸਾਰੇ ਭਾਜੀ ਗੁਰਸ਼ਰਨ ਤੇ ਕੁਝ ਨਾ ਕੁਝ ਲੱਗਦੇ ਹਾਂ, ਸਾਰੇ ਉਹਨਾਂ ਕੋਲ ਕੁਝ ਨਾ ਕੁਝ ਝੂਠਾ ਖਾਧਾ ਹੋਇਆ। ਔਰ ਜਦੋਂ ਭਾਸ਼ਾ ਵਿਭਾਗ ਨੇ ਜਦੋਂ ਐਤਕੀ ਸਾਡੀ ਵੱਡੀ ਭੈਣ ਕਹਿ ਲਓ, ਮਾਂ ਕਹਿ ਲਓ, ਸਰਦਾਰਨੀ ਕੈਲਾਸ਼ ਕੌਰ ਨੂੰ ਆਦਰ ਮਾਣ ਦੇਣ ਦਾ ਫੈਸਲਾ ਲਿਆ ਤਾਂ ਮੈਨੂੰ ਲੱਗਦਾ ਕਿ ਇਹਦੋਂ ਵੱਧ ਚਾਅ ਸ਼ਾਇਦ ਕਿਸੇ ਹੋਰ ਨੂੰ ਨਾ ਹੋਵੇ ਜਿੰਨਾ ਮੈਨੂੰ ਜਾਂ ਮੇਰੇ ਵਰਗਿਆਂ ਨੂੰ ਸੀ ਕਿ ਸ਼ੁਕਰ ਹੈ ਹਕੂਮਤੀ ਨਿਜ਼ਾਮ ਦੇ ਵਿੱਚ ਵੀ ਉਹ ਲੋਕ ਜਿਉਂਦੇ ਨੇ ਜਿਹੜੇ ਕੀਤੀਆਂ ਕੀਰਤੀਆਂ ਦੇ ਲੇਖੇ ਜੋਖੇ ਰੱਖ ਕੇ ਏਡੀਆਂ ਵੱਡੀਆਂ ਹਸਤੀਆਂ ਨੂੰ ਸਲਾਮ ਆਖਦੇ ਨੇ। ਸੋ ਮੈਂ ਆਪਣੀ ਗੱਲ ਇੱਥੇ ਸਮੇਟਦਾ ਹੋਇਆ ਬਹੁਤ ਸ਼ੁਕਰਾਨਾ ਕਰਦਾ GGN ਖਾਲਸਾ ਕਾਲਜ, ਇਹਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਭੁਪਿੰਦਰ ਸਿੰਘ ਜੀ, ਇਹਦੇ ਸੰਯੋਜਕ ਡਾਕਟਰ ਗੁਰਪ੍ਰੀਤ ਸਿੰਘ ਜੀ, ਔਰ ਬਾਕੀ ਸਾਥੀ ਸਹਿਯੋਗੀ ਜਿਨ੍ਹਾਂ ਨੇ ਡਾਕਟਰ SP ਸਿੰਘ ਸਰਪ੍ਰਸਤੀ ਥੱਲੇ ਇੱਕ ਬਹੁਤ ਹੀ ਜ਼ਿਆਦਾ ਵਧੀਆ ਕੰਮ ਕੀਤਾ। ਸੋ ਗੁਰਸ਼ਰਨ ਸਿੰਘ ਜ਼ਿੰਦਾਬਾਦ, ਗੁਰਸ਼ਰਨ ਸਿੰਘ ਪਾਇੰਦਾਬਾਦ, ਸਲਾਮ ਭਾਜੀ ਗੁਰਸ਼ਰਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਗੁਰਭਜਨ ਗਿੱਲ ਜੀ, ਤੁਸੀਂ ਗੁਰਸ਼ਰਨ ਭਾਜੀ ਦੀਆਂ ਯਾਦਾਂ ਨੂੰ, ਉਹਨਾਂ ਦੀ ਰੰਗਮੰਚ ਦੀ ਦੇਣ ਨੂੰ ਬਹੁਤ ਵਿਸਥਾਰ ਪੂਰਵਕ ਸਾਡੇ ਨਾਲ ਉਹਨਾਂ ਦੇ ਜਨਮ ਦਿਹਾੜੇ ਤੇ ਸਾਂਝਾ ਕੀਤਾ। ਕੇਵਲ ਧਾਲੀਵਾਲ ਜੀ ਦੀ ਦੇਣ ਨੂੰ ਵੀ ਜਿੰਨੇ ਵੀ ਸਾਡੇ ਸਪੀਕਰ ਹੈ ਸਾਰੇ ਉਹਨਾਂ ਨਾਲ ਰੰਗਮੰਚ ਨਾਲ ਜੁੜੇ ਹੋਏ ਹੈ। ਉਹਨਾਂ ਸਾਰਿਆਂ ਨੂੰ ਤੁਸੀਂ ਇਹਦੇ ਵਿੱਚ ਕੋਟ ਕਰਕੇ ਬਹੁਤ ਅੱਛੀ ਗੱਲ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਹੁਣ
ਕਾਲਜ ਦੇ ਪ੍ਰਿੰਸੀਪਲ ਡਾਕਟਰ ਅਰਵਿੰਦਰ ਸਿੰਘ ਭੱਲਾ, ਜੋ ਕਿ ਸਾਡੇ ਕਿਸੇ ਵੀ ਅਸੀਂ ਸੈਮੀਨਾਰ ਵੈਬੀਨਾਰ ਲਈ ਜਾਈਏ ਉਹਦੇ ਲਈ ਹਮੇਸ਼ਾ ਹੀ ਉਤਸ਼ਾਹਿਤ ਕਰਦੇ ਹਨ, ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰਿਆਂ ਦਾ ਧੰਨਵਾਦ ਕਰਨ। ਡਾਕਟਰ ਰਵਿੰਦਰ ਸਿੰਘ ਭੱਲਾ, ਪ੍ਰਿੰਸੀਪਲ GGM ਖਾਲਸਾ ਕਾਲਜ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗੁਰਪ੍ਰੀਤ ਸਿੰਘ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿਕਾਰ ਦੇ ਸਨੇਹ ਸਤਿ ਸ੍ਰੀ ਅਕਾਲ। ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੇ ਮਾਨਯੋਗ ਪ੍ਰਧਾਨ ਡਾਕਟਰ SP ਸਿੰਘ ਜੀ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਯੋਗ ਮਾਰਗਦਰਸ਼ਨ ਦੇ ਹੇਠ ਅੱਜ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਵੱਲੋਂ ਗੁਰਸ਼ਰਨ ਸਿੰਘ, ਜੋ ਕਿ ਪੰਜਾਬੀ ਰੰਗਮੰਚ ਦੇ ਨਾਮਵਰ ਸ਼ਖਸੀਅਤ ਹਨ, ਉਹਨਾਂ ਦੇ ਜਨਮ ਦਿਵਸ ਨੂੰ ਸਮਰਪਿਤ ਉਹਨਾਂ ਦੇ ਪੰਜਾਬੀ ਰੰਗਮੰਚ ਨੂੰ ਦੇਣ ਦੇ ਵਿਸ਼ੇ ਦੇ ਉੱਤੇ ਇੱਕ ਰੋਜ਼ਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਅਸੀਂ ਵਡਭਾਗੇ ਹਾਂ ਕਿ ਗੁਰਸ਼ਰਨ ਸਿੰਘ ਦੇ ਪੰਜਾਬੀ ਰੰਗਮੰਚ ਨੂੰ ਦੇਣ ਵਿਸ਼ੇ ਦੇ ਉੱਤੇ ਸਾਡੇ ਨਿਮਾਣੇ ਦੇ ਸੱਦੇ ਨੂੰ ਪ੍ਰਵਾਨ ਕਰਕੇ ਕੇਵਲ ਧਾਲੀਵਾਲ, ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕੈਡਮੀ, ਸਾਹਿਬ ਸਿੰਘ ਨਾਟਕਕਾਰ ਤੇ ਨਿਰਦੇਸ਼ਕ ਪ੍ਰੋਫੈਸਰ ਗੁਰਬਚਨ ਖੇਲ, ਮਾਸਟਰ ਤਰਲੋਚਨ ਸਿੰਘ ਵਰਗੀਆਂ ਨਾਮਵਰ ਸ਼ਖਸੀਅਤਾਂ ਨੇ ਆਪਣੇ ਵਿਦਵਤਾ ਭਰਪੂਰ ਵਿਚਾਰ ਸਾਂਝੇ ਕਰਦੇ ਹੋਏ ਗੁਰਚਰਨ ਸਿੰਘ ਦੇ ਨਾਲ ਆਪਣੀਆਂ ਮਿੱਠੀਆਂ ਤੇ ਨਿੱਘੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਪੰਜਾਬੀ ਰੰਗਮੰਚ ਨੂੰ ਉਹਨਾਂ ਦੀ ਦੇਣ ਦੇ ਉੱਤੇ ਆਪਣੇ ਵਿਸਥਾਰਪੂਰਵਕ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਕੀਤੇ ਹਨ। ਮੈਂ ਰਣੀ ਹਾਂ ਡਾਕਟਰ SP ਸਿੰਘ ਜੀ ਦਾ ਕਿ ਜਿਨ੍ਹਾਂ ਦੇ ਵੱਲੋਂ ਮਿਲ ਰਹੀ ਨਿਰੰਤਰ ਅਗਵਾਈ ਅਤੇ ਹੱਲਾਸ਼ੇਰੀ ਦੇ ਬਦੌਲਤ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦਾ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਆਏ ਦਿਨ ਅਜਿਹੇ ਅਕਾਦਮਿਕ ਮੰਚ ਸਿਰਜ ਰਿਹਾ ਹੈ ਕਿ ਜਿੱਥੋਂ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਪੰਜਾਬੀ ਰੰਗਮੰਚ ਦੀ ਜੇ ਦੁਨੀਆ ਦੀ ਗੱਲ ਕਰੀਏ ਤਾਂ ਇਸ ਦੁਨੀਆ ਦੇ ਨਾਲ ਜੁੜੇ ਹੋਏ ਭਾਈ ਮੰਨਾ ਸਿੰਘ ਦਾ ਕਿਰਦਾਰ ਨਿਭਾ ਕੇ ਪੰਜਾਬ ਦੇ ਲੋਕਾਂ ਦੇ ਯਾਦਾਂ ਦੇ ਵਿੱਚ ਆਪਣੀ ਅਮਿੱਟ ਯਾਦ ਛੱਡਣ ਵਾਲੇ ਸਰਦਾਰ ਗੁਰਸ਼ਰਨ ਸਿੰਘ ਜੀ ਦੀ ਦੇਣ ਨੂੰ ਅੱਜ ਇੱਕ ਤਰ੍ਹਾਂ ਦੇ ਨਾਲ ਅਸੀਂ ਨਜ਼ਰਾਨੇ ਅਕੀਦਤ ਪੇਸ਼ ਕੀਤੀ ਹੈ ਔਰ ਉਹਨਾਂ ਦੀ ਸ਼ਖਸੀਅਤ ਦੇ ਜੋ ਅਛੂਹੇ ਪਹਿਲੂ ਹਨ ਉਹਨਾਂ ਦੇ ਬਾਰੇ ਵੀ ਆਪਣੇ ਵਿਦਵਾਨ ਵਕਤਾਵਾਂ ਦੇ ਕੋਲੋਂ ਗਿਆਨ ਹਾਸਲ ਕੀਤਾ ਹੈ ਔਰ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਅਕਾਦਮਿਕ ਮੰਚ ਸਿਰਜਦੇ ਹੋਏ ਪੰਜਾਬੀ ਬੋਲੀ ਦੇ ਨਾਲ ਜੁੜੀਆਂ ਹੋਈਆਂ, ਪੰਜਾਬੀ ਰੰਗਮੰਚ ਦੇ ਨਾਲ ਜੁੜੀਆਂ ਹੋਈਆਂ, ਪੰਜਾਬੀ ਅਦਬ ਦੇ ਨਾਲ ਜੁੜੀਆਂ ਹੋਈਆਂ ਜੋ ਸ਼ਖਸੀਅਤਾਂ ਹਨ ਉਹਨਾਂ ਦੇ ਬਾਰੇ ਹੋਰ ਜਾਣਨ ਦੇ ਮੌਕੇ ਸਿਰਜਾਂਗੇ। ਮੈਂ ਇਸ ਵੈਬੀਨਾਰ ਦੇ ਜੋ ਆਰਗੇਨਾਈਜ਼ਿੰਗ ਸੈਕਟਰੀ ਹਨ ਡਾਕਟਰ ਗੁਰਪ੍ਰੀਤ ਸਿੰਘ, ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਹਾਂ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਭੁਪਿੰਦਰ ਸਿੰਘ ਨੂੰ ਦੀ ਸ਼ਲਾਘਾ ਕਰਦਾ ਹਾਂ ਕਿ ਸਭਨਾਂ ਦੇ ਅੰਤਕ ਯਤਨਾਂ ਸਦਕਾ ਹੀ ਅਜਿਹਾ ਸੰਭਵ ਹੋ ਪਾ ਰਿਹਾ ਹੈ। ਇਸ ਵੈਬੀਨਾਰ ਦੇ ਨਾਲ ਜੁੜੀਆਂ ਹੋਈਆਂ ਸਮੂਹ ਵਿਦਵਾਨ ਸ਼ਖਸੀਅਤਾਂ, ਦਰਸ਼ਕਾਂ ਅਤੇ ਸਰੋਤਿਆਂ ਦਾ ਵੀ ਮੈਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਇਸ ਵੈਬੀਨਾਰ ਦੀ ਸ਼ੋਭਾ ਵਧਾਈ ਹੈ। ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਤਕਨੀਕੀ ਸਪੋਰਟ ਲਈ ਸ਼ਤ ਪ੍ਰਕਾਸ਼ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਸਾਰਿਆਂ ਦਾ ਧੰਨਵਾਦ। ਥੈਂਕ ਯੂ ਜੀ। ਕਲੋਜ਼ ਦਾ ਮੀਟਿੰਗ।